ब्रह्म बिंद ते सब उत्पत्ति, कहो रे पंडित बामन कब के होए, बामन कह के जन्म मत खोए। रहाओ, जाओ तू ब्राह्मण ब्रह्मणी जाया, तो आन बाट काहे नहीं आया। तुम कत ब्राह्मण हम कत सूद, हम कत लोहू तुम कत दूध। कहो कबीर जो ब्रह्म विचारै, सो ब्राह्मण कहियत है हमारे। गर्भवास में कुल नहीं जाती, ब्रह्म बिंद ते सब उत्पत्ति। गर्भवास में कुल नहीं जाती, ब्रह्म बिंद से सब उत्पत्ति। उत्पत्ति तो हुई है माया, उत्पत्त माया हुई है, ब्रह्म उत्पत्त नहीं होया, ब्रह्म नहीं उत्पत्त होंदा। जो सृष्टि उत्पत्त हुई है, शरीर धारण कीते ने आत्मावां ने, रचना जो हुई है सृष्टि की, अखां नूं जो दिखण लग्या सब कुछ, ਜਿਹਦੇ ਵਿੱਚ ਬ੍ਰਹਮ ਹੈ ਉਹਦਾ ਸਰੂਪ ਅੱਖਾਂ ਨੂੰ ਦਿਖਦਾ ਹੈ। ਉਹ ਜਿਹੜਾ ਸਰੀਰ ਹੈ, ਸਰੀਰ ਤੋਂ ਪਤਾ ਲੱਗਦਾ ਹੈ ਵੀ ਇਹਦੇ ਵਿੱਚ ਕੋਈ ਚੇਤਨ ਹੈ। ਤਾਂ ਹੀ ਤਾਂ ਮਿੱਟੀ ਦਾ ਜਿਹੜਾ ਹੈਗਾ ਸਰੀਰ ਤੁਰਿਆ ਫਿਰਦਾ ਹੈ। ਮਿੱਟੀ ਦੀ ਮਾਟੀ ਦਾ ਪੁੱਤਰਾ ਕੈਸੇ ਨੱਚਦਾ ਹੈ, ਤਾਂ ਹੀ ਤਾਂ ਬੋਲਦਾ ਹੈ, ਤਾਂ ਹੀ ਤਾਂ ਹੱਸਦਾ ਹੈ, ਤਾਂ ਹੀ ਤਾਂ ਚੱਲਦਾ ਹੈ। ਆਤਮਾ ਵਿੱਚ ਹੈ ਨਾ, ਬ੍ਰਹਮ ਵਿੱਚ ਹੈ ਇਹਦੇ। ਇਹ ਉਤਪਾਤੀ ਸਾਰੀ ਬ੍ਰਹਮ ਬਿੰਦ ਤੇ ਹੋਈ ਹੈ, ਬ੍ਰਹਮ ਬਿੰਦ ਤੇ ਹੋਈ ਹੈ, ਬ੍ਰਹਮ ਤੇ ਨਹੀਂ ਹੋਈ। ਬ੍ਰਹਮ ਬਿੰਦ ਕੀ ਹੈ? ਬ੍ਰਹਮ ਬਿੰਦ ਆਤਮਾ ਹੈ। ਬ੍ਰਹਮ ਤੋਂ ਪੈਦਾ ਹੋਈ ਹੋਈ ਚੀਜ਼ ਬ੍ਰਹਮ ਬਿੰਦ ਹੈ। ਬ੍ਰਹਮ ਤੋਂ ਪੈਦਾ ਹੋਈ ਹੋਈ ਜਿਹੜੀ ਜੋਤ ਹੈ ਉਹ ਸਰੀਰ 'ਚ ਹੈ। ਜਾਤਮੇ ਜੋਤ ਹੈ ਨਾ, ਸਰੀਰ ਵਿੱਚ ਜੋਤ ਹੈ ਨਾ, ਉਹ ਬ੍ਰਹਮ ਤੋਂ ਪੈਦਾ, ਬ੍ਰਹਮ ਦੀ ਜੋਤ ਹੈ ਉਹ। ਕਿਉਂਕਿ ਬ੍ਰਹਮ ਦੀ ਜੋਤ ਹੈ, ਬ੍ਰਹਮ ਤੋਂ ਪੈਦਾ ਹੋਈ ਹੈ, ਇਸ ਕਰਕੇ ਉਹਨੂੰ ਬ੍ਰਹਮ ਬਿੰਦ ਕਹਿੰਦੇ ਨੇ। ਨਿਰਾਕਾਰ ਦੀ ਬਿੰਦ ਬ੍ਰਹਮ ਮਨ ਹੁੰਦਾ ਹੈ, ਆਤਮਾ ਹੁੰਦੀ ਹੈ। ਮਾਇਆ ਦੀ ਬਿੰਦ ਜਿਹੜਾ ਵੀਰ ਹੁੰਦਾ, ਜਿਵੇਂ ਪਿਤਾ ਦੀ ਬਿੰਦ ਮਾਤ ਦੀ ਰਖਤ ਤੋਂ ਸਰੀਰ ਪੈਦਾ ਹੋਇਆ। ਕਿਉਂਕਿ ਸਰੀਰ ਅਲੱਗ ਬਿੰਦ ਤੋਂ ਪੈਦਾ ਹੋਣਾ, आत्मा अलग बिंदु तो पैदा होनी। आत्मा की उत्पत्ति अलग है, शरीर की उत्पत्ति अलग। दो वख-वख दो ही शरीर ने, दो ही बिंदा चाहिए ने, दो ही गर्भ ने, गर्भ भी दो ने। शरीर का गर्भ जितों शरीर धारण किया गर्भ हो रहा है, जिहड़ा आत्मा है वह गर्भ हो रहा है, गर्भ भी दो ने। जितों शरीर पैदा होया गर्भ हो रहा है, ਜੇ ਤਾਂ ਸਰੀਰ ਧਾਰਨ ਹੋਇਆ ਉਹ ਗਰਭ ਹੋ ਰਿਹਾ। ਜਿਹੜੇ ਗਰਭ ਦੇ ਵਿੱਚ ਆਤਮਾ ਨੂੰ ਜਨਮ ਮਿਲਣਾ, ਜਨਮ ਪਦਾਰਥ ਮਿਲਣਾ, ਉਹ ਗਰਭ ਹੋ ਰਿਹਾ। ਸਰੀਰ ਨੂੰ ਜਨਮ ਮਿਲਿਆ ਮਾਤਾ ਦੇ ਗਰਭ ਦੇ ਵਿੱਚ, ਸੰਸਾਰਿਕ। ਕਿਉਂਕਿ ਉੱਥੇ ਮਾਇਆ ਦਾ ਗਰਭ ਹੈ, ਮਾਇਆ ਹੀ ਪੈਦਾ ਹੋਣੀ ਉਹ 'ਚ। ਮਾਇਆ ਦਾ ਗਰਭ 'ਚੋਂ ਮਾਇਆ ਹੀ ਪੈਦਾ ਹੋ ਸਕਦੀ ਹੈ। ਮਾਇਆ ਦਾ ਸਰੀਰ ਪੈਦਾ ਹੋਇਆ, ਰਾਮ ਗਰਭ ਦੇ ਵਿੱਚੋਂ ਜਨਮ ਪਦਾਰਥ ਮਿਲਣਾ। जन्म पदार्थ कितों मिले? राम गर्भ चो। सारा भव सागर राम गर्भ है। भव सागर चाहे की करना सी, आए हैं जन्म वास्ते, जन्म पदार्थ वास्ते। जन्म पदार्थ खट्टन, चार पदार्थों चो लास्ट पदार्थ जन्म पदार्थ है। चार पदार्थ लेना है, चार पदार्थ लै जग आया। चार पदार्थ लैन वास्ते जग च आया सी, लैके नहीं आया। लै दा अर्थ बना लिया भी लैके, जे लैके आउंदा फिर इत्थे चार पदार्थ जे को मंगे काहते लिखिया हुंदा? जे लैके ही आया थी फिर मंगे काहते लिखिया? चार पदार्थ जे को मंगे, साजना की सेवा लग है। पता नहीं कहे कहे जे संत सी, डफर लोग सीगे जिहड़े गुरबाणी पढ़ते प्रचार दे रहे ने। बुद्धिहीन सी, कुछ अर्थ कुछ ने कुछ करी गए। थोड़ी जी बाणी सीमत जी पढ़ी सी, दो चार तोकियां पढ़ लिया, बस उहदे नाल सारी जिंदगी रोटी उन्होंने मिली गई। रोटी दे आसरे लगे रहे, खोज खाज वाला कोई काम नहीं सी उन्होंने को। चार पदार्थ दे विच जन्म पदार्थ आखिरी पदार्थ। चार पदार्थ दे विच पहला ज्ञान पदार्थ है, गुरबाणी का ज्ञान, गुरमत का ज्ञान। ਇਹਦੇ ਨਾਲ
ਕਮ ਸੇ ਕਮ ਜਿਹੜਾ ਸਰੀਰ ਧਾਰਨ ਕੀਤਾ ਹੋਇਆ, ਪਹਿਲਾਂ ਸਰੀਰ ਧਾਰਨ ਕੀਤਾ ਨਾ ਗਰਭ ਦੇ ਵਿੱਚ, ਸੰਸਾਰ ਦੇ ਗਰਭ 'ਚ ਸਰੀਰ ਮਾਇਆ ਦੇ ਸੰਪਰਕ ਵਿੱਚ ਆ ਕੇ ਨਾ ਮਾਇਆ ਦਾ ਸਰੀਰ ਨਾਲ ਲੱਗ ਗਿਆ ਇਹਦੇ ਕੱਪੜਾ, ਇਹ ਧਾਰਨ ਪਹਿਲਾਂ, ਇਹ ਤਾਂ ਜਾਣਾ ਨਹੀਂ, ਇਹ ਤਾਂ ਆਏ ਗਰਭ ਦੇ ਵਿੱਚ ਰਹਿਣ ਵਾਲੀ ਚੀਜ਼ ਹੈ ਸਰੀਰ, ਭਵਸਾਗਰ ਦੀ ਚੀਜ਼ ਹੈ, ਭਵਸਾਗਰ ਰਹਿ ਜਾਣੀ ਹੈ। ਪਰ ਇਹ ਸਰੀਰ ਬਿਨਾਂ ਰਾਮ ਗਰਭ ਦੇ ਵਿੱਚ ਜਨਮ ਨਹੀਂ ਸੀ ਮਿਲਦਾ, ਸਰੀਰ ਬਿਨਾਂ ਇਹ ਗਰਭ ਦੇ ਵਿੱਚ ਜਨਮ ਨਹੀਂ ਮਿਲਦਾ ਹੈਗਾ, ਸਰੀਰ 'ਚ ਜਨਮ ਮਿਲਦਾ, ਉਹ ਵੀ ਕਿਹੜੇ ਸਰੀਰ 'ਚ? ਆਦਮੀ ਦੇ ਸਰੀਰ 'ਚ, ਬਾਕੀ ਸਰੀਰਾਂ 'ਚ ਵੀ ਨਹੀਂ ਮਿਲਦਾ ਜਨਮ, ਬਾਕੀ ਸਰੀਰ ਤਾਂ ਡਿਵੈਲਪਮੈਂਟ ਵਾਸਤੇ ਨੇ। ਮਨੁੱਖਾ ਸਰੀਰ 'ਚ ਜਦ ਆਤਮਾ ਆ ਜਾਂਦੀ ਹੈ ਫਿਰ ਇਹਨੂੰ ਜਨਮ ਪਦਾਰਥ ਦੀ ਇਹਦੀ ਬਾਰੀ ਹੈ, ਉਹ ਵੀ ਜਨਮ ਪਦਾਰਥ ਦੀ ਇਹਦੀ ਬਾਰੀ ਹੈ, ਪੌੜੀ ਹੈ ਇਹਦੀ। ਪਰ ਜੇ ਇਸ ਪੌੜੀ ਤੋਂ ਚੁੱਕ ਗਿਆ ਜਨਮ ਪਦਾਰਥ ਦੇ, ਫਿਰ ਕਦ ਨਾਨਕ ਆਵੇ ਬਾਰੀ, ਪਤਾ ਨਹੀਂ ਕਦੋਂ ਬਾਰੀ ਆਵੇ। ਇਸ ਪੌੜੀ ਤੇ ਜੇ ਨਾ ਚੁੱਕ ਕੇ ਆਏ ਜਾਏ ਦੁੱਖ ਪਾਣੇ ਦਾ, ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ, ਗੁਰਬਾਣੀ 'ਚ ਹੈਗੀ ਹੈ, ਸਾਰੇ ਜਾਣਦੇ ਨੇ। ਹੁਣ ਇੱਕ ਹੈ ਬਾਹਮਣ ਕੌਰ, ਪੰਡਿਆ ਬਾਹਮਣ ਕੱਬ ਕੇ ਹੋਏ, ਦੋ ਸਵਾਲ ਨੇ ਇਕੱਠੇ ਦੇ ਵਿੱਚ। ਇੱਕ ਤਾਂ ਪੰਡਿਆ ਕਿਹਾ ਬਾਹਮਣ ਨੂੰ, ਬਾਹਮਣ ਸੀ ਪੰਡਤ ਬਣ ਗਿਆ, ਬਾਹਮਣ ਪੰਡਤ ਕਿਉਂ ਬਣ ਗਿਆ? ਇੱਕ ਤਾਂ ਇਹ ਸਵਾਲ ਹੈ ਇਹਦੇ ਵਿੱਚ, ਸ਼ਬਦ ਦੇ ਵਿੱਚ। ਬਾਹਮਣ ਕੌਣ ਹੁੰਦਾ? ਜੋ ਬ੍ਰਹਮ ਵਿਚਾਰਦਾ, ਉਹ ਬ੍ਰਾਹਮਣ ਹੁੰਦਾ। ਜਿੰਨਾ ਚਿਰ ਬ੍ਰਾਹਮਣ ਬ੍ਰਹਮ ਵਿਚਾਰ ਕਰਦੇ ਰਹੇ, ਵੇਦ ਨਾਲ ਜੁੜੇ ਹੋਏ ਰਹੇ, ਬ੍ਰਹਮ ਗਿਆਨ ਪੜ੍ਹਦੇ ਔਰ ਪੜ੍ਹਾਉਂਦੇ ਰਹੇ, ਉਹਨਾਂ ਚਿਰ ਬ੍ਰਾਹਮਣ ਰਹੇ। ਕਹਿਣ ਦਾ ਮਤਲਬ ਕਬੀਰ ਦਾ ਇਹ ਹੈ। ਪਰ ਜਦ ਤੁਸੀਂ ਜਾਣ ਬੁੱਝ ਕੇ ਤੁਹਾਡਾ ਮਨ ਬ੍ਰਾਹਮਣ ਦਾ ਮਾਇਆ ਹੱਥ ਵਿਖ ਗਿਆ, ਪੰਡਤ ਹੋ ਗਏ, ਵਿਦਵਾਨ ਹੋ ਗਏ, ਵੇਦ ਦਾ ਰਾਹ ਛੱਡ ਕੇ ਸਿਮਰਤ ਸ਼ਾਸਤਰ ਘੜ ਕੇ ਦੁਨੀਆ ਨੂੰ ਉਲਟੇ ਰਾਹ ਪਾਉਣਾ ਮੰਨ ਲਿਆ, ਜਮ ਦੇ ਜਾਲ 'ਚ ਫਸਾਉਣਾ ਮੰਨ ਲਿਆ, ਸਰਕਾਰ ਨਾਲ ਜੋੜਨਾ ਮੰਨ ਲਿਆ, ਵਿਸ਼ਨੂੰ ਨੂੰ ਅਵਤਾਰ, ਵਿਸ਼ਨੂੰ ਦੇ ਅਵਤਾਰ ਡਿਕਲੇਅਰ ਕਰ ਦਿੱਤੇ, ਮੁਕਤੀ ਦਾ ਮਾਰਗ ਰੋਕ ਦਿੱਤਾ। ਮੁਕਤੀ ਦਾ ਮਾਰਗ ਦਾ ਪ੍ਰਚਾਰਕ ਕੌਣ ਹੈ? ਬ੍ਰਾਹਮਣ ਸੀ। ਇਹ ਛੱਡ ਕੇ ਤੁਸੀਂ ਦੂਏ ਪਾਸੇ ਹੋ ਗਏ, ਸਿਮਰਤ ਸ਼ਾਸਤਰ ਘੜ ਲਏ, ਬਾਟੇ ਪਾੜ ਲਈ, ਸਭ ਕੁਝ ਡੁਪਲੀਕੇਟ ਬਣਾ ਲਿਆ। ਉਧਰ ਦੇ ਤੁਸੀਂ ਬਾਹਮਣ ਨਹੀਂ ਰਹੇ, ਪੰਡਤ ਹੋ ਗਏ। ਕੌਰੇ ਪੰਡਿਆ ਬਾਹਮਣ ਕੱਬ ਕੇ ਹੋਏ, ਦੁਬਾਰਾ ਬਾਹਮਣ ਤੂੰ ਕਦੋਂ ਹੋ ਗਿਆ? ਦੁਬਾਰਾ ਬਾਹਮਣ ਤਾਂ ਕਬੀਰ ਹੈ ਜਿਹੜਾ ਬ੍ਰਹਮ ਗਿਆਨ ਦਾ ਪ੍ਰਚਾਰ ਕਰ ਰਿਹਾ। ਇਹ ਤਾਂ ਨਹੀਂ ਕਹਿੰਦਾ ਬਾਹਮਣ ਮੈਂ ਆ, ਉਹਨੂੰ ਪੁੱਛ ਰਿਹਾ ਤੂੰ ਕਾਦਾ ਹੋ ਗਿਆ। ਆਖਰ ਕਹਿੰਦੇ ब्राह्मण सो जो ब्रह्म विचार है। कहो कबीर जो ब्रह्म विचार है सो ब्राह्मण कहीए है हमारे। साडे कुल दे विच तां ਗਿਆਨੀਆਂ ਦੀ ਕੁਲ ਦੇ ਵਿੱਚ ਤਾਂ ਬ੍ਰਾਹਮਣ ਉਹ ਬਣੇ ਆ ਜਿਹੜਾ ਬ੍ਰਹਮ ਵਿਚਾਰ ਕਰੇ। ਤੂੰ ਬ੍ਰਹਮ ਵਿਚਾਰ ਛੱਡੀ ਬੈਠਾ, ਤੂੰ ਬ੍ਰਾਹਮਣ ਵੀ ਕਹਾਈ ਜਾਂਦਾ। ਬ੍ਰਹਮ ਗਿਆਨ ਤੋਂ ਹੈ ਵੀ ਉਲਟ। ਫਰਾਡ ਕਿਹਦੇ ਨਾਲ ਕਰਦਾ? ਫਰਾਡ ਕਰਦਾ ਸੀ ਪਬਲਿਕ ਅਨਪੜ੍ਹ, ਅੱਜ ਵੀ ਫਰਾਡ ਕਰਨਾ ਚਾਹੁੰਦੇ ਨੇ। ਫਰਾਡ ਕਿੱਥੋਂ ਕਰ ਲੈਣਾ? ਹੁਣ ਤਾਂ ਇਹਨਾਂ ਦੀ ਹੋਸ਼ ਮਾਰੀ ਜਾਣੀ ਹੈ। ਮੱਤ ਤਾਂ ਇਹਨਾਂ ਦੀ ਉਦੋਂ ਹੀ ਮਾਰੀ ਗਈ ਸੀ ਜਦੋਂ ਇਹਨਾਂ ਨੇ ਕਹਿ ਰਹੀਆਂ ਨੇ ਬਾਣੀ ਪੰਡਤ ਰੋਵੇ ਗਿਆਨ ਗਵਾਏ। ਅਜੋ ਕੀ ਰੋਏ ਨੇ ਜਦ ਭਗਤ ਸੀ, ਰੋਏ ਨੇ ਜਦ ਗੁਰੂ ਸੀ, ਹੁਣ ਫੇਰ ਰੋਣਗੇ ਇਹ। ਐਵੇਂ ਸਾਹ ਆਇਆ ਸੀ 200 ਸਾਲ ਇਹਨਾਂ ਨੂੰ, ਐਵੇਂ ਸਾਹ ਆਇਆ ਸੀ। ਬਹੁਤ ਕੁੱਟ ਬਹੁਤ ਪਈ ਸੀ ਇਹਨਾਂ ਤੇ। ਆਪੇ ਦੋਸਤ ਨੇ ਲਈ ਕਰਤਾ ਜਮ ਕਰ ਮੋਗਲ ਚੜਾਇਆ। ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਆਇਆ? ਇਹ ਪੰਡਿਆ ਤੇ ਤੈਨੂੰ ਦਰਦ ਨਹੀਂ ਆਇਆ? ਬਾਹਮਣਾ ਤੇ ਬੜੀ ਕੁੱਟ ਕੁੱਟੀ ਹੈ, ਪਹਿਲਾਂ ਭਗਤਾਂ ਨੇ, ਫਿਰ ਗੁਰੂਆਂ ਨੇ, ਤੇ ਫਿਰ ਇਹਨਾਂ ਨੇ ਉਹ ਦਿਸ਼ਾਹੀਨ ਕੀਤਾ ਸਿੱਖ ਮਤ ਨੂੰ। ਹੁਣ ਫੇਰ ਕੁੱਟ ਇਹਨਾਂ ਤੇ ਪਊਗੀ। ਕੁੱਟ ਕੀ ਪਊ? ਗਿਆਨ ਤੇ ਹੀ ਕੁੱਟ ਪੈਣੀ ਹੈ, ਹੋਰ ਕਾਹਦੇ ਤੇ ਪੈਣੀ ਹੈ? ਇਹਨਾਂ ਦੀ ਅਗਿਆਨਤਾ ਤੇ ਕੁੱਟ ਪੈਣੀ ਹੈ, ਇਹਨਾਂ ਦੇ ਪ੍ਰਚਾਰ ਤੇ ਕੁੱਟ ਪੈਣੀ ਹੈ, ਇਹਨਾਂ ਦੇ ਝੂਠ ਤੇ ਕੁੱਟ ਪੈਣੀ ਹੈ। ਇਹ ਸ਼ਬਦ ਵਿੱਚ ਇਹ ਭੇਦ ਹੈ। ਵਿੱਚ ਗਰਭਵਾਸ ਮੈਂ ਕੁਲ ਨਹੀਂ ਜਾਤੀ। ਕੁਲ ਜਾਤੀ ਬਣਾਈ ਕਿਹਨੇ? ਪੰਡਤ ਨੇ ਬਣਾਈ।
ਕੁਲਾਂ ਕਿਹਨੇ ਬਣਾਈਆਂ ਨੇ? ਪੰਡਤ ਨੇ। ਜਾਤ ਪਾਤ ਕਿਹਨੇ ਬਣਾਈ ਹੈ? ਪੰਡਤ ਨੇ ਬਣਾਈ ਹੈ ਨਾ। ਕਹਿੰਦਾ ਕਿਉਂ ਬਣਾਈ ਹੈ? ਤੇ ਵੇਦ ਦੀ ਲਿਖਤ ਇਹ ਹੈ, ਵੇਦ ਅਨੁਸਾਰ ਜਿਹੜਾ ਕਿ ਤੂੰ ਪ੍ਰਚਾਰਦਾ ਰਿਹਾ, ਜਿਹੜੀ ਕਿ ਤੇਰੀ ਡਿਊਟੀ ਸੀ ਪ੍ਰਚਾਰਨ ਦੀ, ਸਾਰਾ ਹੀ ਰਾਮ ਗਰਭ ਹੈ ਜਾਂ ਦੱਸ ਨਹੀਂ ਹੈ? ਝੂਠਾ ਕੀ ਬੋਲੇ? ਉਹ ਲਿਖਿਆ ਤਾਂ ਸੀ ਪਰ ਲੋਕਾਂ ਨੂੰ ਪਤਾ ਨਹੀਂ ਸੀ। ਜਦ ਉਹਨੇ ਪੜ੍ਹ ਲਿਆ, ਉਹ ਕਹਿੰਦਾ ਕੱਢ ਗ੍ਰੰਥ ਦਿਖਾਵਾਂ ਲਿਖਿਆ ਹੈ। ਬੇਸ਼ਰਮ ਕੀ ਕਰੇ? ਚੁੱਪ ਹੋ ਗਿਆ ਪੰਡਤ। ਇਹ ਰਾਮ ਗਰਭ ਹੈ ਸਾਰਾ, ਆਤਮਾ ਵਾਸਤੇ ਗਰਭ ਹੈ। ਗਰਭਵਾਸ ਮੈਂ ਕੁਲ ਨਹੀਂ ਜਾਤੀ। ਗਰਭ ਦਾ ਜਿਹੜਾ ਵਾਸ ਹੁੰਦਾ, ਕੁਲ ਜਾਤੀ ਹੁੰਦੀ ਹੈ। ਉੱਥੇ ਕੁਲ ਜਾਤੀ ਹੁੰਦੀ ਹੈ। ਜੇ ਕਿਸੇ ਔਰਤ ਦਾ ਆਪਾਂ ਨੂੰ ਪਤਾ ਨਾ ਹੋਵੇ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ, ਉਹਦੇ ਵਿੱਚ ਪੇੜ ਵਿੱਚ ਬੱਚਾ ਹੋਵੇ, ਦੱਸੋ ਉਹਦੀ ਔਰਤ ਦੀ ਕੀ ਜਾਤ ਮੰਨੋਗੇ ਤੁਸੀਂ? ਜਿੰਨਾ ਚਿਰ ਬੱਚੇ ਦੇ ਪਿਓ ਦਾ ਪਤਾ ਨਾ ਲੱਗੇ ਵੀ ਕਿਹੜੀ ਜਾਤ ਹੈ, ਉਹਦੀ ਜਾਤ ਕਿਵੇਂ ਮੰਨ ਲਓਗੇ ਤੁਸੀਂ? ਔਰਤ ਦਾ ਹੀ ਪਤਾ ਨਾ ਹੋਵੇ, ਔਰਤ ਦੀ ਕੋਈ ਜਾਤ ਹੁੰਦੀ ਹੋਣੀ ਨਾ, ਗੋਤ ਨਾ ਜਾਤ ਉਹਦੀ ਹੁੰਦੀ ਨਹੀਂ ਮੰਨੀ ਹੋਈ ਗ੍ਰੰਥਾਂ ਨੇ। ਗੋਤ ਵੀ ਪਿਓ ਵਾਲਾ ਚੱਲਦਾ, ਜਾਤ ਵੀ ਪਿਓ ਵਾਲੀ ਚੱਲਦੀ। ਅਰੇ ਏਦਾਂ ਹੀ ਚੱਲਦੀ ਰਹੂ, ਦੋ ਹੋ ਹੀ ਨਹੀਂ ਸਕਦੀਆਂ, ਹੁੰਦੀਆਂ ਨਹੀਂ ਹੁੰਦੀਆਂ। ਵਿਦਵਾਨਾਂ ਨੂੰ ਇੰਨੀ ਅਕਲ ਹੈ ਨਹੀਂ, ਵਿਦਵਾਨ ਗੱਲ ਅਲਝਾ ਲੈਂਦੇ, ਜਾਂ ਬਹੁਤੀ ਅਲਝ ਜਾਂਦੀ ਹੈ ਫਿਰ ਚੁੱਪ ਕਰ ਜਾਂਦੇ ਨੇ। ਅਲਝਾਉਣ ਜਾਣਦੇ ਨੇ, ਗੱਲ ਨੂੰ ਸੁਲਝਾਉਣ ਨਹੀਂ ਜਾਣਦੇ। ਗਰਭ ਦੇ ਵਿੱਚ ਕੁੱਲ ਜਾਤੀ ਨਹੀਂ ਹੈ ਹੁੰਦੀ, ਇੱਕੋ ਗਰਭ 'ਚ ਇੱਕੋ ਸਾਰੇ ਗਰਭ ਇੱਕੋ ਜਿਹੇ ਬੈਠੇ ਨੇ, ਉਹਨਾਂ ਦੀ ਕੁੱਲ ਜਾਤੀ ਵੱਖਰੀ ਵੱਖਰੀ ਕਿਵੇਂ ਹੋ ਗਈ? ਇਹਦਾ ਮਤਲਬ ਇਹ ਹੈ ਸਾਰੇ ਹੀ ਆਪਾਂ ਰਾਮ ਗਰਭ ਦੇ ਵਿੱਚੋਂ, ਤਾਂ ਵੱਖਰੀ ਵੱਖਰੀ ਕੁੱਲ ਵੱਖਰੀ ਵੱਖਰੀ ਜਾਤੀ ਕਿਵੇਂ ਹੋ ਗਈ? ਤੂੰ ਪੰਡਤ ਕਿਵੇਂ ਹੋ ਗਿਆ? ਮੈਂ ਸ਼ੂਦਰ ਕਿਵੇਂ ਹੋ ਗਿਆ? ਗਰਭ ਇੱਕ ਚ ਸਾਰੇ ਰਾਮ ਗਰਭ ਦੇ ਵਿੱਚ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਸਾਰਿਆਂ ਦੀ ਉਤਪਤੀ ਕਿੱਥੋਂ ਹੋਈ ਹੈ? ਬ੍ਰਹਮ ਬਿੰਦ ਤੇ। ਬਾਕੀ ਤਾਂ ਮਾਇਆ ਹੀ ਹੈ, ਸਰੀਰ ਤਾਂ ਮਾਇਆ, ਪੰਜ ਤੱਤ ਨੇ ਸਾਰਿਆਂ ਨੂੰ ਲੱਗੇ ਹੋਏ। ਉਤਪਤੀ ਬ੍ਰਹਮ ਬਿੰਦ ਤੇ ਹੋਈ ਹੈ ਵੀ ਵੇਦ ਕਹਿੰਦਾ। ਜਾਂ ਤੂੰ ਕਹਿ ਵੀ ਵੇਦ ਝੂਠਾ ਹੈ, ਜਾਂ ਤੂੰ ਇਹ ਖਰਾਬ ਹੋ ਜਾਵੇ ਤੇ ਵੇਦ ਝੂਠ ਬੋਲਦਾ, ਅਸੀਂ ਨਹੀਂ ਮੰਨਦੇ। ਐਡੇ ਸ਼ਰਾਰਤੀ ਔਰ ਸ਼ੈਤਾਨ ਨੇ, ਵੇਦਾਂ ਦਾ ਵੀ ਵਿੱਚ ਨਾਂ ਲਈ ਜਾਂਦੇ ਨੇ, ਸਿਮਰਤ ਸ਼ਾਸਤਰਾਂ ਦਾ ਵੀ ਨਾਂ ਲਈ ਜਾਂਦੇ ਨੇ। ਔਰ ਸਿਮਰਤ ਸ਼ਾਸਤਰ ਸਾਰਿਆਂ ਦੇ ਵੇਦ ਖਿਲਾਫ ਹੈ, ਸਿਮਰਤ ਸ਼ਾਸਤਰ ਸਾਰੇ ਵੇਦ ਤੇ ਖਿਲਾਫ ਨੇ। ਦੋਏ ਚੀਜ਼ਾਂ ਨੂੰ ਐਂ ਦਿਖਾਈ ਜਾਂਦੇ ਨੇ ਲੋਕਾਂ ਨੂੰ ਵੀ ਇੱਕੋ ਹੀ ਨਾ ਜੀ ਦੋਏ। ਭਗਤਾਂ ਨੇ ਦੋਹਾਂ ਦਾ ਭੇਦ ਖੋਲਤਾ ਵੀ ਸਿਮਰਤ ਸ਼ਾਸਤਰ ਵੇਦ ਤੇ ਐਂ ਖਿਲਾਫ ਹੈ ਜਿਵੇਂ ਹਿੰਦੂ ਤੇ ਮੁਸਲਮਾਨ ਖਿਲਾਫ ਹੈ। ਸਿਮਰਤ ਸ਼ਾਸਤਰ ਤੇ ਇਸ ਤਰੀਕੇ ਨਾਲ ਵੇਦ ਖਿਲਾਫ ਹੈ ਜਿਵੇਂ ਹਿੰਦੂ ਤੇ ਮੁਸਲਮਾਨ ਖਿਲਾਫ ਹੈ। ਕੋ ਵੇਦ ਵਿੱਚ ਗੋਵੇਦ ਯੱਗ ਦਾ ਵਿਧਾਨ ਮੁਸਲਮਾਨ ਉਹੀ ਕਰਦੇ ਨੇ। ਅਥਰਵਣ ਵੇਦ ਦੇ ਪੁਜਾਰੀ ਨੇ, ਅਥਰਵਣ ਵੇਦ ਤੇ ਆਧਾਰ ਤੇ ਆਇਆ ਨਾ ਉਹ ਬਕਰੀਦ, ਜਿਨਕੇ ਕੋਲ ਈਦ ਬਕਰੀਦ ਰਵਿਦਾਸ ਦਾ ਸ਼ਬਦ ਸੀ, ਗਊ ਵੱਧ ਕਰੇ। ਖੁਦ ਆਰੀਆ ਲੋਕ ਗਊ ਵੱਧ ਖਾਂਦੇ ਰਹੇ ਜਦੋਂ ਵੇਦ ਨੂੰ ਮੰਨਦੇ ਸੀ। ਕੌਣ ਨਹੀਂ ਜਾਣਦਾ ਕਿ ਤੁਹਾਡੇ ਪ੍ਰਚਾਰ ਨਾਲ ਲੋਕ ਭੁੱਲ ਗਏ। ਉਹ ਜਿੰਨਾ ਚਿਰ ਨਹੀਂ ਸੀ, ਇਸੇ ਕਰਕੇ ਤਾਂ ਪੜ੍ਹ ਨਹੀਂ ਦਿੱਤੇ ਇਹਨਾਂ ਨੇ। ਪੜ੍ਹਨ ਤੇ ਪਾਬੰਦੀ ਕਿਉਂ ਲਾਈ ਤੀ ਕਿ ਜੋ ਅਸੀਂ ਸ਼ਰਾਰਤ ਕੀਤੀ ਹੈ, ਜੇ ਲੋਕ ਪੜ੍ਹ ਕੇ ਫੜੀ ਜਾਊਗੀ ਸ਼ਰਾਰਤ। ਜੇ ਮੁਸਲਮਾਨੀ ਰਾਜ ਨਾ ਹੁੰਦਾ ਲੋਕਾਂ ਨੂੰ ਪੜ੍ਹ ਨਹੀਂ ਸੀ ਦੇਣਾ ਇਹਨਾਂ ਨੇ। ਜੇ ਹਿੰਦੁਸਤਾਨ 'ਚ ਮੁਸਲਮਾਨੀ ਰਾਜ ਨਹੀਂ ਹੁੰਦਾ ਇਹਨਾਂ ਨੇ ਪੜ੍ਹ ਨਹੀਂ ਸੀ ਦੇਣਾ ਕਿਸੇ ਨੂੰ ਵੀ। ਪਰਮੇਸ਼ਰ ਨੂੰ ਕੀ ਮਨਜ਼ੂਰ ਸੀ? ਪਰਮੇਸ਼ਰ ਨੂੰ ਇਹ ਮਨਜ਼ੂਰ ਸੀ ਇਹਨਾਂ ਦਾ ਕਪਟ ਕੂੜ ਦਾ ਕਿਲਾ ਢਾਉਣਾ ਮੈਂ, ਤਾਂ ਜਮਕਾਰ ਮੁਗਲ ਚੜਾਇਆ। ਉਹ ਜਿਹੜਾ ਸੰਸਾਰੀ ਮੁਗਲ ਹੈ ਨਾ, ਇਹਨਾਂ ਦਾ ਜਮਕਾਲ ਬਣ ਕੇ, ਇਹਨਾਂ ਦੇ ਜਿਹੜਾ ਝੂਠ ਦਾ ਜਮਕਾਲ ਬਣ ਕੇ ਆਇਆ ਸੀ। ਉਹ ਜੇ ਮੁਗਲ ਕਹਾਂਗੇ ਤਾਂ ਇਹਨਾਂ ਵਾਸਤੇ ਜਮਕਾਲ ਹੈ। ਤੇ ਨਾਲ ਕੀ ਹੋਇਆ, ਉਧਰ ਮੁਗਲ ਆਇਆ, ਉਧਰ ਗੁਰੂ ਨਾਨਕ ਗਲ ਪਿਆ। ਇਹਨਾਂ ਦੇ ਮੁਗਲ ਦੋ ਇਕੱਠੇ ਹੋ ਗਏ ਨਾ, ਗੁਰੂ ਨਾਨਕ ਇਹਨਾਂ ਦੇ ਗਲ ਪਿਆ, ਮੁਗਲ ਹੋ ਆਇਆ ਸੀ।
ਦੋਏ ਉਹ ਮੂੰਹ ਗੱਲ ਹੈ, ਮੂੰਹ ਗਲ, ਮੈਨੂੰ ਗਲ ਪਾਤਾ ਉਹਨਾਂ ਦੇ, ਉਧਰ ਉਹ ਮੂੰਹ, ਉਹਦਾ ਨਵੇਂ ਮੁਗਲ ਹੈ। ਇਹ ਸੰਸਾਰੀ ਸੱਚ ਵੀ ਹੈ, ਉਹ ਚ ਇਹਾਂ ਦਾ ਸੱਚ ਵੀ ਹੈ, ਉਦੋਂ ਦਾ ਸੱਚ ਵੀ ਹੈ। ਜੇ ਤਾਂ ਗੁਰੂ ਨਾਨਕ ਨੂੰ ਮੂੰਹ ਗਲ ਚੜਾਇਆ, ਮੈਨੂੰ ਗਲ ਚੜਾਇਆ ਕਿ ਹੱਥ ਲਾਉਣੇ ਆ, ਫਿਰ ਤਾਂ ਦਰਗਾਹ ਦੇ ਵਿੱਚੋਂ ਹੁਕਮ। ਦੋਏ ਵੈਸੇ ਹੈ ਦਰਗਾਹ ਚੋਂ, ਇੱਕ ਮੁਗਲ ਇੱਥੇ ਦਾ, ਇੱਕ ਮੁਗਲ ਉੱਥੇ ਦਾ, ਇੱਕ ਨਿਰਾਕਾਰੀ ਦੁਨੀਆ ਦਾ ਮੁਗਲ ਹੈ। ਉਹ ਜਿਵੇਂ ਕੱਤਕ ਲਫ਼ਜ਼ ਹੈ ਜਿਹੜਾ ਮਹੀਨਾ, ਉਹਦੇ ਦੋ ਅਰਥ ਹੋਣਗੇ। ਜੇ ਤਾਂ ਨਿਰਾਕਾਰ ਦੇ ਦੇਸ਼ ਦਾ ਅਰਥ ਕਰਾਂਗੇ ਸੱਚਖੰਡ ਦੇ ਵਿੱਚ, ਤਾਂ ਇਹਦਾ ਉਹ ਕਾਦਤ ਤੱਕ। ਜੇ ਕੱਤਕ ਇੱਥੇ ਮਹੀਨੇ ਦੇ ਅਰਥ ਕਰਾਂਗੇ ਅਸੀਂ, ਕਿ ਉੱਥੇ ਚੰਦ ਸੂਰਜ ਨਹੀਂ, ਉੱਥੇ ਰੁੱਤਾਂ ਹੈ ਨਹੀਂ। ਸੱਚਖੰਡ 'ਚ ਕੋਈ ਕਿਸੇ ਦੇ ਗਲ ਪੈਂਦਾ ਹੀ ਨਹੀਂ। ਸੱਚਖੰਡ ਦੇ ਵਿੱਚ ਕੁਲ ਜਾਤੀ ਹੁੰਦੀ ਨਹੀਂ, ਕੁਲ ਜਾਤੀ ਇੱਥੇ, ਕੁਲ ਜਾਤੀ ਇੱਥੇ। ਇਹ ਬਾਹਮਣ ਦੀ ਬਣਾਈ ਹੋਈ ਹੈ ਵੀ। ਜੇ ਪੜ੍ਹਾਈ ਮੁਸਲਮਾਨ ਨਾ ਦੇ ਪੜ੍ਹਨੀ ਸੀ ਦੇਣਾ, ਜੇ ਪੜ੍ਹੇ ਲੋਕ ਤਾਂ ਇਹਨਾਂ ਦਾ ਭੇਦ ਖੁੱਲਿਆ। ਫਿਰ ਅੰਗਰੇਜ਼ ਆ ਗਏ, ਪੜ੍ਹ ਗਏ, ਬੈਨ ਚੱਕਿਆ ਗਿਆ। ਜੇ ਲੋਕ ਨਾ ਪੜ੍ਹਦੇ, ਇਹਨਾਂ ਨੇ ਜੰਮਜਾਲ ਚੋਂ ਛੁੱਟਣ ਨਹੀਂ ਸੀ ਦੇਣੇ ਹੁਣ ਤੱਕ। ਐਡਾ ਤਕੜਾ ਇਹਨਾਂ ਨੇ ਸਕੰਜਾ ਕੱਸਿਆ ਸੀ ਲੋਕਾਂ ਦੇ ਉੱਤੇ। ਉਹ ਕੀ ਸੀ, ਹਿਰਨਾ ਬਾਜਾਂ ਤੇ ਸਿਕਦਾਰਾਂ ਇਹਨਾਂ ਪੜ੍ਹਿਆ ਨੋ। ਜਿਹੜੇ ਸਾਗਤ ਸੀ ਇਹਨਾਂ ਨੇ ਗਿਆਨ ਪੜ੍ਹ ਲਿਆ ਥੋੜਾ ਜਿਹਾ, ਫਾਈ ਲੱਗੀ ਜਾਤ ਫਾਨ ਅੱਗੇ ਨਹੀਂ ਹੋ। ਜੰਮਦੇ ਜਾਲ 'ਚ ਲੋਕਾਂ ਨੂੰ ਫਸਾ ਕੇ ਰੱਖਣਾ, ਨਿਕਲ ਨਹੀਂ ਦੇਣਾ। ਆਪ ਡੁੱਬੇ ਪਹੁੰਚਾਓ ਵੇਦ ਮੈਂ ਚੇਲੇ ਦੀਏ ਬਹਾਏ। ਪੰਡਤ ਦਾ ਪੇਸ਼ਾ ਸੀ ਇਹ, ਸਾਰੇ ਚੇਲਿਆਂ ਨੂੰ ਬਹਾਉਣਾ, ਜੀਵਨ ਖਰਾਬ ਕਰਨਾ, ਆਪ ਚਾਰਾਂ ਵੇਦਾਂ ਵਿੱਚ ਡੁੱਬਣਾ। ਵੇਦ ਪੜ੍ਹੇ ਪੜ ਪੰਡਤ ਮੂਹੇ। ਕਿਉਂ ਨੇ ਸਭ ਗੱਲਾਂ, ਕਿਹਦੇ ਵਾਸਤੇ ਨੇ, ਕਿੱਧਰ ਨੂੰ ਇਸ਼ਾਰਾ ਕਰ ਰਹੀਆਂ ਨੇ ਸਾਰੀਆਂ ਗੱਲਾਂ? ਇਹ ਕਿਉਂ ਕਰ ਰਹੀਆਂ ਨੇ ਪੰਡਤ ਦੇ ਖਿਲਾਫ ਇਸ਼ਾਰਾ? ਬਾਹਮਣ ਨਹੀਂ ਮੂਹੇ ਕਿਹਾ ਹੋਇਆ, ਵੇਦ ਬੜੇ ਪੜ ਪੰਡਤ ਮੂਹੇ। ਹਾਂ, ਬਾਹਮਣ ਨਹੀਂ ਮੂਹੇ। ਬਾਹਮਣ ਬੁਰਾ ਨਹੀਂ ਹੈ, ਪੰਡਤ ਬੁਰਾ। ਜਦੋਂ ਬਾਹਮਣ ਪੰਡਤ ਹੋ ਗਿਆ, ਬੇਈਮਾਨ ਹੋ ਗਿਆ। ਜਦੋਂ ਸਿੱਖ ਵਿਦਵਾਨ ਹੋ ਗਿਆ, ਬੇਈਮਾਨ ਹੋ ਗਿਆ। ਜਦੋਂ ਸਿੱਖ ਵਿਦਵਾਨ ਹੋ ਗਿਆ, ਬੇਈਮਾਨ ਹੋ ਗਿਆ। ਸਿੱਖ ਵਿਦਵਾਨ ਨਹੀਂ ਹੋਊਗਾ। ਜਿਹੜਾ ਸਿੱਖ ਵਿਦਵਾਨ ਕਹਾਉਂਦਾ ਜਾਂ ਤਾਂ ਮੂਰਖ ਹੈ ਜਾਂ ਬੇਈਮਾਨ। ਸਿੱਖ ਜਿਹੜਾ ਵਿਦਵਾਨ ਕਹਾਉਂਦਾ ਜਾਂ ਤਾਂ ਮੂਰਖ ਹੈ ਜਾਂ ਬੇਈਮਾਨ। ਬੇਈਮਾਨ ਤਾਂ ਮਾਇਆਧਾਰੀ ਹੈ, ਮਾਇਆ ਖਾਤਰ ਕਹਾਉਂਦਾ। ਜਾਂ ਮੂਰਖਾਂ ਨੂੰ ਅਕਲ ਨਹੀਂ ਹੈ, ਉਹਨੂੰ ਪਤਾ ਹੀ ਨਹੀਂ ਵੀ ਵਿਦਵਾਨ ਦੀ ਇਹੀ ਤੇ ਫੇਰੀ ਪਈ ਹੈ ਗੁਰਬਾਣੀ 'ਚ। ਉਹਨੂੰ ਗੁਰੂ ਦੀ ਗੱਲ ਦਾ ਹੀ ਨਹੀਂ ਗਿਆਨ ਹੈ, ਉਹ ਸਿੱਖੇ ਨਹੀਂ ਹੈ। ਪੜ੍ਹੇ ਨੂੰ ਤਾਂ ਮੂਰਖ ਕਿਹਾ ਹੈ, ਗੁਰਬਾਣੀ ਕਹਿੰਦੀ ਹੈ। ਪੜ੍ਹੇ ਨੂੰ ਤੁਹਾਨੂੰ ਪੜ੍ਹਿਆ ਕਰਨਾ ਸੀ, ਜੋ ਪੜ੍ਹ ਲਿਆ ਉਹ ਤੁਹਾਨੂੰ ਪੜ੍ਹਿਆ ਕਰਨਾ ਹੈ। ਸੰਸਾਰੀ ਪੜ੍ਹਾਈ ਤਾਂ ਅਵਿਦਿਆ ਹੈ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਜਿਹੜਾ ਤਾਂ ਪੜ੍ਹ ਲਈ ਆ ਵਿਦਿਆ, ਇਹਨੂੰ ਅਨਪੜ੍ਹਿਆ ਨਹੀਂ ਦੇਣਾ ਚਿਰ ਕਰਦਾ, ਪਰਮਗਤੀ ਨਹੀਂ ਪੈ ਸਕਦੀ, ਗੁਰਬਾਣੀ ਦੀ ਸੋਝੀ ਨਹੀਂ ਆ ਸਕਦੀ, ਸਿੱਖ ਨਹੀਂ ਬਣ ਸਕਦਾ, ਸਿੱਖੀ ਦੀ ਗੱਲ ਤੈਨੂੰ ਸਮਝ ਨਹੀਂ ਆ ਸਕਦੀ। ਇਹ ਤਾਂ ਗੁਰਬਾਣੀ ਕਹਿੰਦੀ ਹੈ। ਕਰਦੇ ਵੀ ਕਿਹਨੇ ਵਿਦਵਾਨ, ਤਲਵਾਰਾਂ ਖਿੱਚੀਆਂ ਹੋਈਆਂ ਆਪਸ ਵਿੱਚ ਲੜੀ ਜਾਂਦੇ ਨੇ। ਔਰ ਦੋਏ ਗਲਤ ਨੇ ਲੜਨ ਵਾਲੇ। ਸਮਝ ਪੂਰੀ ਦੋਹਾਂ ਨੂੰ ਨਹੀਂ, ਪੂਰੀ ਸਮਝ ਦੋਹਾਂ ਨੂੰ ਨਹੀਂ ਹੈ। ਇੱਕ ਤਾਂ ਬਿਲਕੁਲ ਨੈਗੇਟਿਵ ਨੇ, ਉਹਦਾ ਨਾਸ ਖੇਤ ਨੇ, ਬੇੜੀ ਰੋਬ ਨੇ। ਇੱਕ ਤਾਂ ਸਪੋਰਟਸਮੈਨ ਉਹਦਾ ਬੇੜੀ ਰੋਬ ਨੇ, ਉਹ ਕਹਿੰਦਾ ਸਿੱਖੀ ਨੂੰ ਛੱਡ ਦਿਓ, ਅਰਦਾਸ ਛੱਡ ਦਿਓ, ਛੱਡੋ ਪਰੇ, ਭਲਾ ਆਹ ਚੀਜ਼ ਛੱਡ, ਹਰੇਕ ਚੀਜ਼ ਛੱਡ ਦਿਓ, ਛੱਡ ਦਿਓ, ਛੱਡ ਦਿਓ ਹੈ। ਦੂਏ ਕਹਿੰਦੇ ਨੇ ਅਸੀਂ ਛੱਡੀਏ ਕਿਉਂ, ਵੀ ਜਿੰਨਾ ਸਾਡੇ ਕੋਲ ਬਚਿਆ ਹੋਇਆ ਇਹ ਵੀ ਛੱਡ ਦਈਏ। ਹਾਂ, ਖੋਜ ਲਓ ਠੀਕ ਜਿਹੜੀ ਚੀਜ਼ ਹੈ, ਜਿੰਨਾ ਕੁ ਰਹੇਗਾ ਉਹ ਵੀ ਛੱਡ ਦਈਏ। ਛਡਾਉਣ ਵਾਲਾ ਤਾਂ ਬਾਹਮਣ ਸੀ, ਪੰਡਤ ਸੀ। ਇਹ ਤਾਂ ਪੰਡਤ ਵਾਲੇ ਹੋਏ ਨੇ ਜਿਹੜੇ ਛੱਡ ਦੋ ਕਹਿਣ ਵਾਲੇ ਨੇ। ਜਾਂ ਫਿਰ ਕੋਈ ਨਵਾਂ ਦੇਣ, ਸਾਨੂੰ ਨਵਾਂ ਕੀ ਦਿੱਤਾ? ਕੁਛ ਵੀ ਨਹੀਂ। ਕੋਲ ਕੀ ਉਹਨਾਂ ਦੇ? ਕੁਛ ਵੀ ਨਹੀਂ। ਵੇਦ ਪੜ੍ਹੇ ਪੜ ਪੰਡਤ ਮੂਹੇ, ਰੂਪ ਦੇਖ ਦੇਖ ਨਾਰੀ। ਔਰ ਉਹੀ ਲੋਕ ਨੇ ਜਿਹੜੇ ਔਰਤ ਦੀ ਜ਼ਿਆਦਾ ਪ੍ਰਸ਼ੰਸਾ ਕਰਦੇ ਨੇ। ਆਹ ਗੁਰਬਾਣੀ ਕਹਿੰਦੇ ਰੂਪ ਦੇਖ ਦੇਖ ਨਾਰੀ।
ਨਾਰੀ ਅੱਖਾਂ ਨੂੰ ਜੋ ਚੀਜ਼ ਦੇਖਦੀ ਹੈ ਉਹਦੇ ਤੇ ਖੜੀ ਹੈ, ਉਹਦੀ ਤੀਸਰੀ ਅੱਖ ਹੁੰਦੀ ਹੋਈ ਨਹੀਂ, ਖੁੱਲ੍ਹ ਨਹੀਂ ਸਕਦੀ। ਰੂਪ ਦੇ ਤੋਂ ਕਹਾਂ ਨਾਰੀ ਦੀ ਦ੍ਰਿਸ਼ਟੀ ਨਹੀਂ ਜਾ ਸਕਦੀ। ਇਹੀ ਦਸਮ ਗ੍ਰੰਥ ਦੇ ਵਿੱਚ ਗੱਲ ਹੈ। ਤ੍ਰਿਆ ਚਰਿਤਰ ਇਸ ਗੱਲ ਤੇ ਖੜੀ ਹੈ ਕਿ ਨਾਰੀ ਰੂਪ ਤੋਂ ਪ੍ਰਭਾਵਿਤ ਹੈ। ਤ੍ਰਿਆ ਚਰਿਤਰ ਦਾ ਰਿਜ਼ਲਟ ਇਹ ਨਿਕਲਦਾ, ਆ ਜਿਹੜਾ ਰੂਪ ਦੇਖ ਦੇਖ ਨਾਰੀ ਹੈ, ਇਹਦੇ ਵਿੱਚ ਨਹੀਂ ਇਹ ਗੱਲ ਦੀ ਹੈ। ਸਾਰਾ ਹੀ ਔਰਤ ਦਾ ਪੱਖ ਦੱਸਿਆ ਹੋਇਆ ਉੱਥੇ। ਬਹੁਤੇ ਚਰਿੱਤਰ ਇਹ ਨੇ ਜਿੱਥੇ ਰੂਪ ਦੇਖਿਆ, ਰੂਪ ਦੇਖ ਦੇਖ ਨਾਰੀ। ਬਸ ਆ ਕੱਲੀ ਪੰਕਤੀ ਦੀ ਵਿਆਖਿਆ ਉਹ ਸਾਰੀ ਤ੍ਰਿਆ ਚਰਿੱਤਰ ਚ ਹੈ। ਪ੍ਰੈਕਟੀਕਲ ਚੋਂ ਦਿਖਾਇਆ ਉੱਥੇ ਉਹਨਾਂ ਨੂੰ, ਕਿਉਂਕਿ ਇਹ ਗੱਲ ਪ੍ਰੈਕਟੀਕਲ ਚੋਂ ਹੀ ਦਿਖਾਈ ਜਾ ਸਕਦੀ ਹੈ। ਬ੍ਰਹਮ ਗਿਆਨ ਦੀ ਗੱਲ ਹੀ ਨਹੀਂ ਹੈ, ਸੰਸਾਰ ਨਾਲ ਜੁੜੀ ਹੋਈ ਹੈ। ਜਿਹੜੀ ਗੱਲ ਸੰਸਾਰ ਨਾਲ ਰਿਲੇਟਡ ਹੈ ਉਹ ਸਾਖੀਆਂ ਚੋਂ ਹੀ ਸਮਝਾਈ ਜਾ ਸਕਦੀ ਹੈ। ਸੰਸਾਰ ਦਾ ਰੂਪ ਦੇਖਿਆ, ਉਹਦਾ ਰਿਜ਼ਲਟ ਕੀ ਨਿਕਲਿਆ? ਸੰਸਾਰ ਦਾ ਰੂਪ ਦੇਖ ਕੇ ਭੁੱਲ ਗਿਆ, ਉਹਦਾ ਰਿਜ਼ਲਟ ਕੀ ਨਿਕਲਿਆ? ਉਹ ਤਾਂ ਸੰਸਾਰੀ ਸਾਖੀ ਚੋਂ ਹੀ ਉਹਦਾ ਗਿਆਨ ਹੋ ਸਕਦਾ ਹੈ। ਬ੍ਰਹਮ ਗਿਆਨ ਨਾਲ ਤਾਂ ਉਹਦਾ ਮਤਲਬ ਹੈ ਕੋਈ ਨਹੀਂ ਹੈ। ਉਹ ਸਾਰਾ ਪੱਖ ਤ੍ਰਿਆ ਚਰਿੱਤਰ ਉਹਦਾ ਨਾਂ ਤਾਂ ਰੱਖਿਆ। ਸਾਰੀਆਂ ਗੱਲਾਂ ਦਾ ਜਵਾਬ ਆਪਣੇ ਕੋਲ ਮੌਕੇ ਨੂੰ ਦੇਵਾਂਗੇ। ਇਹਨਾਂ ਕੋਲ ਵਿਚਾਰਿਆਂ ਕੋਲ ਕੀ, ਇਹਨਾਂ ਨੂੰ ਕੀ ਪਤਾ ਧਰਮ ਹੁੰਦਾ ਕੀ ਹੈ। ਇੱਥੇ ਪਈ ਹੈ ਪੰਕਤੀ, ਇੰਨੀ ਵਿਆਖਿਆ ਤਾਂ ਕੀਤੀ ਹੈ। ਪੰਕਤੀ ਪਈ ਹੈ ਨਾ, ਬੋਲਤੀ ਨਾ ਮੈਂ ਪੰਕਤੀ ਰੂਪ ਦੇਖ ਦੇਖ ਨਾਰੀ, ਪੰਡਤ ਪਾੜੀ ਬਾਟ ਆ ਗਿਆ ਨਾ। ਹਾਂਜੀ, ਕਹੋ ਰੇ ਪੰਡਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕੇ ਜਨਮ ਮਤ ਖੋਏ। ਜਿਹੜਾ ਰਾਮ ਗਰਭ ਹੈ, ਆ ਸ੍ਰਿਸ਼ਟੀ ਰਾਮ ਗਰਭ ਹੈ ਸਾਰੀ। ਭਵ ਸਾਗਰ ਸਾਰਾ ਰਾਮ ਗਰਭ ਹੈ। ਸੁਖ ਸਾਗਰ ਰਾਮ ਤਾਂ ਸੁਖ ਸਾਗਰ ਹੈ ਨਾ। ਰਾਮ ਦੇ ਚਰਨ ਦਾ ਸੁਖ ਸਾਗਰ ਹੈ। ਜਦ ਬਾਹਰ ਨਿਕਲ ਗਏ, ਬਾਹਰ ਰਾਮ ਹੈ, ਰਾਮ ਦੇ ਨਾਲ ਜੁੜ ਗਏ ਤਾਂ ਸੁਖ ਸਾਗਰ ਹੈ। ਤਾਂ ਇਹ ਰਾਮ ਦੇ ਅੰਦਰ ਹੀ ਹੈ ਭਵ ਸਾਗਰ। ਬਾਹਮਣ ਉਹਦੇ ਅੰਦਰ ਹੈ, ਰਾਮ ਦਾ ਪੇਟ ਹੈ, ਉਹਦਾ ਗਰਭ ਹੈ ਰਾਮ ਦਾ ਹੈ। ਜਿੰਨਾ ਚਿਰ ਅਸੀਂ ਰਾਮ ਗਰਭ ਦੇ ਵਿੱਚਾਂ, ਭਵ ਸਾਗਰ ਦੇ ਵਿੱਚ, ਇਸ ਰਾਮ ਗਰਭ ਦੇ ਵਿੱਚ ਕੋਈ ਕੁਲ ਜਾਤ ਨਹੀਂ ਹੋ ਸਕਦੀ। ਕੁਲ ਜਾਤ ਵਾਲਾ ਭਰਮ ਪੰਡਤ ਨੇ ਪਾਇਆ ਹੋਇਆ ਹੈ। ਕੁਲ ਜਾਤ ਤੋੜ ਦਿੱਤੀ, ਖਤਮ ਕਰਤੀ ਇੱਕ ਲਾਈਨ 'ਚ, ਚਾਰੇ ਵਰਣ ਨੂੰ ਖਤਮ ਕਰਤੇ। ਇਹ ਕੁਲ ਜਾਤ ਤੇ ਡਿਸਕਸ਼ਨ ਹੈ ਕੀਤੀ ਹੋਈ। ਰਾਮ ਗਰਭ 'ਚ ਅੱਡ ਅੱਡ ਕੁਲਾਂ ਕਿਵੇਂ ਹੋ ਗਈਆਂ, ਕਿਵੇਂ ਮੰਨਦੇ ਹੋ ਤੁਸੀਂ ਚਾਰ ਵਰਣ? ਜਾਂ ਗਰਭ ਇੱਕ 'ਚ ਬੈਠੇ, ਇੱਕੋ ਘਰ 'ਚ ਰਹਿੰਦੇ, ਇੱਕੋ ਕਮਰੇ 'ਚ ਰਹਿੰਦੇ, ਇੱਕੋ ਹੀ ਚੀਜ਼ ਖਾਂਦੇ ਆ, ਇੱਕੋ ਹੀ ਘੜੇ 'ਚੋਂ ਪਾਣੀ ਪੀਂਦੇ ਹੋ, ਇੱਕੋ ਹੀ ਹਵਾ ਸਾਹ ਲੈਂਦੇ ਹੋ। ਫਿਰ ਤੁਸੀਂ ਅੱਡ ਅੱਡ ਕੁਲਾਂ ਕਿਵੇਂ ਬਣਾ ਕੇ ਬਹਿ ਗਏ? ਝੂਠੇ ਕੀਤਾ ਝੂਠਿਆਂ ਨੂੰ, ਕਿਉਂਕਿ ਵੇਦ ਵਿੱਚ ਰਾਮ ਗਰਭ ਦਾ ਪ੍ਰਚਾਰ ਹੀ ਬੰਦ ਹੈ। ਸਿੱਖਾਂ ਨੂੰ ਵੀ ਨਹੀਂ ਪਤਾ ਰਾਮ ਲਿਖਿਆ ਹੋਇਆ ਇੱਕ ਵਾਰ ਹੈ ਨਾ, ਕਬੀਰ ਦਾ ਹੀ ਲਿਖਿਆ ਹੋਇਆ, ਐਸੇ ਗ੍ਰਹਿ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਆ ਹੈ। ਦੂਈ ਵਾਰ ਤਾਂ ਇਹਦੀ ਵਿਆਖਿਆ ਹੀ ਨਹੀਂ ਕਿਸੇ ਨੇ ਕੀਤੀ। ਗੁਰੂ ਸਾਹਿਬ ਨੇ ਕਹਾ ਵੀ ਇੰਨੀ ਬਹੁਤ ਹੈ ਵਿਆਖਿਆ, ਗੱਲ ਕਲੀਅਰ ਹੈ, ਇਹਦੇ 'ਚ ਕੋਈ ਲੁਕੀ ਛਿਪੀ ਤਾਂ ਗੱਲ ਹੈ ਨਹੀਂ। ਹੋਰ ਪੱਖਾਂ ਤੋਂ, ਹੋਰ ਐਂਗਲਾਂ ਤੋਂ ਕੱਟਿਆ। ਫਿਰ ਜਿਹੜਾ ਜਾਤ ਪਾਤ ਨੂੰ ਹੋਰ ਐਂਗਲ ਬਹੁਤ ਨੇ ਕੱਟਣ ਨੂੰ, ਤਾਂ ਐਂਗਲ ਕਿਤੇ ਇੱਕ ਹੈ ਕੱਟਣ ਨੂੰ, ਬਾਕੀ ਐਂਗਲਾਂ ਤੋਂ ਕੱਟਦਾ ਹੈ, ਕੱਟਿਆ ਹੋਇਆ ਥਾ ਹੀ। ਉਹਨੇ ਕਿਹੜਾ ਜਵਾਬ ਦਿੱਤਾ ਪੰਡਤ ਨੇ ਇਹ ਗੱਲ ਦਾ? ਕਿਸੇ ਦਾ ਵੀ ਨਹੀਂ ਜਵਾਬ ਦਿੱਤਾ, ਗੁਰਬਾਣੀ ਦਾ ਤਾਂ ਕਿਸੇ ਗੱਲ ਦਾ ਵੀ ਜਵਾਬ ਨਹੀਂ ਦਿੱਤਾ ਪੰਡਤ ਨੇ। ਹਾਂਜੀ, ਬਾਹਮਣ ਕਹਿ ਕੇ ਜਨਮ ਮਤ ਖੋਏ। ਕੌਣ ਹੈ ਪੰਡਿਆ? ਬਾਹਮਣ ਕਬ ਕੇ ਹੋਏ। ਬਾਹਮਣ ਕਰਦਾ ਹੋ ਗਿਆ। ਪੰਡਤ ਕੌਣ ਹੈ? ਪੰਡਤ ਦਾ ਮੁਲਾਜ਼ਮ, ਨੌਕਰ, ਮਾਇਆ ਦਾ। ਬੰਦੇ ਦਾ ਕਹਿੰਦਾ ਨੌਕਰ ਨਹੀਂ, ਮਾਇਆ ਦਾ ਨੌਕਰ। ਅਸੀਂ ਸਾਰੇ ਸੰਸਾਰ ਮਾਇਆ ਦਾ ਗੁਲਾਮ ਹੈ। ਕਿਸੇ ਬੰਦੇ ਦਾ ਕੋਈ ਗੁਲਾਮ ਨਹੀਂ ਹੈ, ਕਿਸੇ ਸਰਕਾਰ ਦਾ ਕੋਈ ਨੌਕਰ ਨਹੀਂ ਹੈ। ਪੈਸੇ ਦਾ ਨੌਕਰ ਹੈ, ਤਨਖਾਹ ਨੂੰ ਦੇਵੇ ਸਰਕਾਰ, ਦੇਖਾ ਭਲਾ ਜਦੋਂ ਹੜਤਾਲ ਕਰ ਦੇਣਗੇ, ਘੇਰ ਲੈਣਗੇ ਦਫ਼ਤਰਾਂ ਨੂੰ। ਕਿਸੇ ਦਾ ਕੋਈ ਨੌਕਰ ਨਹੀਂ, ਤਨਖਾਹ। ਇਹ ਤਾਂ ਪੈਸੇ ਦੇ ਨੌਕਰ ਨੇ ਸਾਰੇ। ਦਸਮ ਪਾਤਸ਼ਾਹ ਨੇ ਸਾਫ਼ ਕਹਿਆ, ਧਨ 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 ਕੋ ਭਖ, ਧਨ 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 ਕੋ ਭਾਖੀ ਹੈ। ਧਨ ਧਨ ਤਾਂ ਅਸੀਂ ਆ ਪੈਸੇ, ਧਨ ਨੂੰ ਕਹਿੰਦੇ, ਧਨ ਰੁਪਈਏ ਨੂੰ, ਦੌਲਤ ਨੂੰ। ਧਨ ਧਨ ਧਨ, ਧਨ ਦੌਲਤ ਕੋ ਭਾਖੀ ਹੈ, ਇਹਨੂੰ ਧਨ ਧਨ ਕਹੋ। ਖਜ਼ਾਨੇ ਨੂੰ ਜਾ ਕੋ ਜਗਤ ਗੁਲਾਮ,
ਆਦਮੀ ਕਿਹਦਾ ਗੁਲਾਮ ਹੈ ਬਈ? ਮਾਇਆ ਦਾ। ਮਾਇਆ ਦਾ ਗੁਲਾਮ ਹੈ ਸਾਰਾ ਸੰਸਾਰ। ਕੀ ਡੀਸੀ, ਕੀ ਚੀਫ ਮਿਨਿਸਟਰ, ਕੀ ਕੋਈ MP, ਕੀ ਕੋਈ MLA, ਕੀ ਬੜਾ ਕੀ ਛੋਟਾ, ਕੀ ਰਾਸ਼ਟਰਪਤੀ। ਜਾਕੋ ਜਗਤ ਕਲਾਮ ਸਭ ਨਿਰਖਤ ਤਾਕੋ ਫਿਰ। ਸਾਰੇ ਲੱਭਦੇ ਨੇ ਕਿਹਨੂੰ? ਮਾਇਆ ਨੂੰ। ਮਾਇਆ ਨੂੰ। ਸਭ ਉੱਠ ਕਰਤ ਸਲਾਮ, ਮਾਇਆ ਨੂੰ ਸਲਾਮ ਹੈ। ਮਾਇਆ ਤੇਰੇ ਤੀਨ ਨਾਮ ਪਰਸੂ ਪਰਸਾ ਪਰਸਰਾਮ। ਉਹੀ ਆਦਮੀ ਕੰਗਾਲ ਹੋ ਜਾ, ਕੋਈ ਪੁੱਛਦਾ ਵੀ ਨਹੀਂ। ਇਹ ਮਾਇਆ ਨੂੰ ਸਲਾਮਾਂ ਨੇ ਸਾਰੇ। ਹਾਂਜੀ, ਇਹ ਮਾਇਆ ਨੇ ਖਰੀਦ ਲਿਆ ਪੰਡਤ। ਵਿਦਵਾਨ ਖਰੀਦਿਆ ਹੈ ਮਾਇਆ ਦਾ, ਬ੍ਰਹਮ ਗਿਆਨੀ ਨਹੀਂ ਖਰੀਦਿਆ ਜਾ ਸਕਦਾ। ਆਹ ਗੱਲ ਹੈ ਵਿੱਚੋਂ ਨੁਕਤੇ ਦੀ। ਨਾਮ ਕਿਉਂ ਬਦਲਿਆ ਪੰਡਤ? ਖਰੀਦਿਆ ਜੋ ਗਿਆ ਨਾ। ਜਿਹੜੇ ਪੰਡਤ ਬਣ ਗਏ, ਜਿਹੜੇ ਬ੍ਰਾਹਮਣ ਰਹਿ ਗਏ, ਉਹਨਾਂ ਨੂੰ ਕਿਹਾ ਪੰਡਤ ਹੋ ਗਏ, ਬ੍ਰਾਹਮਣ ਨਹੀਂ ਰਹੇ। ਪੰਡਤ ਕੌਣ ਹੈ? ਤਿੰਨਾਂ ਗੁਣਾਂ ਦੀ ਪੰਡ ਚੱਕ ਲਈ। ਫੇਰ ਉਹਨਾਂ ਨੇ ਵਿਸ਼ਨੂੰ ਨਾਲ ਰਲ ਕੇ ਤਿੰਨਾਂ ਗੁਣਾਂ ਦੀ ਪੰਡ ਚੱਕ ਲਈ, ਰਜੋ ਤਮੋ ਸਤੋ। ਇਹਨਾਂ ਬ੍ਰਾਹਮਣ ਦੀ ਤਿੰਨਾਂ ਗੁਣਾਂ ਦੀ ਪੰਡ ਉਤਾਰੀ ਹੋਈ ਹੈ। ਸਿੱਖ ਹੈ ਪੰਡਤ ਉਹੀ ਹੈ ਅਸਲੀ ਪੰਡਤ। ਤਾਂ ਕਹਿੰਦੇ ਫਿਰ ਉਹ ਹੈ ਜੇ ਪਿੱਛੇ ਮੁੜਨੇ ਪੰਡਤ ਨੇ। ਤਿੰਨਾਂ ਗੁਣਾਂ ਦੀ ਜਿਹੜੀ ਪੰਡ ਹੈ ਨਾ, ਪਾਪਾਂ ਦੀ ਉਤਾਰ ਕੇ ਆਵੇ। ਜੇ ਪੰਡਤ ਨੇ ਬ੍ਰਾਹਮਣ ਕਹਣ ਵੀ ਮੈਂ ਤਾਂ ਜੀ ਵਿਦਵਾਨ ਕਰਕੇ ਮੇਰਾ ਨੋ ਬ੍ਰਾਹਮਣ ਵੇਖਿਆ ਹੈ ਨਹੀਂ ਮਾਇਆ ਨਾ, ਫਿਰ ਤਿੰਨਾਂ ਗੁਣਾਂ ਦੀ ਪੰਡ ਤਾਰ। ਰਾਜਗੁਣ ਤਾਂ ਗੁਣ ਸਤਗੁਣ ਕਹੀਏ, ਤੇਰੀ ਸਭ ਮਾਇਆ। ਮਾਇਆ ਤਿੰਨੇ ਗੁਣ ਨੇ ਨਾ। ਕੌਰ ਪੰਡਿਆ ਬਾਹਮਣ ਕੱਬ ਕੇ ਹੋਏ। ਕਹਿੰਦਾ ਤੂੰ ਦੁਬਾਰਾ ਬਾਹਮਣ ਕਿਵੇਂ ਬਣ ਗਿਆ ਬਈ? ਤੂੰ ਤਾਂ ਪੰਡਤ। ਬਾਹਮਣ ਕਹਿ ਕੇ ਜਨਮ ਮਤ ਖੋਏ। ਕਿਉਂ ਬਾਹਮਣ ਆਪਣੇ ਆਪ ਨੂੰ ਮੰਨ ਕੇ ਜਨਮ ਖੋਣਾ? ਬਾਹਮਣ ਤਾਂ ਜੀਵਨ ਮੁਕਤ ਅਵਸਥਾ ਦਾ ਨਾਮ ਹੈ। ਬਾਹਮਣ ਦਾ ਗੁਰਸਿੱਖ ਹੁੰਦਾ। ਮਤੀਦਾਸ ਬਾਹਮਣ ਹੈ, ਪੰਡਤ ਨਹੀਂ ਹੈ। ਸਤੀਦਾਸ ਬਾਹਮਣ ਹੈ, ਪੰਡਤ ਨਹੀਂ ਹੈ। ਕਿਰਪਾਰਾਮ ਬਾਹਮਣ ਹੈ, ਪੰਡਤ ਨਹੀਂ ਹੈ। ਤਾਂ ਮੁਕਤ ਨੇ, ਜੀਵਨ ਮੁਕਤ ਨੇ। ਉਹ ਨਹੀਂ ਮਾਇਆ ਦੇ ਪੁਜਾਰੀ ਹੈਗੇ, ਉਹ ਨਾਮ ਦੇ ਪੁਜਾਰੀ ਨੇ। ਸ਼ਬਦ ਵੀ ਕੀਤਾ ਉਹਨਾਂ ਨੇ। ਪੰਡਤ ਔਰ ਬਾਹਮਣ ਦਾ ਫਰਕ ਹੈ ਗੁਰਬਾਣੀ ਵਿੱਚ। ਇਵੇਂ ਵਿਦਵਾਨ ਦਾ ਸਿੱਖ ਦਾ ਫਰਕ ਹੈ ਗੁਰਬਾਣੀ ਵਿੱਚ। ਸਿੱਖ ਕੀ ਹੈ? ਸਤਿਗੁਰ ਸਿੱਖ ਕੇ ਬੰਧਨ ਕਾਟੇ। ਸਿੱਖ ਹੋਆ ਜੀ ਦੇ ਬੰਧਨ ਕੱਟੇ ਸਤਿਗੁਰ ਨੇ। ਤੇ ਵਿਦਵਾਨ ਦੇ ਤਾਂ ਬੰਧਨ ਕੱਟੇ ਹੁੰਦੇ ਹੀ ਨਹੀਂ, ਕਿਤੇ ਲਿਖੇ ਹੀ ਨਹੀਂ ਹੋਏ। ਸਿੱਖ ਵਿਦਵਾਨ ਨਹੀਂ ਹੋ ਸਕਦਾ, ਵਿਦਵਾਨ ਸਿੱਖ ਨਹੀਂ ਹੋ ਸਕਦਾ। ਜਿਹੜੇ ਆਪਣੇ ਆਪ ਨੂੰ ਸਿੱਖ ਵਿਦਵਾਨ ਮੰਨਦੇ ਨੇ ਉਹ ਮੂਰਖ ਨੇ, ਉਹ ਪੰਡਤ ਨੇ। ਅਸਲ ਦੇ ਵਿੱਚ ਪੰਡਤੇ ਨੇ ਉਹ। ਜਿਵੇਂ ਪੰਡਤ ਆਪਣੇ ਆਪ ਨੂੰ ਬਾਹਮਣ ਕਹੀ ਜਾਂਦੇ ਨੇ ਨਾ, ਆਹ ਕਬੀਰ ਉਹਨਾਂ ਨੂੰ ਇਹ ਕਹਿ ਰਿਹਾ ਕੌਰ ਪੰਡਿਆ ਬਾਹਮਣ ਕੱਬ ਕੇ ਹੋਏ। ਇਹ ਸਿੱਖ ਕਾਤੋਂ ਹੋ ਗਏ ਵਿਦਵਾਨ? ਦੱਸੋ ਕਾਤੋਂ ਸਿੱਖੋ? ਸਿੱਖੀ ਕਿਹਦੇ ਕੋਲੋਂ ਪੜ੍ਹੀ ਹੈ? ਇਹਨਾਂ ਨੇ ਮੈਨੂੰ ਦੱਸਣ ਸਿੱਖੀ ਕਿੱਥੋਂ ਪੜ੍ਹੀ ਹੈ? ਪਹਿਲਾਂ ਤਾਂ ਪੈਂਟਾਂ ਲਾ ਦੇਣ ਸਾਰੀ। ਸਿੱਖੀ ਪੜ੍ਹਨੀ ਹੈ ਤਾਂ ਅੰਮ੍ਰਿਤ ਛਕਣ। ਫਿਰ ਜਿਹਨਾਂ ਦੀ ਸਿੱਖੀ ਪੜ੍ਹੀ ਉਹਨਾਂ ਕੋਲ ਪੜ੍ਹਨ, ਫਿਰ ਪਤਾ ਲੱਗ ਜੂ ਵੀ ਸਿੱਖ ਕਹੇ ਜਾਂਦੇ ਨੇ। ਉਹ ਮਜ਼ਾਕ ਆ ਕੋਈ ਸਿੱਖੀ ਦੀ ਗੱਲ। ਇਹਨਾਂ ਦਾ ਮਜ਼ਾਕ ਬਣਾ ਲਿਆ, ਧਰਮ ਨੂੰ ਮਜ਼ਾਕ ਬਣਾਈ ਬੈਠੇ ਨੇ। ਹਾਂਜੀ, ਬਾਹਮਣ ਕਹਿ ਕੇ ਜਨਮ ਮਤ ਖੋਏ। ਜਨਮ ਮਤ ਖੋਏ ਬਾਹਮਣ ਕਹਿ ਕੇ ਆਪਣੇ ਆਪ ਨੂੰ ਮੰਨ ਕੇ, ਜਾਂ ਬਾਹਮਣ ਮੰਨ ਕੇ। ਬ੍ਰਾਹਮਣ ਬਹੁਤ ਉੱਚੀ ਚੀਜ਼ ਦਾ ਨਾਮ ਹੈ। ਬ੍ਰਾਹਮਣ ਦੀ ਕੋਈ ਨਿੰਦਿਆ ਨਹੀਂ ਕੀਤੀ ਗੁਰਬਾਣੀ 'ਚ। ਇਹ ਤਾਂ ਲੋਕ, ਇਹਨਾਂ ਨੂੰ ਤਾਂ ਮੂਰਖਾਂ ਨੂੰ ਕੀ ਪਤਾ? ਇਹ ਤਾਂ ਮੂਰਖ ਨੇ, ਮਿਸ਼ਨਰੀ ਵਾਲੇ ਹੋਏ, ਦੂਏ ਹੋਏ। ਸਾਡੇ ਵਿਦਵਾਨ ਵੀ ਮੂਰਖ ਨੇ। ਇਹ ਅਸਲ 'ਚ ਇਹਨਾਂ ਦਾ ਤਾਂ ਰੋਟੀ ਦੀ ਲੜਾਈ ਹੈ। ਉਹ ਵੀ ਸਿਆਸਤਦਾਨਾਂ ਦੇ ਚਮਚੇ ਨੇ, ਉਹ ਪੰਡਿਤ ਵੀ ਸਿਆਸਤਦਾਨਾਂ ਦੇ ਚਮਚੇ ਨੇ। ਇਹਨਾਂ ਦੀ ਲੜਾਈ ਹੋਊ। ਸਾਡਾ ਤਾਂ ਭਗਤਾਂ ਦੀ ਤਾਂ ਲੜਾਈ ਹੀ ਨਹੀਂ ਹੈ। ਮਾਇਆ ਖਾਤਰ ਜ਼ਮੀਨ ਜਾਇਦਾਦ ਧਨ ਖਾਤਰ ਲੜਾਈ ਹੀ ਨਹੀਂ ਹੈ।
ਇਹ ਤਾਂ ਚਾਰ ਪਦਾਰਥਾਂ ਦੀ ਲੜਾਈ ਹੈ। ਇਹ ਤਾਂ ਆਪਣੇ ਮਨ ਨਾਲ ਲੜਾਈ ਹੈ, ਆਪਣੇ ਮਨ ਵਾਲੇ ਸੱਥ ਹੈ, ਆਪਣੇ ਹੀ ਮਨ ਜਿੱਤਣਾ, ਕਿਸੇ ਨਾਲ ਕੋਈ ਲੜਾਈ ਨਹੀਂ ਹੈ। ਸਿੱਖ ਦੀ ਲੜਾਈ ਬਾਹਰ ਨਹੀਂ ਹੈ ਕਿਸੇ ਨਾਲ, ਆਪਣੇ ਮਨ ਨਾਲ ਲੜਾਈ ਹੈ ਉਹਦੀ, ਆਪਣਾ ਮਨ ਜਿੱਤਣਾ ਉਹਨੇ। ਜੋ ਤੂੰ ਬ੍ਰਾਹਮਣੀ ਜਾਇਆ ਤਾਂ ਆਉਣ ਬਾਟ ਕਾਹੇ ਨਹੀਂ ਆਇਆ। ਇਹ ਉਹਦੇ ਨਾਲ ਲੜਾਈ ਹੈ ਜਿਹੜਾ ਸਿੱਖੀ ਨੂੰ ਦਿਸ਼ਾਹੀਨ ਕਰਨ ਦਾ। ਅਸੀਂ ਵੀ ਪੜ੍ਹਾਈ ਕਰ ਰਹੇ ਹਾਂ, ਕਿਹੜਾ ਸਿੱਖੀ ਦੀ ਪੜ੍ਹਾਈ ਕਰਾ ਰਹੇ ਨੇ ਸਿੱਖ, ਇਹ ਤਾਂ ਜਿਹੜਾ ਉਲਟ ਪੜ੍ਹਾਈ ਕਰਾ ਰਿਹਾ ਉਹਦੇ ਨਾਲ ਸਾਡਾ ਹੋ ਸਕਦਾ ਮਤਭੇਦ। ਅਸੀਂ ਕਹਿ ਸਕਦੇ ਇਹ ਗਲਤ ਕਹਿੰਦਾ, ਬਸ ਇੱਥੇ ਤੱਕ ਹੀ ਸੀਮਤ, ਉਹ ਵੀ ਮਤਭੇਦ, ਉਹ ਵੀ ਸ਼ਬਦਾਂ ਤੱਕ ਹੀ ਸੀਮਤ ਹੈ। ਗੁਰੂ ਨਾਨਕ ਦਾ ਜਿਵੇਂ ਡਾਇਲੌਗ ਹੈ ਉਹ ਗੋਸ਼ਟੀ ਤੱਕ ਹੀ ਸੀਮਤ ਹੈ, ਉਹ ਵੀ ਇਦੋਂ ਜ਼ਿਆਦਾ ਕੁਝ ਨਹੀਂ। ਅਸੀਂ ਸਾਬਤ ਕਰ ਦਾਂਗੇ ਇਹ ਝੂਠੇ ਨੇ, ਗੁਰਬਾਣੀ ਸਾਬਤ ਕਰਦੀ ਹੈ ਵੀ ਗਲਤ ਕਹਿੰਦੇ ਨੇ। ਬਾਕੀ ਜਿਹੜੀ ਸੰਗਤ ਹੈ ਜਿਹਨੇ ਮਗਰ ਲੱਗਣਾ, ਜਿਹਨੇ ਉਹਨਾਂ ਦੇ ਲੱਗਣਾ, ਲੱਗਦਾ ਰਹੇ, ਸਾਨੂੰ ਕੀ ਠੇਕਾ ਲਿਆ ਹੋਇਆ। ਜੇ ਕਿਸੇ ਨੇ ਡੁੱਬਣਾ ਹੀ ਹੈ ਡੁੱਬਦਾ ਰਹੇ, ਦੱਸਣਾ ਹੀ ਫਰਜ਼ ਹੈ। ਜ਼ਬਰਦਸਤੀ ਕਰਨਾ ਕੋਈ ਫਰਜ਼ ਨਹੀਂ। ਜ਼ਬਰਦਸਤੀ ਅਸੀਂ ਜ਼ਰੂਰ, ਅਸੀਂ ਉਹਨਾਂ ਦੇ ਡੁੱਬਦੇ ਜਹਾਜ਼ ਲੋਕਾਂ ਨੂੰ ਫੜ ਮਤਲਬ ਲਾਈਏ ਕਿਸੇ ਘੜੀਸ ਕੇ, ਸਾਨੂੰ ਕੀ ਲੋੜ ਪਈ ਹੈ। ਇਹ ਤਾਂ ਲਾਈ ਛੱਡੂ ਇਹਦੇ ਨਾਲ, ਤਾਂ ਇਹ ਨਹੀਂ ਹੈ। ਬਚਾਉਣਾ ਕਿਸੇ ਨੂੰ, ਜਿਹਨੇ ਬਚਣਾ ਬਚ ਜਾਵੇ, ਨਹੀਂ ਬਚਣਾ ਨਾ ਬਚੇ। ਉਹਦਾ ਭਲਾ ਵਾਸਤੇ, ਬੁਰੇ ਦਾ ਵੀ ਭਲਾ ਕਰਨਾ, ਦੱਸਣਾ ਹੀ ਦੱਸਣਾ। ਬਿਮਾਰੀ ਦਾ ਇਲਾਜ ਦੱਸਣਾ। ਸਾਰਾ ਲੋਕ ਰੋਗੀ ਹੈ ਨਾ, ਸੰਸਾਰ ਰੋਗੀ ਨਾਮ ਦਾਰੂ, ਰੋਗੀ ਹੈ ਸੰਸਾਰ, ਉਹਨੂੰ ਦੁਆ ਦੱਸ ਦੇਣੀ ਹੈ, ਕੋਈ ਖਾਵੇ ਕੋਈ ਨਾ ਖਾਵੇ। ਨਾ ਕਿਸੇ ਨਾਲ ਝਗੜਾ, ਨਾ ਕਿਸੇ ਨਾਲ ਗੁੱਸਾ, ਨਾ ਕਿਸੇ ਨਾਲ ਲੜਾਈ। ਬਸ ਇਹ ਪਰਉਪਕਾਰ ਹੈ ਕਿ ਡਿਊਟੀ ਹੈ ਦੱਸਣ ਦੀ, ਹੋਰ ਕੁਝ ਨਹੀਂ ਹੈ। ਡਿਊਟੀ ਹੈ ਦੱਸਣ ਦੀ। ਔਰ ਕੋਈ ਅਸੀਂ ਭੇਡਾਂ ਵਾਲਾ ਜ਼ਿਆਦਾ ਕਰਕੇ ਕੋਈ ਦੇਸ਼ ਨਹੀਂ ਬਣਨਾ ਹੈਗਾ ਵੀ ਅਸੀਂ ਕੋਈ ਦੇਸ਼ ਤੇ ਰਾਜ ਕਰਨਾ। ਮੰਨ ਕੇ ਜਿਹਨੇ ਕਰਨਾ ਉਹ ਕਰਦੇ ਰਹਿਣ, ਸਾਡਾ ਟਾਰਗੇਟ ਨਹੀਂ ਹੁੰਦਾ। ਗੁਰੂਆਂ ਦਾ ਭਗਤਾਂ ਦਾ ਕਦੇ ਟਾਰਗੇਟ ਰਿਹਾ ਨਹੀਂ, ਨਾ ਸਿੱਖਾਂ ਦਾ ਟਾਰਗੇਟ। ਅਸਲੀ ਸਿੱਖਾਂ ਦਾ ਟਾਰਗੇਟ ਨਹੀਂ, ਇਹ ਦੂਏ ਸਿੱਖੇ ਨਹੀਂ ਹਨ। ਜਿਨ੍ਹਾਂ ਦਾ ਟਾਰਗੇਟ ਦੂਆ ਉਹ ਸਿੱਖ ਨਹੀਂ ਹਨ, ਉਹ ਕੁਛ ਹੋ ਰਹੇ ਨੇ। ਹਾਂਜੀ, ਜੋ ਤੋ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਪਰ ਤੂੰ ਜੇ ਬ੍ਰਾਹਮਣੀ ਜਾਇਆ ਸੀ ਭਾਈ, ਤੇਰਾ ਜਨਮ ਲੈਣ ਦਾ ਸੰਸਾਰ ਚ ਇਹ ਚ ਰਾਮ ਗਰਭ ਤਾਂ ਆਪਾਂ ਸਾਰੇ ਹੀ ਆ ਨਾ। ਜਦ ਇਹ ਸੰਸਾਰ ਤੋਂ ਪ੍ਰਗਟ ਹੋਏ ਸਰੀਰ ਧਾਰ ਕੇ, ਤੂੰ ਕਿਸੇ ਹੋਰ ਤਰੀਕੇ ਨਾਲ ਪ੍ਰਗਟ ਹੁੰਦਾ। ਫਿਰ ਕਹਿੰਦੇ ਨੇ ਨਾ ਵੀ ਮੂੰਹ ਤੋਂ ਪੈਦਾ ਹੋਏ ਨੇ, ਜਿਹੜੇ ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਏ ਨੇ ਬ੍ਰਾਹਮਣ ਨੇ, ਜਿਹੜੇ ਉਹਦੇ ਡੋਲਿਆਂ 'ਚੋਂ ਪੈਦਾ ਹੋਏ ਨੇ ਛਤਰੀ ਨੇ, ਜਿਹੜੇ ਪੱਟਾਂ 'ਚੋਂ ਪੈਦਾ ਨੇ ਵੈਸ਼ ਨੇ, ਜਿਹੜੇ ਪੈਰਾਂ 'ਚੋਂ ਪੈਦਾ ਨੇ ਸ਼ੂਦਰ ਨੇ ਬਣਾ ਲਿਆ। ਫਿਰ ਤੂੰ ਮੂੰਹ 'ਚੋਂ ਹੀ ਪੈਦਾ ਹੁੰਦਾ, ਸਰੀਰ ਵੀ ਮੂੰਹ 'ਚੋਂ ਹੀ ਪੈਦਾ ਹੁੰਦਾ ਤੇਰਾ। ਕੀ ਜਵਾਬ ਦੇਵੇ ਹੁਣ? ਉੱਥੇ ਬਕਵਾਸ ਤਾਂ ਕਰ ਬੈਠੇ, ਸਿਮਰਤੀ ਦੇ ਵਿੱਚ ਝੂਠ ਦਾ ਬੋਲ ਬੈਠੇ, ਹੁਣ ਭਗਤਾਂ ਨੂੰ ਕੀ ਜਵਾਬ ਦੇਣ? ਸੰਸਾਰ 'ਚ ਜੋ ਜਨਮ ਹੋ ਰਿਹਾ ਹੈ, ਜਿਵੇਂ ਬ੍ਰਾਹਮਣ ਦਾ ਬੱਚਾ ਪੈਦਾ ਹੋ ਰਿਹਾ ਹੋਵੇ, ਸ਼ੂਦਰ ਦਾ ਬੱਚਾ ਪੈਦਾ ਹੋ ਰਿਹਾ। ਜਿਸ ਤਰੀਕੇ ਨਾਲ ਸ਼ੂਦਰ ਦਾ ਬੱਚਾ ਪੈਦਾ ਹੋ ਰਿਹਾ, ਉਸੇ ਤਰੀਕੇ ਨਾਲ ਬ੍ਰਾਹਮਣ ਦਾ ਬੱਚਾ ਪੈਦਾ ਹੋਇਆ। ਉਹ ਕਹਿੰਦਾ ਵੀ ਤੁਹਾਡੇ ਬੱਚੇ ਫਿਰ ਹੋਰ ਕਿਸੇ ਤਰੀਕੇ ਨਾਲ ਪੈਦਾ ਹੋਣੇ ਚਾਹੀਦੇ ਨੇ। ਤੋ ਆਣ ਬਾਟ ਕਾਹੇ ਨਹੀਂ ਆਇਆ। ਤੁਸੀਂ ਤਾਂ ਸ੍ਰੇਸ਼ਟ ਬਣੇ ਜਾ ਸਕਦੇ ਹੋ। ਇਹਦਾ ਜਵਾਬ ਹੈ ਨਹੀਂ। ਇਹਦਾ ਜਵਾਬ ਕੀ? ਨੀਵੀਂ ਪਾ ਲੈਂਦੇ ਨੇ ਸੁਣ ਕੇ, ਨੀਵੀਂ ਪਾ ਲੈਂਦੇ ਨੇ ਸੁਣ। ਅੱਜ ਤਾਈਂ ਕੋਈ ਜਵਾਬ ਨਹੀਂ ਹੁਣ ਦੇ ਦੇਣ, ਜੇ ਜ਼ਿਆਦਾ ਇਹ ਸਿਆਣੇ ਪੈ ਨੇ। ਹੁਣ ਸਾਇੰਸ ਦਾ ਯੁੱਗ ਹੈ, ਹੁਣ ਜਵਾਬ ਦੇ ਦੇਣ। ਆਨ ਬਾਟ ਕਾਹੇ ਨਹੀਂ ਆਇਆ। ਹਾਂਜੀ, ਤੁਮ ਕਤ ਬ੍ਰਾਹਮਣ ਹਮ ਕਤ ਸੂਦ। ਕਿਹੜੀ ਐਸੀ ਫਿਰ ਕਿਹੜੀ ਗੱਲ ਹੋਈ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਬ੍ਰਾਹਮਣ ਡਿਕਲੇਅਰ ਕਰ ਲਿਆ, ਸਾਨੂੰ ਸ਼ੂਦਰ ਮੰਨ ਲਿਆ? ਫਿਰ ਉਹ ਕੀ ਵਜ੍ਹਾ ਸੀ ਜਿਹਦੇ ਨਾਲ ਤੁਸੀਂ ਬ੍ਰਾਹਮਣ ਬਣ ਗਏ, ਸਾਨੂੰ ਸ਼ੂਦਰ ਬਣਾਤਾ? ਹਮ ਕਤ ਲੋਹੂ ਤੁਮ ਕਤ ਦੂਧ। ਜੇ ਸਾਡੇ 'ਚ ਖੂਨ ਹੈ, ਖੂਨ ਨੂੰ ਤੁਸੀਂ ਅਪਵਿੱਤਰ ਮੰਨਦੇ ਹੋ। ਖੂਨ ਬਿਨਾਂ ਸਰੀਰ ਨਹੀਂ ਹੈ ਕੋਈ।
ਜੇ ਕੱਪੜੇ ਨੂੰ ਖੂਨ ਲੱਗੇ ਜਾਏ ਆਪਣੇ ਹੀ ਹੋਵੇ ਜਦੇ ਲਾ ਦਿੰਦੇ ਉਹਨੂੰ, ਸਰੀਰ ਚੋਂ ਖੂਨ ਕੱਢਦੇ ਹੋ ਸਾਰਾ ਹੀ। ਫਿਰ ਦੇਖ ਲੈ ਜਿਉਂਦਾ ਰਹਿੰਦਾ ਕਿ ਨਹੀਂ। ਸਰੀਰ 'ਚ ਖੂਨ ਘੱਟ ਜਾਂਦਾ, ਖੂਨ ਹੋਰ ਪਾਉਣਾ ਪੈਂਦਾ। ਫਿਰ ਉਹ ਪਵਿੱਤਰ ਚੀਜ਼ ਕਿਉਂ ਪਾਉਂਦੇ ਹੋ? ਸਭ ਫਰਾਡ ਦਾ ਧਰਮ ਸੀ, ਨੰਗਾ ਕਰਦਾ ਫਰਾਡ। ਧਰਮ ਦੇ ਨਾਂ ਤੇ ਫਰਾਡ ਹੈ ਸਾਰਾ ਇਹ। ਧਰਮ ਦੇ ਨਾਂ ਤੇ ਫਰਾਡ ਕਰਨ ਵਾਲੇ ਦਾ ਨਾਂ ਹਿੰਦੂ ਹੈ ਉਹਨਾਂ ਦੀ ਡਿਕਸ਼ਨਰੀ 'ਚ। ਜਿਹੜਾ ਧਰਮ ਦੇ ਨਾਂ ਤੇ ਫਰਾਡੀ ਹੈ ਨਾ, ਫਰਾਡ ਕਰਦਾ ਆਦਮੀ, ਉਹ ਹਿੰਦੂ ਹੈ, ਅਪਰਾਧੀ ਹੈ। ਉਹ ਅਪਰਾਧੀ ਹੈ। ਅਸਲ ਦੇ ਨਾਂ ਵਿੱਚ ਜੇ ਧਰਮ ਤੇ ਫਰਾਡ ਜਿਹੜੇ ਲੋਕ ਕਰਦੇ ਨੇ ਵਰਲਡ ਵਿੱਚ, ਜੇ ਸਰਕਾਰਾਂ ਇਹਨੂੰ ਫਰਾਡ ਡਿਕਲੇਅਰ ਕਰ ਦੇਣ, ਸਾਰਾ ਹੀ ਧਰਮ ਸ਼ੁੱਧ ਹੋ ਜਾਵੇ, ਹੋ ਜਾਵੇ। ਅਮਨ ਤਾਂ ਲੋਕ ਨਹੀਂ ਹੋਣ ਦਿੰਦੇ, ਇਹੀ ਨਹੀਂ ਹੋਣ ਦਿੰਦੇ। ਉਹ ਤਾਂ ਨਹੀਂ ਕਰਦੇ ਡਿਕਲੇਅਰ, ਜਿਹੜੇ ਸਿਆਸਤਦਾਨ ਰਾਜ ਕਰਨ ਵਾਲੇ ਨੇ ਉਹ ਵੀ ਇਹਨਾਂ ਦੇ ਪਤੰਦਰ ਇਹੋ ਜਿਹੇ ਨੇ। ਜਦੋਂ ਕੋਈ ਚੱਕਰਵਰਤੀ ਰਾਜਾ ਹੁੰਦਾ ਨਾ, ਜਿਹੜੇ 10 ਅਵਤਾਰ ਹੋਏ ਨੇ, ਉਹ ਸਾਰੇ ਧਰਮ ਵਾਲਿਆਂ ਨੂੰ ਬੁਲਾ ਕੇ ਕਹਿੰਦਾ ਜਾਂ ਤਾਂ ਜਸਟੀਫਾਈ ਕਰੋ ਤੁਹਾਡਾ ਧਰਮ ਠੀਕ ਹੈ, ਨਹੀਂ ਜਿਹੜਾ ਸੱਚ ਧਰਮ ਉੱਤੇ ਚੱਲੋ, ਨਹੀਂ ਆ ਤਲਵਾਰ ਲਟਕਦੀ ਹੈ। ਹਾਂ ਪੈਸਾ ਚਾਹੀਦਾ, ਖਜ਼ਾਨਾ ਖੁੱਲ੍ਹਾ, ਜਿੰਨਾ ਮਰਜ਼ੀ ਲੈ ਜਾਓ। ਪੈਸੇ ਖਾਤਰ ਉਲਟਾ ਪ੍ਰਚਾਰ ਨਹੀਂ ਕਰਨ ਦੇਣਾ। ਪੈਸਾ ਜਿੰਨਾ ਮਰਜ਼ੀ ਲੈ ਜਾਓ, ਪ੍ਰਚਾਰ ਕਰੋ ਠੀਕ, ਜਿਹੜਾ ਸੱਚ ਦਾ ਹੋਵੇ। ਜੇ ਝੂਠ ਦਾ ਕਰੋਗੇ ਤਾਂ ਤਲਵਾਰ ਪਹਿਲਾਂ ਤੁਹਾਡੇ ਤੇ ਚੱਲੂ, ਬਾਕੀਆਂ ਦੇ ਬਾਅਦ ਚੱਲੂਗੀ। ਜ਼ਬਰਦਸਤੀ ਕੀਤਾ ਸਾਰਿਆਂ ਨੇ। ਉਹ 10 ਗ੍ਰੰਥ ਦੇ ਵਿੱਚ ਜਿਹੜੇ ਅਵਤਾਰ ਨੇ ਉਹਨਾਂ 'ਚ ਇਹ ਗੱਲ ਦੱਸੀ ਹੋਈ ਹੈ। ਇਹਨਾਂ ਨੂੰ ਕੀ ਪਤਾ ਮੂਰਖਾਂ ਨੂੰ 10 ਗ੍ਰੰਥ ਕੀ ਹੈ? ਧਰਮ ਦਾ ਹੀ ਗਿਆਨ ਹੈ ਨਹੀਂ ਇਹਨਾਂ ਨੂੰ, ਧਰਮ ਕਿਵੇਂ ਚਲਾਈਦਾ। ਉਹਨਾਂ ਨੇ ਬਾਈ ਫੋਰਸ ਫਿਰ ਸੱਚ ਧਰਮ ਚਲਾਇਆ। ਉਹਨੂੰ ਸੱਚ ਉਹ ਕਹਿੰਦੇ ਨੇ। ਪੂਰੀ ਸ਼ਕਤੀ, ਪੈਸੇ ਦੀ ਸ਼ਕਤੀ, ਫੌਜ ਦੀ ਸ਼ਕਤੀ, ਖੁਦ ਜਿਹੜਾ ਰਾਜਾ ਹੁੰਦਾ ਬ੍ਰਹਮ ਗਿਆਨੀ ਹੁੰਦਾ, ਉਹਦੇ ਕੋਲ 2 ਸ਼ਕਤੀਆਂ ਹੋਰ ਆ ਜਾਂਦੀਆਂ ਨੇ। ਸੰਸਾਰੀ ਸ਼ਕਤੀ ਆ ਜਾਂਦੀ ਹੈ, ਪੈਸੇ। ਸੰਸਾਰੀ ਸ਼ਕਤੀ ਕੀ ਹੈ? ਪੈਸਾ, ਬਾਹੂਬਲ। ਬੁੱਧ ਬਲ ਉਹਦੇ ਕੋਲ ਹੁੰਦਾ, ਉਹਨੂੰ ਅਵਤਾਰ ਕਹਿੰਦੇ ਨੇ। ਬੁੱਧ ਬਲ ਉਹਦੇ ਕੋਲ ਹੁੰਦਾ, ਕੁਦਰਤ ਦਾ ਦਿੱਤਾ ਹੋਇਆ। ਇਹ 2 ਵੀ ਕੁਦਰਤ ਪੈਦਾ ਕਰਦੀ ਹੈ, ਕੁਦਰਤ ਹਵਾ ਚਲਾਉਂਦੀ ਹੈ ਜੀ। ਇਹ 2 ਸ਼ਕਤੀਆਂ ਇਕੱਠੀਆਂ ਹੋ ਜਾਂਦੀਆਂ ਨੇ। ਮਾਇਆ ਵੀ ਐਸੀ ਹਵਾ ਚੱਲਦੀ ਹੈ, ਮਾਇਆ ਵੀ, ਪਬਲਿਕ ਵੀ ਉਹਦੇ ਨਾਲ ਹੋ ਜਾਂਦੀ ਹੈ। ਹਵਾ ਹੀ ਚੱਲ ਪੈਂਦੀ ਹੈ, ਪਬਲਿਕ ਬਦਲ ਜਾਂਦੀ ਹੈ। ਪਬਲਿਕ ਇਹਨਾਂ ਤੋਂ ਦੁਖੀ ਹੋ ਕੇ ਬਦਲਦੀ ਹੈ, ਸਿਆਸਤਦਾਨਾਂ ਤੋਂ ਵੀ, ਧਾਰਮਿਕ ਆਦਮੀਆਂ ਤੋਂ ਵੀ। ਜਿਵੇਂ ਹੁਣ ਦੁਖੀ ਹੋਈ ਹੈ ਪਬਲਿਕ, ਹੋ ਸਕਦਾ ਹੈ ਕਿ ਪਬਲਿਕ ਭੜਕ ਕੇ ਇਹਨਾਂ ਦੇ ਖਿਲਾਫ ਹੋ ਜਾਵੇ। ਪਬਲਿਕ ਨੂੰ ਅਮਨ ਔਰ ਸ਼ਾਂਤੀ ਜੋ ਪਬਲਿਕ ਚਾਹੁੰਦੀ ਉਹ ਜਦ ਮਿਲ ਸਕਦਾ ਹੈ, ਜਦ ਰਾਜ ਹੱਕ ਇਨਸਾਫ ਦਾ ਹੋਵੇ। ਹੱਕ ਇਨਸਾਫ ਦਾ ਰਾਜ ਇਸ ਤਰੀਕੇ ਬਿਨਾਂ ਨਾ ਕਦੇ ਹੋਇਆ ਨਾ ਹੋਊਗਾ, ਕਦੇ ਵੀ ਨਹੀਂ ਹੋ ਸਕਦਾ। ਕੋਈ ਤਰੀਕਾ ਹੀ ਨਹੀਂ ਹੋਰ ਕੋਈ। ਉਹ ਜਿਹੜੇ 10 ਅਵਤਾਰ ਲਿਖੇ ਨੇ 10 ਗ੍ਰੰਥ ਵਿੱਚ, 24 ਚੋਂ 10 ਅਵਤਾਰਾਂ ਵਰਗਾ ਇੱਕ ਅਵਤਾਰ ਹੋਊਗਾ। ਪਬਲਿਕ ਉਹਦਾ ਸਾਥ ਦੇਊਗੀ, ਕਿਉਂਕਿ ਫਾਇਦਾ ਪਬਲਿਕ ਨੂੰ। ਉਹਨੂੰ ਕੀ ਫਾਇਦਾ? ਉਹਨੂੰ ਨਹੀਂ ਕੋਈ ਫਰਕ ਪੈਂਦਾ ਹੈ। ਉਹ ਤਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਵਾਲੀ ਗੱਲ ਹੈ। ਪਬਲਿਕ ਨੂੰ ਅਮਨ, ਪਬਲਿਕ ਨੂੰ ਸੁੱਖ ਤਾਂ ਹੋਊਗਾ, ਵਰਨਾ ਹੋ ਹੀ ਨਹੀਂ ਸਕਦਾ। ਸਵਾਲ ਹੀ ਨਹੀਂ ਪੈਦਾ ਹੁੰਦਾ ਹੋ ਜਾਵੇ। ਬਾਕੀ ਤਾਂ ਸਾਰੇ ਆਦਮੀ ਨੇ, ਸਾਰਿਆਂ ਦੀਆਂ ਕਮਜ਼ੋਰੀਆਂ ਨੇ। ਜਿਹੜਾ ਵੀ ਜਿੱਥੇ ਬਹਿ ਜਾਂਦਾ ਉਹ ਆਪਣੀ ਮਰਜ਼ੀ ਕਰਦਾ। ਇੱਕ ਵਾਰ ਕੁਰਸੀ ਹੱਥ ਜਾ ਗਈ, ਬਾਈ ਹੁਕਰ ਰੁਕੋ, ਛੱਡਣੀ ਉਹ ਨਹੀਂ ਚਾਹੁੰਦਾ, ਦੂਏ ਨੂੰ ਕਬਜ਼ਾ ਦੇਣਾ ਨਹੀਂ ਚਾਹੁੰਦਾ, ਦੂਏ ਕਬਜ਼ਾ ਲੈਣਾ ਚਾਹੁੰਦੇ ਨੇ। ਬਸ ਇਹੀ ਲੜਾਈ ਹੈ। ਇਸੇ ਨਾਲ ਸਾਰਾ, ਇਸੇ ਦੇ ਵਿੱਚ ਸਭ ਕੁਝ ਛੁਪਿਆ ਹੋਇਆ। ਕਿਤੇ ਫੌਜ ਕਰ ਦਿੰਦੀ ਹੈ ਬਗਾਵਤ, ਕਿਤੇ ਕੁਛ ਹੋ ਜਾਂਦਾ, ਕਿਤੇ ਕੁਛ ਹੋ ਜਾਂਦਾ, ਕਿਤੇ ਮਾਓਵਾਦੀਆਂ ਵਾਂਗੂ ਕਰ ਲਾਂਗੇ। ਦੇਖੋ ਨਾ ਸਭ ਕੁਝ ਇੱਕ ਅਸ਼ਾਂਤੀ ਪੈਦਾ ਕਰਦਾ। ਦੂਆ ਧੜਾ ਅਸ਼ਾਂਤੀ ਪੈਦਾ ਕਰੂ ਤਾਂ ਰਾਜ ਪਲਟਾ ਆਊਗਾ। ਅਸ਼ਾਂਤੀ ਵਿੱਚ ਲੋਕ ਮਾਰੇ ਜਾਂਦੇ ਨੇ, ਗਰੀਬ ਨਿਰਦੋਸ਼ਵਾਨ ਹੁੰਦੇ ਨੇ।
ਇਹ ਸਾਰੇ ਨਿਰਦੋਸ਼ਾਂ ਨੂੰ ਮਾਰ-ਮਾਰ ਰਾਜੇ ਬਦਲਦੇ ਨੇ, ਦੋਸ਼ੀ ਆਪ ਨੇ। ਦੋਸ਼ੀ ਲੋਕ ਰਾਜ ਹਥਿਆਉਣ ਵਾਸਤੇ ਨਿਰਦੋਸ਼ਾਂ ਦਾ ਕਤਲ ਕਰ ਰਹੇ ਨੇ, ਚਾਹੇ ਉਹ ਸਰਕਾਰ 'ਚ ਬੈਠੇ ਨੇ, ਚਾਹੇ ਉਹ ਸਰਕਾਰ ਦੇ ਵਿਰੋਧੀ ਨੇ, ਇੱਕੋ ਜਿਹੇ ਨੇ ਸਾਰੇ। ਜਿਨ੍ਹਾਂ 'ਚ ਸਾਰਿਆਂ ਨੂੰ ਇੱਕੋ ਜਿਹੇ ਨਹੀਂ ਮੰਨਣਗੇ। ਸਰਕਾਰੀ ਅੱਤਵਾਦ ਵੀ ਹੋ ਜਾਈਏ, ਦੂਆ ਅੱਤਵਾਦ ਵੀ ਹੋ ਜਾਈਏ। ਸਰਕਾਰੀ ਜਦ ਅੱਤਵਾਦ ਜਾਂ ਸਰਕਾਰ ਅੱਤਵਾਦੀ ਹੋ ਜਾਂਦੀ ਹੈ ਤਾਂ ਉਹਦੇ ਰਿਐਕਸ਼ਨ 'ਚ ਦੂਸਰਾ ਅੱਤਵਾਦ ਪੈਦਾ ਹੁੰਦਾ ਹੈ। ਜੇ ਸਰਕਾਰ ਚੰਗੀ ਹੋਵੇ, ਇਨਸਾਫ ਹੱਕ ਦੀ ਹੋਵੇ, ਅੱਤਵਾਦ ਪੈਦਾ ਨਹੀਂ ਹੁੰਦਾ। ਸਭ ਨੂੰ ਇਨਸਾਫ ਮਿਲਦਾ ਹੋਵੇ, ਫਾਇਦਾ ਨਹੀਂ ਹੋ ਸਕਦਾ। ਐਕਸ਼ਨ ਦਾ ਹੀ ਰਿਐਕਸ਼ਨ ਹੁੰਦਾ। ਹਾਂਜੀ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ, ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ। ਕਬੀਰ ਕਹਿੰਦਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਨਾ, ਉਹ ਬ੍ਰਾਹਮਣ ਮੰਨਿਆ ਜਾ ਸਕਦਾ ਹੈ। ਉਹਨੂੰ ਅਸੀਂ ਬ੍ਰਾਹਮਣ ਮੰਨਦੇ ਹਾਂ। ਹਮਾਰੇ ਦਰਗਾਹ 'ਚ ਉਹਨੂੰ ਬ੍ਰਾਹਮਣ ਮੰਨਿਆ ਹੋਇਆ। ਹਮਾਰੇ ਦਾ ਮਤਲਬ ਸੱਚਖੰਡ 'ਚ ਉਹਨੂੰ, ਹਮਾਰਾ ਘਰ ਤਾਂ ਉਹੀ ਹੈ ਨਾ, ਸਾਡਾ ਦੇਸ਼ ਨਹੀਂ, ਇਹ ਘਰ ਨਹੀਂ ਹੈਗਾ ਸਾਡਾ, ਭਗਤਾਂ ਦਾ ਘਰ ਨਹੀਂ ਹੈਗਾ। ਤਾਂ ਹੀ ਤਾਂ ਜੀ ਨਹੀਂ ਲੱਗਦਾ ਉਹਨਾਂ ਦਾ। ਇਹਦਾ ਪਿਓਕੜੇ ਨੇ, ਪਿਓਕੇ ਨਹੀਂ ਘਰ ਹੁੰਦਾ, ਸਹੁਰੇ ਘਰ ਹੁੰਦਾ ਅਸਲੀ। ਸਮਝਿਆ ਜੀ? ਅਸਲੀ ਘਰ ਉਹ ਹੈ, ਇਹ ਨਹੀਂ ਹੈ। ਛੱਡ ਦੇਣਾ ਇਹ ਤਾਂ। ਇਸ ਕਰਕੇ ਉੱਥੇ ਸੱਚਖੰਡ ਦੇ ਵਿੱਚ, ਸੱਚਖੰਡ ਜੋ ਬੋਲੀ ਹੈ ਬਾਣੀ, ਇਹ ਉਹਨਾਂ ਨੇ ਬੁਲਾਈ ਹੈ ਨਾ। ਸੱਚਖੰਡ 'ਚ ਬ੍ਰਾਹਮਣ ਉਹ ਮੰਨਿਆ ਜਾਊਗਾ, ਮੰਨਿਆ ਹੋਇਆ, ਉਹਨੂੰ ਮੰਨਿਆ ਜਾਂਦਾ ਜਿਹੜਾ ਬ੍ਰਹਮ ਵਿਚਾਰ ਕਰੇ। ਸੱਚਖੰਡ ਦੇ ਸਿੱਖ ਉਹ ਪ੍ਰਵਾਨ ਹੈ ਜਿਹਦੇ ਸਤਿਗੁਰ ਬੰਧਨ ਕੱਟੇ, ਕੱਟ ਦਿੱਤੇ ਨੇ, ਬਲਕਿ ਜਿਹਦੇ ਬੰਧਨ ਸਤਿਗੁਰ ਕਾਟੇ, ਸਤਿਗੁਰ ਨੇ ਕੱਟ ਦਿੱਤੇ ਹਨ। ਸਤਿਗੁਰ ਦੁਆਰਾ ਕੱਟੇ ਜਾ ਚੁੱਕੇ ਹਨ ਜਿਹਦੇ ਬੰਧਨ, ਉਹ ਸਿੱਖ ਹੈ। ਸਤਿਗੁਰ ਸਿੱਖ ਕੇ ਬੰਧਨ ਕਾਟੇ, ਸਤਿਗੁਰ ਨੇ ਸਿੱਖ ਦੇ ਬੰਧਨ ਕੱਟ ਦਿੱਤੇ। ਗੁਰ ਕਾ ਸਿੱਖ ਬਕਾਰ ਤੇ ਹਟੇ। ਹੁਣ ਗੁਰ ਕਾ ਸਿੱਖ ਬਕਾਰਾਂ ਵੱਲ ਜਾਂਦਾ ਹੀ ਨਹੀਂ, ਹਟ ਗਿਆ। ਇਹ ਡੈਫੀਨੇਸ਼ਨ ਹੈ ਸਿੱਖ ਦੀ। ਇਦੋਂ ਘੱਟ ਸਿੱਖ ਦਰਗਾਹ 'ਚ ਪ੍ਰਵਾਨ ਨਹੀਂ ਹੈ, ਗੁਰਬਾਣੀ ਨੂੰ ਪ੍ਰਵਾਨ ਨਹੀਂ ਹੈ। ਇਦੋਂ ਘੱਟ ਨਹੀਂ ਸਿੱਖ। ਬੰਧਨ ਕੱਟੇ ਗਏ ਜਾਂ ਕਟਵਾ ਰਿਹਾ ਹੈ, ਇਹ ਤਾਂ ਹੈ। ਕਟਵਾ ਰਿਹਾ ਹੈ, ਕੱਟ ਰਿਹਾ ਹੈ। ਪੂਰਾ ਸਰੰਜਾਮ ਲੱਗ ਪਬਜਲ ਤਰਨ ਕੇ ਪੂਰੇ ਬੰਧਨ ਕੱਟਣ 'ਚ ਸਾਰਾ ਜ਼ੋਰ ਉਹਦਾ ਲੱਗਿਆ ਹੈ, ਉਹ ਵੀ ਸਿੱਖ ਹੈ। ਸਿੱਖਿਆ ਲੈ ਰਿਹਾ ਹੈ, ਗੁਰਮਤਿ ਨਾਲ ਜੁੜ ਰਿਹਾ ਹੈ, ਨਾਮ ਨੂੰ ਪਾਣਾ ਮਿੱਠਾ ਲੱਗਦਾ ਹੈ, ਇਹ ਉਹ ਸਿੱਖ। ਜੇ ਮਿੱਠਾ ਵੀ ਨਹੀਂ ਲੱਗਦਾ ਪਾਣਾ, ਗੁਰਬਾਣੀ ਮਿੱਠੀ ਵੀ ਨਹੀਂ ਲੱਗਦੀ, ਮੰਨਣ ਦੀ ਇੱਛਾ ਹੀ ਨਹੀਂ ਹੈ, ਫਿਰ ਉਹ ਸਿੱਖ ਨਹੀਂ। ਫਿਰ ਉਹ ਸਿੱਖ ਨਹੀਂ ਹੈ, ਬਿਲਕੁਲ ਵੀ ਸਿੱਖ ਨਹੀਂ ਹੈ। ਤੇ ਇਹ ਜਿਹੇ ਸਿੱਖ ਬਹੁਤ ਥੋੜੇ ਹੀ ਨੇ, ਜ਼ਿਆਦਾ ਨਹੀਂ ਹੁੰਦੇ। ਬਾਕੀ ਸਿੱਖੀ ਦਾ ਭਰਮ ਪਾਲੀ ਬੈਠੇ ਨੇ। ਜਿਹੜੇ ਭਰਮ ਪਾਲੀ ਬੈਠੇ ਨੇ ਉਹਨਾਂ ਦੀ ਵਜ੍ਹਾ ਨਾਲੇ ਗੁਰੂ ਬਦਨਾਮ ਨੇ, ਸਿੱਖੀ ਬਦਨਾਮ। ਬਦਨਾਮੀ ਵੀ ਉਹਨਾਂ ਦੀ ਵਜ੍ਹਾ ਨਾਲ ਹੀ ਹੈ। ਸਿੱਖੀ ਨੂੰ ਬਦਨਾਮ ਉਹਨਾਂ ਲੋਕਾਂ ਨੇ ਕੀਤਾ। ਗੁਰੂਆਂ ਨੇ ਨਹੀਂ ਬਹੁਤੇ ਸਿੱਖ ਬਣਾਏ। ਹੁਣ ਉਹਨਾਂ ਨੇ ਨਹੀਂ ਬਹੁਤੇ ਸਿੱਖ ਬਣਾਏ। ਉਹਨਾਂ ਨੇ ਦੇਖੋ ਨਾ, ਕਿ ਜਹਾਜ਼ ਹੈ, ਨਾਮ ਦਾ ਜਹਾਜ਼ ਹੈ, ਜਹਾਜ਼ 'ਚ ਪੱਥਰ ਲੱਦੀ ਦੇ ਨੇ। ਇਹ ਤਾਂ ਪੱਥਰ ਨੇ, ਪਸ਼ੂ ਨੇ, ਪ੍ਰੇਤ ਨੇ, ਮੁਗਧ ਨੇ, ਇਹ ਨਹੀਂ ਲੱਦੀ ਦੇ ਜਹਾਜ਼ 'ਚ। ਜਹਾਜ਼ ਉਹ ਲੱਦੀ ਦਾ ਜਿਹਨੇ ਪਾਰ ਜਾਣਾ ਹੋਵੇ ਭਵ ਸਾਗਰ ਤੇ। ਜਿਹਨੇ ਪਾਰ ਨਹੀਂ ਜਾਣਾ ਉਹਦੇ ਜਹਾਜ਼ 'ਚ ਲੱਦ ਕੇ ਕੀ ਕਰਨਾ? ਉਹ ਤਾਂ ਕਹਿੰਦੇ ਨਾਲ ਜੀ ਨਾ ਮੋੜ ਦੋ ਅੱਧ 'ਚੋਂ, ਮੈਂ ਤਾਂ ਵਾਪਸ ਮੈਂ ਤਾਂ ਜਾਣਾ ਨਹੀਂ ਕਹਾਂ। ਨਾ ਉਹ ਜਹਾਜ਼ 'ਚ ਚੜ੍ਹੇ, ਨਾ ਉਹਨੂੰ ਕੋਈ ਚੜਾਵੇ। ਇੱਥੇ ਪਾਰ ਜਾਣ ਵਾਲਾ ਕਿਹੜਾ ਚੜ੍ਹਦਾ? ਕੋਈ ਕਹਿੰਦਾ ਵੀ ਪਾਰ ਜਾਣਾ ਕਿ ਨਹੀਂ ਜਾਣਾ? ਉਹ ਚੜਾਉਣ ਵਾਲੇ ਇੱਥੇ ਜੀ ਲੱਗਿਆ ਹੋਇਆ। ਇਹ ਤਾਂ ਇੱਕੋ ਜਿਹੇ ਨੇ। ਅੰਮ੍ਰਿਤ ਛਕਾਉਣ ਵਾਲੇ ਵੀ ਹੋ ਜਾਣੇ, ਛਕਣ ਵਾਲੇ ਵੀ ਹੋ ਜਾਈਏ। ਇਹ ਸਾਰੇ ਇੱਕੋ ਜਿਹੇ ਨੇ। ਨਾ ਛਕਾਉਣ ਵਾਲਿਆਂ 'ਚ ਕੋਈ ਸਿੱਖ ਹੈ, ਨਾ ਛਕਣ ਵਾਲਿਆਂ 'ਚ ਕੋਈ ਸਿੱਖ ਹੈ। ਸੱਚ ਇਹ ਹੈ। ਅੱਗੇ ਸ਼ਰਤਾਂ ਦੀਆਂ ਅੰਮ੍ਰਿਤ ਛਕਾਉਣ ਦੀਆਂ, ਐਵੇਂ ਹੀ ਛਕਾ ਦਿੰਦੇ ਸੀ। ਉਹਨਾਂ ਨੇ ਅਗਲਾ ਕਹਿੰਦਾ ਪਹਿਲਾਂ ਦੇ ਸਿਰ ਦੇ ਅੰਮ੍ਰਿਤ ਦਾ ਮੈਂ ਦੇ ਦਿੱਤਾ ਸੀ, ਜਾਣੀ ਮਜ਼ਾਕ ਹੈ। ਹੁਣ ਕਹਿੰਦੇ ਨੇ ਵੀ 500 ਰੁਪਈਆ ਲੈ ਲੈ, ਅੰਮ੍ਰਿਤ ਛਕ ਲੈ। ਕੋਈ ਸਾਰੀ ਉਮਰ ਖਾਤੇ ਵੋਟਾਂ ਤਾਂ ਸਾਨੂੰ ਦੇਗਾ ਹੀ। 500 ਰੁਪਈਆ ਦੇ ਇੱਕ ਵਾਰ ਵੋਟ ਪਾਉਣ ਦਾ ਲੈ ਲੈਂਦਾ ਅਗਲਾ। ਤੈਨੂੰ ਇੱਕ ਵਾਰ 500 ਦੇ ਗਏ, ਅਸੀਂ ਉਮਰ ਵਾਸਤੇ ਲੈ ਲਈ ਵੋਟ ਤੇਰੀ।
ਸਸਤਾ ਸੌਦਾ, ਨਾਲੇ ਜਿੱਥੇ ਮਰਜ਼ੀ ਮਰਵਾ ਦਈਏ ਤੈਨੂੰ। ਇਹ ਤਾਂ ਠੱਗੀਆਂ ਨੇ ਹੁਣ ਸਾਰੀਆਂ, ਸਾਰੇ ਲੋਕ ਜਾਣਦੇ ਹੀ ਨੇ ਠੱਗੀਆਂ ਨੂੰ, ਕਿਤੇ ਜਾਣਦੇ ਨਹੀਂ। ਹੁਣ ਜਾਣ ਕੇ ਨਹੀਂ ਸੀ ਬੋਲਦੇ, ਜਾਣ ਕੇ ਨਹੀਂ ਸੀ ਬੋਲਦੇ। ਆਹੀ ਜਿਹੜੀ ਸੰਗਤ ਅੱਜ ਦੁਖੀ ਆ, ਇਹੀ ਡਾਂਗਾ ਲੈ ਕੇ ਪੈ ਜਾਂਦੀ ਜੇ ਬੋਲਦੇ। ਲੁੱਟਦੇ ਤਾਂ ਇਹਨਾਂ ਨੂੰ ਸੀ, ਕੁੱਟਦੇ ਵੀ ਇਹਨਾਂ। ਸਾਡਾ ਕੋਈ ਵਿਗੜਦਾ ਸੀ? ਸਾਡਾ ਕੀ ਵਿਗੜਦਾ ਸੀ? ਵਿਗੜਦਾ ਇਹਨਾਂ ਦਾ ਸੀ ਜਿਹੜੇ ਰੋਂਦੇ ਨੇ ਅੱਜ। ਵਿਗਾੜਿਆ ਵੀ ਇਹਨਾਂ ਦੇ ਜਿਹੜੇ ਰੋਂਦੇ ਨੇ ਇਹਨਾਂ ਨੇ। ਸਾਡਾ ਕੀ ਵਿਗਾੜਿਆ ਇਹਨਾਂ ਨੇ? ਅਸੀਂ ਤਾਂ ਪਹਿਲਾਂ ਵੀ ਇਹਨਾਂ ਨੂੰ ਇਹੀ ਬੋਲੀ 'ਚ ਬੋਲਦੇ ਤੇ, ਹੁਣ ਵੀ ਉਹੀ ਬੋਲੀ 'ਚ ਬੋਲਦੇ। ਆਹੀ ਭਾਸ਼ਾ ਪਹਿਲਾਂ ਸੀ, ਆਹੀ ਹੁਣ ਸੀ। ਸਾਡੇ ਤਾਂ ਕੰਨ ਲਪੇਟ ਕੇ ਪਰੇ ਨੂੰ ਹੋ ਜਾਂਦੇ ਨੇ। ਗੱਲ ਸੁਣ ਕੇ ਵੀ ਕਹਿੰਦੇ ਚਲੋ ਜੀ ਇਹਨਾਂ ਨਾਲ ਨਹੀਂ ਅਸੀਂ ਬੋਲਣਾ, ਇਹ ਠੀਕ ਹੈ ਇਹਨਾਂ ਦੀ ਗੱਲ। ਗੁੱਸਾ ਨਹੀਂ ਕਰਦੇ ਇਸ ਗੱਲ ਦਾ, ਉਹ ਸਮਝਦੇ ਨੇ ਗੱਲ ਨੂੰ ਵੀ ਕਹਿੰਦੇ ਤਾਂ ਸੱਚ ਨੇ, ਜੋ ਸੱਚ ਹੈ ਉਹੀ ਕਹਿੰਦੇ ਨੇ। ਹਾਂਜੀ। ਗੌੜੀ ਕਬੀਰ ਜੀ, ਅੰਧਕਾਰ ਸੁਖ ਕਵੇ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਜੋ ਪੈ ਰਸਨਾ ਰਾਬ ਨਾ ਕਹਿਬੋ, ਉਪਜਤ ਬਿਨਸਤ ਰੋਵਤ ਰਹਿਬੋ। ਰਹਾਓ ਜਸ ਦੇਖੀਐ ਤਰਵਰ ਕੀ ਛਾਇਆ, ਪ੍ਰਾਣ ਗਏ ਕਹੋ ਕਾ ਕੀ ਮਾਇਆ। ਜਸ ਜੰਤੀ ਮੈਂ ਜਿਉ ਸਮਾਨਾ, ਮੁਏ ਮਰਮ ਕੋ ਕਾ ਕਰ ਜਾਨਾ। ਹੰਸਾ ਸਰਵਰ ਕਾਲ ਸਰੀਰ, ਰਾਮ ਰਸਾਇਣ ਪਿਓ ਰੇ ਕਬੀਰ। ਅੰਧਕਾਰ ਸੁਖ ਕਵੇ ਨਾ ਸੋਈ ਹੈ। ਜਿਹੜਾ ਸੁਖ ਦੀ ਨੀਂਦ ਹੈ ਨਾ, ਸੁਖ ਦੀ ਨੀਂਦ ਕਾਹਦਾ ਆਉਂਦੀ ਹੈ? ਸੁਖ ਦੀ ਨੀਂਦ ਜ਼ਿਆਦਾ ਆਉਂਦੀ ਹੈ ਜਦ ਜਨਮ ਪਦਾਰਥ ਨੂੰ ਮਿਲ ਗਿਆ, ਆਪਣਾ ਕੰਮ ਪੂਰਾ ਹੋ ਗਿਆ। ਜਿੰਨਾ ਜਿਹੜੇ ਅੰਦਰ ਅਗਿਆਨਤਾ ਹੈ, ਅੰਧਕਾਰ ਹੈ ਇਹਦੇ ਅੰਦਰ, ਜੰਮਣ ਮਰਨ ਦਾ ਭੈ ਹੈ, ਹੋਰ ਬਹੁਤ ਭੈ ਨੇ। ਸੁੱਖ ਕਿਵੇਂ ਮਿਲ ਜੂਗਾ? ਇਹ ਤਾਂ ਭੈ ਦੇ ਜੀਵਨ 'ਚ ਜਿਉ ਰਿਹਾ ਸਾਰੇ। ਜਿੰਨਾ ਚਿਰ ਭੈ ਦੇ ਜੀਵਨ 'ਚ ਜਿਉ ਰਿਹਾ ਜੀਵ, ਸੁੱਖ ਨਹੀਂ ਹੈਗਾ। ਰੁਪਈਆ ਜਿੰਨਾ ਮਰਜ਼ੀ ਹੋਵੇ, ਕਾਰੋਬਾਰ ਜਿੱਡਾ ਮਰਜ਼ੀ ਹੋਵੇ, ਰੰਗ ਭਾਗ ਲੱਗੇ ਹੋਏ ਹੁਣ, ਸੁੱਖ ਨਹੀਂ ਹੈ। ਨੀਂਦ ਨਹੀਂ ਆਉਂਦੀ। ਰਾਜਾ ਤੱਕ ਨੂੰ ਨੀਂਦ ਨਹੀਂ ਆਉਂਦੀ ਗੋਲੀ ਲੈ ਬਿਨਾਂ। ਨੀਂਦ ਕਿਉਂ ਨਹੀਂ ਆਉਂਦੀ ਫਿਰ ਜੇ ਸੁੱਖ ਹੈ? ਭੈ ਭੈ। ਅੰਧਕਾਰ ਸੁਖ ਕਵੇ ਨਾ ਸੋਈ ਹੈ। ਅੰਧਕਾਰ ਹੈ, ਹਨੇਰੇ 'ਚ ਭੱਜੇ ਫਿਰਦੇ ਨੇ। ਜਿੰਨਾ ਚਿਰ ਹਨੇਰੇ ਦੀ ਦੌੜ 'ਚ ਫਿਰਿਆ ਨਾ ਤੂੰ, ਤੁਰਿਆ ਫਿਰਦਾ ਹੈ। ਮਾਇਆ ਦੀ ਦੌੜ ਹਨੇਰੇ ਦੀ ਦੌੜ ਹੈ। ਕੋਠੇ ਤੇ ਭੱਜਣ ਵਾਲਾ ਕੋਠੇ ਤੇ ਦੌੜਦਾ ਹਰ ਵਕਤ। ਭਾਇਆ ਪਤਾ ਨਹੀਂ ਕੋਠਾ ਕਿੱਥੇ ਪਹੁੰਚਣਾ, ਥੱਲੇ ਆ ਜਾਣੀ। ਉਹ ਅੱਖਾਂ ਬੰਨੀਆਂ ਹੋਈਆਂ ਨੇ ਨਾ, ਅੱਖਾਂ ਬੰਨੀਆਂ ਹੋਈਆਂ ਨੇ, ਕੋਠੇ ਤੇ ਭੱਜਦਾ। ਕੋਠੇ ਦਾ ਵੀ ਪਤਾ, ਸਾਰੀ ਧਰਤੀ ਤੇ ਤਾਂ ਕੋਠਾ ਹੈ ਨਹੀਂ। ਕੋਠਾ ਲਿਮਟਿਡ ਜਗ੍ਹਾ ਤੇ ਹੈ ਨਾ। ਫਰੀਦ ਨੂੰ ਕੋਠੇ ਦੀ ਦੌੜ ਕਹਿੰਦੇ। ਕੋਠੇ ਤੇ ਭੱਜਦੇ ਦੇਖੇ ਨੇ, ਲੇਕਿਨ ਆਦਮੀ ਕੋਠੇ ਤੇ ਹੀ ਭੱਜਦਾ। ਲਿਮਟਿਡ ਜੀਵਨ, ਪਲਾਨ ਕੱਢਾ ਅਨਲਿਮਟਿਡ। ਰੇਸ ਅਨਲਿਮਟਿਡ ਹੈ, ਜਿੱਥੇ ਭੱਜਣਾ ਉਹ ਲਿਮਟਿਡ ਹੈ। ਰੇਸ 100 ਮੀਲ ਦੀ ਹੈ, ਕੋਠਾ 100 ਗਜ ਦਾ ਵੀ ਹੈ ਨਹੀਂ। ਤੇ ਕਿੱਥੇ ਜਾ ਕੇ ਡਿੱਪਣ? ਅੱਖਾਂ ਤੇ ਪੱਟੀ ਹੈ, ਤੀਂਦਾ ਹੈ ਨਹੀਂ। 100 ਮੀਲ ਦੌੜਨਾ, 100 ਗਜ ਦਾ ਕੋਠਾ ਹੈ ਨਹੀਂ, 100 ਫੁੱਟ ਦਾ ਹੀ ਕੋਠਾ ਹੈ। ਕਿਸੇ ਵੇਲੇ ਵੀ ਪੈਰ ਥੱਲੇ ਚਲੇ ਜਾਊਗਾ, ਇੱਧਰ ਨੂੰ ਜ਼ਿਆਦਾ ਵੱਧ ਗਿਆ ਕਿਤੇ, ਕਿਉਂਕਿ ਘੁੰਮਣਾ ਤਾਂ ਉਧਰ ਹੀ ਪੈਣਾ, ਉਧਰੋਂ ਇੱਧਰ ਨੂੰ, ਇੱਧਰ ਉਧਰ ਨੂੰ। ਚੱਕਰ ਤਾਂ ਉਹਨੇ ਲਾਉਣੇ ਪੈਣੇ ਨੇ, ਕਦੋਂ ਡਿੱਗ ਪੈਣਾ ਕੋਈ ਪਤਾ ਨਹੀਂ ਹੈ। ਸੁੱਖ ਨਹੀਂ ਹੋ ਸਕਦਾ, ਚਿੰਤਾ 'ਚ ਭੱਜੂਗਾ ਹਮੇਸ਼ਾ। ਜੀਵਨ ਜਿਉ ਰਿਹਾ ਚਿੰਤਾ ਦੇ ਵਿੱਚ ਆਦਮੀ, ਜਿੰਨਾ ਚਿਰ ਅਗਿਆਨਤਾ ਅੰਦਰ ਹੈ। ਕਹਿਣ ਦਾ ਮਤਲਬ ਹੈ ਉਹਨਾਂ 'ਚ ਸੁੱਖ ਨਹੀਂ ਹੋ ਸਕਦਾ। ਗੁਰਬਾਣੀ ਤਾਂ ਹੀ ਗਿਆਨ ਦੇ ਰਹੀ ਹੈ, ਅੰਦਰੋਂ ਚਾਨਣ ਕਰ ਰਹੀ ਹੈ। ਚਾਨਣ ਕਰ ਲਓ ਜੇ ਸੁੱਖ ਦੀ ਨੀਂਦ ਸੌਣਾ। ਮਾਇਆ ਦੀ ਦੌੜ ਨਾਲ ਸੁੱਖ ਦੀ ਨੀਂਦ ਨਹੀਂ ਸੁੱਤਾ ਜਾਣਾ। ਜਿੰਨੀ ਮਰਜ਼ੀ ਇਕੱਠੀ ਕਰ ਲਿਓ, ਪਰ ਜੇ ਗਿਆਨ ਇਕੱਠਾ ਕਰ ਲਿਆ ਨਾ, ਚਾਨਣ ਹੋ ਗਿਆ, ਸੁੱਖ ਦੀ ਨੀਂਦ ਆ ਜੂਗੀ। ਨਾਮ ਨੂੰ ਧਨ ਮੰਨੋ। ਜਿਹਨੇ ਨਾਮ ਨੂੰ ਧਨ ਮੰਨੇ ਉਹਨੂੰ ਤਾਂ ਸੁੱਖ ਦੀ ਨੀਂਦ ਸੌਂ ਗਿਆ।
ਜਿਹਨੇ ਦੂਸਰਾ ਸੰਸਾਰੀ ਸੰਪਤੀ ਨੂੰ ਧਨ ਮੰਨਿਆ ਉਹ ਸੁੱਤਾ ਹੀ ਨਹੀਂ, ਇੱਕ ਵੀ ਨਹੀਂ ਸੁੱਤਾ ਇੱਥੇ ਸੁੱਖ ਦੀ ਨੀਂਦ। ਜਿਹਦੇ ਅੰਦਰ ਅਗਿਆਨਤਾ ਰਹੀ ਹੈ ਨਾ, ਸੁੱਖ ਦੀ ਨੀਂਦ ਨਹੀਂ ਆਈ ਉਹਨੂੰ। ਕਿੱਡਾ ਹੀ ਵੱਡਾ ਰਾਜਾ ਹੋ ਗਿਆ, ਚਾਹੇ ਰਾਜਾ ਰੰਕ ਦੋ ਮਿਲ ਰੋਈ ਹੈ। ਚਾਹੇ ਰਾਜਾ ਬਣ ਗਿਆ ਕੋਈ, ਚਾਹੇ ਕੰਗਾਲ ਰਹਿ ਗਿਆ, ਅਗਿਆਨੀ ਦੋ ਮਿਲ ਰੋਈ ਹੈ। ਦੋ ਹੀ ਰੋਂਦੇ ਨੇ, ਦੋ ਹੀ ਰੋਂਦੇ ਦੇਖੇ ਨੇ ਅਸੀਂ ਅੰਤ ਵੇਲੇ। ਦੋ ਹੀ ਖਾਲੀ ਹੱਥ ਗਏ, ਦੋ ਹੀ ਪਛਤਾਉਂਦੇ ਗਏ। ਰਾਜਾ ਵੀ ਰੋਇਆ, ਰੰਕ ਵੀ ਰੋਇਆ ਵਿਚਾਰਾ, ਉਹਨੇ ਤਾਂ ਰੋਣਾ ਹੀ। ਉਹਨੇ ਤਾਂ ਰੋਣਾ ਹੀ ਹੈ। ਖੈਰ ਉਹ ਤਾਂ ਜਿਉਂਦਾ ਵੀ ਰੋਇਆ, ਮਰਿਆ ਵੀ ਰੋਇਆ, ਉਹਦਾ ਤਾਂ ਕੋਈ ਰੌਲਾ ਹੀ ਨਹੀਂ ਹੈ। ਜੋ ਪੈ ਰਸਨਾ ਰਾਮ ਨ ਕਹਿਬੋ। ਜਿਹੜੇ ਉਹਨੇ ਕਦੇ ਰਾਮ ਨਹੀਂ ਨਾ ਉਚਾਰਿਆ, ਉਚਾਰਨ ਵੇਲੇ ਰਸ ਨਹੀਂ ਆਇਆ। ਰਸਨਾ ਰਾਮ ਨ ਕਹਿਬੋ। ਰਸ ਆਵੇ, ਤੈਨੂੰ ਵੀ ਰਸ ਮਿਲੇ, ਦੂਏ ਨੂੰ ਵੀ। ਖਾਲੀ ਮੂੰਹ ਜੇ ਹਲਾਈਏ ਕੋਈ ਰਸ ਨਹੀਂ ਆਉਂਦਾ, ਜੇ ਅੰਨ ਮੂੰਹ ਦੇ ਵਿੱਚ ਪਾ ਕੇ ਚਬੋੜੀਏ ਰਸ ਆਉਂਦਾ। ਬਸ ਨਾਮ ਐ ਜਪਣਾ ਚਾਹੀਦਾ ਜਿਵੇਂ ਅੰਨ ਹੁੰਦਾ ਮੂੰਹ ਦੇ ਵਿੱਚ। ਜੇ ਗੁਰਬਾਣੀ ਨੂੰ ਵਿਚਾਰੀਏ ਤਾਂ ਕੋਈ ਰਸ ਆਉਂਦਾ ਹੈ। ਗੁਰਬਾਣੀ ਦੀ ਵਿਚਾਰ ਕੇ ਗੱਲ ਕਰੀਏ ਤਾਂ ਰਸ ਆਊਗਾ, ਸੁਣਨ ਵਾਲੇ ਨੂੰ ਵੀ, ਕਹਿਣ ਵਾਲੇ ਨੂੰ ਵੀ, ਕਿ ਮੂੰਹ 'ਚ ਕੁਛ ਹੈ ਨਾ। ਕੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰੇ ਤੇ ਕੋਈ ਰਸ ਨਹੀਂ ਆਉਂਦਾ, ਮੂੰਹ ਖਾਲੀ ਹੈ। ਇਹ ਖਾਲੀ ਹੈ ਮੂੰਹ, ਇਹਨੂੰ ਮੂੰਹ ਖਾਲੀ ਮੰਨਿਆ ਹੋਇਆ। ਉਪਜਤ ਬਿਨਸਤ ਰੋਬਤ ਰਹਿਬੋ। ਉਪਜਤ ਬਿਨਸਤ ਰੋਬਤ ਰਹਿਬੋ। ਜੰਮਦਾ ਮਰਦਾ ਰਹਿੰਦਾ, ਰੋਂਦਾ ਰਹਿੰਦਾ। ਜੰਮਦਾ ਮਰਦਾ ਰਹੂ ਤੇ ਰੋਂਦਾ ਰਹੂਗਾ। ਜੇ ਰਾਮ ਨਾਮ ਨਹੀਂ ਰਸ ਆਇਆ, ਜਿਵੇਂ ਮਸਕੀਨ ਕਹਿੰਦਾ ਮੈਨੂੰ ਰਸ ਨਹੀਂ ਆਇਆ, ਉਹ ਵਾਹਿਗੁਰੂ ਵਾਹਿਗੁਰੂ ਚ ਰਸ ਆਉਂਦਾ ਨੂੰ ਪੁੱਛੇ ਕਮਲਿਆ। ਤੂੰ ਵਾਹਿਗੁਰੂ ਨੂੰ ਨਾਮ ਮੰਨਦਾ, ਇਹਨੂੰ ਤਾਂ ਕਦੇ ਰਸ ਇਹਦਾ ਆਉਣਾ ਹੀ ਨਹੀਂ, ਨਾ ਆਇਆ ਨਾ ਆਊਗਾ, ਆਉਣਾ ਵੀ ਨਹੀਂ ਕਿਸੇ ਨੂੰ। ਇਹ ਚੋਂ ਇਹ ਹੁੰਦਾ ਹੀ ਨਹੀਂ ਨਾਮ। ਨਾਮ ਨਹੀਂ ਹੈ ਇਹ। ਨਾਮ ਦਾ ਗੁਰਬਾਣੀ 'ਚ ਸਮਾਇਆ ਹੋਇਆ ਤਾਂ ਮੱਖਣ। ਨਾਮ ਹੁੰਦਾ ਮੱਖਣ। ਤੁਹਾਨੂੰ ਰਸ ਕਿਵੇਂ ਆਊ ਮੱਖਣ ਦਾ? ਉਹ ਮਿਲਿਆ ਜਿਹਨੂੰ ਨਾ ਮੱਖਣ। ਪ੍ਰਥਮੇ ਮਾਖਣ ਪਾਛੇ ਦੂਧ। ਕਬੀਰ ਨੂੰ ਮਿਲਿਆ ਸੀ ਮੱਖਣ ਦਰਗਾਹ ਚੋਂ ਨਾਮ, ਉਹਨਾਂ ਦੁੱਧ ਬਣਾ ਕੇ ਦੇਤਾ ਤੁਹਾਨੂੰ, ਇਹਨੂੰ ਰੜਕ ਲਓ, ਇਹਦੇ ਚੋਂ ਰਸ ਆਊਗਾ ਨਾਮ ਦਾ। ਗੁਰਬਾਣੀ ਨੂੰ ਬੁਲੋ ਲਓ, ਇਹਦੇ ਵਾਲੇ ਨੂੰ, ਇਹਦਾ ਮੰਥਨ ਕਰੋ ਕਬੀਰ ਦੀ ਬਾਣੀ ਦਾ, ਇਹ ਚੋਂ ਮੱਖਣ ਦਾ ਟੇਸਟ ਆਊਗਾ। ਇਹਦਾ ਜਿਹੜਾ ਤੱਤ ਹੈ ਨਾ, ਤੱਤ ਗੁਰਬਾਣੀ ਦਾ ਤੱਤ ਗਿਆਨ, ਉਹੀ ਮੱਖਣ। ਰਾਜਾ ਰਾਮ ਨਾਮ ਮੋਹਰਾ ਬ੍ਰਹਮ ਗਿਆਨ। ਰਾਮ ਨਾਮ ਬ੍ਰਹਮ ਗਿਆਨ ਦਾ ਨਾਮ ਹੈ। ਬ੍ਰਹਮ ਗਿਆਨ ਨੂੰ ਰਾਮ ਨਾਮ ਕਿਹਾ ਹੋਇਆ ਗੁਰਬਾਣੀ 'ਚ। ਜਸ ਦੇਖੀਐ ਤਰਵਰ ਕੀ ਛਾਇਆ। ਜਿੱਧਰ ਵੀ ਦੇਖਦੇ ਆ ਤਰਵਰ ਕੀ ਛਾਇਆ। ਚੜ੍ਹਦੇ ਆ ਲੈਂਦੇ ਪਰਛਾਵੇਂ ਨੇ, ਕਿਸੇ ਦੀ ਤਰੱਕੀ ਹੋ ਰਹੀ ਹੈ, ਕੋਈ ਥੱਲੇ ਨੂੰ ਜਾ ਰਿਹਾ ਹੈ, ਕਿਸੇ ਦਾ ਧਨ ਘਟ ਰਿਹਾ ਵੱਧ ਰਿਹਾ ਹੈ, ਕਿਸੇ ਦਾ ਵੱਧ ਰਿਹਾ ਕਿਸੇ ਦਾ ਘਟ ਰਿਹਾ। ਕੋਈ ਸਰੀਰ ਬੱਚਾ ਵੱਡਾ ਹੋ ਰਿਹਾ, ਕੋਈ ਉੱਤੋਂ ਥੱਲੇ ਨੂੰ ਜਾ ਰਿਹਾ, ਕੋਈ ਕਿਸੇ ਦਾ ਸਰੀਰ ਪੁਰਾਣਾ ਹੋ ਰਿਹਾ। ਤਰਵਰ ਕੀ ਛਾਇਆ ਹਰ ਜਗ੍ਹਾ। ਕਿਤੇ ਸਵੇਰ ਜੇ ਤਾਂ ਸੂਰਜ ਨਿਕਲਿਆ, ਉੱਤੇ ਛਾਂ ਲੰਬੀ ਹੈ ਦਰਖਤ ਦੀ, ਜੋ ਉੱਤੇ ਜਾਂਦਾ ਹੁਣ ਨੇੜੇ ਆਈ ਜਾਂਦੀ ਹੈ। ਦੁਪਹਿਰੇ ਬਾਅਦ ਪਿੱਛੇ ਨੂੰ ਮੁੜਨ ਲੱਗ ਜਾਂਦੀ ਹੈ। ਇਹ ਤਾਂ ਸ੍ਰਿਸ਼ਟੀ ਏਦਾਂ ਹੀ ਚੱਲੂ। ਤਰਵਰ ਦੀ ਛਾਇਆ ਇੱਕ ਜਗ੍ਹਾ ਨਹੀਂ ਖੜਦੀ ਹੁੰਦੀ, ਸ੍ਰਿਸ਼ਟੀ ਨਹੀਂ ਇੱਕ ਜਗ੍ਹਾ ਖੜਨੀ। ਇੱਥੇ ਸੱਚ ਇੱਕ ਜਗ੍ਹਾ ਖੜੂਗਾ, ਝੂਠ ਨਹੀਂ ਖੜਨਾ। ਝੂਠ ਦੀ ਜਾਂ ਚੜ੍ਹਦੀ ਕਲਾ ਪਤਾ ਨਹੀਂ ਕਿਹੜੇ ਵੇਲੇ ਦੀ ਢੇਦੀ ਕਲਾ ਹੋ ਜਾਣੀ ਹੈ। ਕੂੜ ਨਖੁੱਟੇ ਨਾਨਕਾ ਤਾਂ ਹੀ ਕਿਹਾ ਨਾ, ਕੂੜ ਦੀ ਖੋਟ ਬਾਹਰ ਆ ਜਾਣੀ ਹੈ। ਆਹ ਅਕਾਲੀਆਂ ਦਾ ਇੰਨੀ ਇੱਜ਼ਤ ਸੀ, ਕੋਈ ਪੁੱਛਦਾ ਹੁਣ? ਕੌਣ ਪੁੱਛਦਾ? ਕਾਂਗਰਸ ਦੀ ਇੰਨੀ ਇੱਜ਼ਤ ਸੀ, ਸਿਆਸਤਦਾਨਾਂ ਦੀ, ਕੋਈ ਪੁੱਛਦਾ ਹੁਣ? ਸਭ ਜਾਣਦੇ ਨੇ ਵੀ ਝੂਠੇ ਨੇ, ਸਭ ਠੱਗ ਨੇ। ਸਾਰੀਆਂ ਹੀ ਪਾਰਟੀਆਂ, ਕਾਂਗਰਸ ਅਕਾਲੀ ਨਹੀਂ ਹੈ। ਕੋਈ ਬਿਰਲਾ ਬੰਦਾ ਇਹਨਾਂ ਦੇ ਵਿੱਚ ਇਮਾਨਦਾਰ ਹੈਗੇ ਨੇ। ਬੱਲੇ ਕੀ ਕਰਨਾ ਵਿਚਾਰੇ, ਬੱਲੇ ਦੋ ਚਾਰ ਬੰਦੇ ਹੋਏ ਕੀ ਕਰ ਲੈਣਗੇ? 2 4 10 ਬੰਦੇ
ਬਾਕੀ ਤਾਂ ਸਾਰੇ ਦੂਏ ਹੀ ਨੇ, ਉਹਨਾਂ ਦੇ ਸਿਰ ਤੇ ਰਾਹ ਚੱਲਦਾ। ਉਹ ਦੂਆ ਤੁਹਾਡਾ ਦੂਏ ਪਾਸੇ ਜਦੇ ਚਲੇ ਜਾਣਗੇ। ਇਸ ਕਰਕੇ ਸੰਸਾਰ 'ਚ ਹਮੇਸ਼ਾ ਬੁਰਾਈ ਜ਼ਿਆਦਾ, ਬੁਰਾਈ ਤੋਂ ਹੀ ਪਹਿਲਾ ਸੰਸਾਰ ਹੋਇਆ ਹੈ। ਪਾਪ ਪੁੰਨ ਦੋਨੋਂ ਪਾਈ, ਦੋਹੂ ਮਿਲ ਕੇ ਸ੍ਰਿਸ਼ਟੀ ਪਾਈ। ਪਾਪ ਔਰ ਪੁੰਨ ਨੇ ਮਿਲ ਕੇ ਸ੍ਰਿਸ਼ਟੀ ਪਾਈ ਹੈ। ਪੁੰਨ ਸੱਚਖੰਡ 'ਚ ਪ੍ਰਧਾਨ ਹੈ, ਪਾਪ ਇੱਥੇ ਪ੍ਰਧਾਨ ਰਹੂਗਾ ਹਮੇਸ਼ਾ। ਸਿਰਫ ਕਦੇ ਕਦੇ ਬਹੁਤ ਮੁਸ਼ਕਲ ਨਾਲ ਸੱਚ ਪ੍ਰਧਾਨ ਹੋ ਜਾਂਦਾ ਹੈ, ਥੋੜਾ ਚਿਰ ਵਾਸਤੇ। ਜਿਹਨੂੰ ਉਹ ਕਿਹਾ ਹੋਇਆ ਰਾਜ, ਇੱਥੇ ਆ ਜਾਂਦਾ ਕਦੇ ਕਦੇ। ਕੋਈ ਮਹਾਰਥੀ, ਕੋਈ ਅਵਤਾਰ ਸ਼ਕਤੀ ਪੈਦਾ ਹੋ ਜਾਂਦੀ ਹੈ, ਪਰਮੇਸ਼ਰ ਪੈਦਾ ਕਰ ਦਿੰਦਾ। ਉਹ ਥੋੜਾ ਚਿਰ ਵਾਸਤੇ ਹੀ ਰਹਿੰਦਾ। ਉਹ ਵੀ ਜਿਹੜੇ 10 ਅਵਤਾਰ ਹੋਏ ਨੇ, ਉਹ ਇੱਕ ਦੇ ਬਾਅਦ ਉਹਦੇ ਬਾਅਦ ਦੂਆ ਨਾਲ ਫਿਰ ਹੋਏ ਹੀ ਨਹੀਂ। ਬਸ ਉਹਦੇ ਨਾਲ ਫਿਰ ਨਾਮ ਚੱਲਿਆ ਰਹਿੰਦਾ ਬਹੁਤ ਦੇਰ। ਇਹ ਗੱਲ ਚੱਲਦੀ ਰਹਿੰਦੀ ਹੈ, ਪਰਮੇਸ਼ਰ ਇੱਕ ਹੈ, ਜਪਦਾ ਨਹੀਂ, ਮਰਦਾ ਨਹੀਂ। ਇਹ ਤਾਂ ਭਗਤ ਪੈਦਾ ਹੁੰਦੇ ਰਹਿੰਦੇ ਨੇ, ਜਾਂ ਕਦੇ ਕਦੇ ਕੋਈ ਅਵਤਾਰ ਪੈਦਾ ਹੋ ਜਾਂਦਾ। ਇਹ ਸਾਬਤ ਹੋਇਆ ਰਹਿੰਦਾ ਹਮੇਸ਼ਾ ਕਿ ਪਰਮੇਸ਼ਰ ਇੱਕ ਹੈ। ਉਹ ਜਪਦਾ ਨਹੀਂ, ਮਰਦਾ ਨਹੀਂ, ਅੱਖਾਂ ਨੂੰ ਦੀਦਾ ਨਹੀਂ। ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਰਹਿੰਦੀਆਂ ਨੇ ਜਿਉਂਦੀਆਂ ਤਿਉਂ। ਇੰਨਾ ਕੁ ਸੱਚ ਦੁਨੀਆ ਨੂੰ ਪਤਾ ਰਹਿੰਦਾ। ਫਿਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਰੱਬ ਹੈ ਹੀ ਨਹੀਂ, ਚਲੋ ਛੁੱਟੀ ਹੈ। ਉਹ ਮੰਨਦੇ ਹੀ ਨਹੀਂ, ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ। ਇਹੋ ਜਿਹੇ ਵੀ ਹੁੰਦੇ ਨੇ। ਪਰ ਫਿਰ ਵੀ ਧਰਮਾਂ ਦਾ ਅਸਤਿਤਵ ਹਮੇਸ਼ਾ ਸੰਸਾਰ 'ਚ ਰਿਹਾ ਔਰ ਰਹੂਗਾ ਕਿ ਹਰ ਯੁੱਗ ਭਗਤ ਉਹ ਪਾਇਆ। ਸਮੇਂ ਸਮੇਂ ਸਿਰ ਭਗਤ ਇਸੇ ਕਰਕੇ ਪੈਦਾ ਹੁੰਦੇ ਰਹਿੰਦੇ ਨੇ, ਤਾਂ ਕਿ ਜਿਹੜੇ ਲੋਕ ਨੇ ਇਹਨਾਂ ਦਾ ਜੀਵਨ ਵਿਗੜੇ ਨਾ। ਕੋਈ ਦੱਸਦਾ ਰਹਿੰਦਾ ਇਹਨਾਂ ਨੂੰ ਆ ਕੇ ਵੀ ਭਾਈ ਆਪਣਾ ਅੱਗਾ ਸੰਭਾਲਣਾ ਹੈ, ਉਹ ਅੱਗਾ ਸੰਭਾਲ ਲਓ। ਉਹ ਲੜ ਨਹੀਂ ਆ ਸੰਸਾਰ ਨੂੰ, ਉਹਦਾ ਦੱਸਣ ਹੀ ਆਉਂਦਾ। ਲੜਾਈ ਤਾਂ ਜਿਹੜੇ ਦੂਏ ਨੇ ਨਾ, ਜਿਨ੍ਹਾਂ ਦੀਆਂ ਭੇਡਾਂ ਬਣਾਈਆਂ ਹੋਈਆਂ ਨੇ, ਜਿਨ੍ਹਾਂ ਨੇ ਆਪਣੇ ਆਪਣੇ ਬਾੜੇ ਬਣਾਏ ਨੇ, ਉਹ ਦੁਸ਼ਮਣੀ ਕਰਦੇ ਨੇ ਵੀ ਇਹ ਸਾਡੇ ਖਿਲਾਫ ਬੋਲਦਾ। ਖਿਲਾਫ ਤਾਂ ਨਹੀਂ ਬੋਲਦਾ ਉਹ ਕਿਸੇ ਦੇ ਵੀ। ਉਹਨਾਂ ਨੂੰ ਲੱਗਦਾ ਵੀ ਸਾਡੇ ਖਿਲਾਫ ਬੋਲਦਾ, ਵੀ ਸਾਡੀਆਂ ਭੇਡਾਂ ਕਹਿੰਦਾ। ਇਹ ਭੇਡਾਂ ਤਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ ਵੀ ਸਾਡਾ ਜ਼ਾਹਰ ਕਰਦਾ। ਅਸੀਂ ਤਾਂ ਬੜਾ ਪ੍ਰਭਾਵ ਪਾਇਆ ਵੀ ਅਸੀਂ ਬੜੇ ਹੈਗੇ ਆ, ਗੁਰੂ ਬਣੇ ਹੋਏ ਆ ਇਹਨਾਂ ਦਾ ਖੈਰ ਖਵਾਹ। ਇਹ ਸਾਡਾ ਅੰਦਰਲੀ ਗੱਲ ਦੱਸਦਾ ਵੀ ਖੈਰ ਖਾ ਨਹੀਂ ਹੈ ਤੁਹਾਡੇ, ਇਹਦਾ ਉੱਨ ਕਰਕੇ ਪਾਲਦੇ ਨੇ ਤੁਹਾਨੂੰ, ਆਖਰ ਵਿੱਚ ਮੀਟ ਵੇਚਣ। ਇਹ ਗੱਲ ਜਿਹੜੀ ਦੱਸ ਰਿਹਾ ਸਾਡੇ ਅੰਦਰਲੀ ਬੁੱਝ ਕੇ, ਇਹ ਮੂਰਖਾਂ ਨੂੰ ਤਾਂ ਪਤਾ ਨਹੀਂ ਹੈ। ਇਹ ਦੱਸ ਰਿਹਾ, ਉਹ ਤਾਂ ਬੁਰਾ ਮੰਨਦੇ। ਉਹ ਬੁਰਾ ਮੰਨਦੇ ਉਹਨਾਂ ਦੇ ਕੱਢ ਕੇ ਅੰਦਰ ਕੀ ਜਾਣਤ ਵਾਲੀ ਗੱਲ ਜ਼ਾਹਰ ਕਰ ਦਿੰਦਾ ਨਾ ਉਹ ਲੋਕਾਂ ਨੂੰ, ਵੀ ਬੁਰਾ ਤਾਂ ਉਹਨੂੰ ਲੱਗਣਾ ਹੀ ਹੈ। ਡਾਕੂਆਂ ਨੂੰ ਪੁਲਿਸ ਚੰਗੀ ਲੱਗਦੀ ਹੈ, ਡਾਕੂਆਂ ਨੂੰ ਪੁਲਿਸ ਨਹੀਂ ਚੰਗੀ ਲੱਗਦੀ। ਸਿਵਲ ਦੇ ਆਦਮੀ ਨੂੰ ਪੁਲਿਸ ਚੰਗੀ ਲੱਗਦੀ ਹੈ, ਚਾਹੇ ਮਾੜੀ ਵੀ ਹੈ ਪੁਲਿਸ, ਤਾਂ ਵੀ ਪੁਲਿਸ ਨੂੰ ਚੰਗਾ ਸਮਝਦੇ ਨੇ। ਸਿਵਲ ਦੇ ਆਦਮੀ ਡਾਕੂ ਨੂੰ ਨਹੀਂ ਚੰਗਾ ਸਮਝਦੇ, ਚਾਹੇ ਕਿੰਨੀ ਮਾੜੀ ਹੈ ਪੁਲਿਸ। ਡਾਕਾ ਪੈਂਦਾ ਹੋਵੇ, ਪੁਲਿਸ ਵਾਲੇ ਆ ਜਾਣ, ਪੁਲਿਸ ਨੂੰ ਫੋਨ ਕਰਦੇ ਆ। ਫਿਰ ਇਹ ਡਾਕੂ ਯਾਨੀ ਡਾਕੂ ਪੁਲਿਸ ਬਣ ਕੇ ਬੈਠੇ ਹੋਏ ਨੇ, ਪੁਲਿਸ ਦੀ ਭੇਸ ਪਾ ਕੇ। ਹੈ ਡਾਕੂ ਪੁਲਿਸ ਦਾ ਭੇਸ ਬਣਾਇਆ ਹੈ, ਲੁੱਟਣਾ ਲੋਕਾਂ ਨੂੰ ਧਾਰੂ ਬਣੇ ਹੋਏ ਨੇ। ਇਹੋ ਜਿਹੀ ਗੱਲ ਹੈ ਉਹਦੀ। ਇੱਥੇ ਉਹ ਪੁਲਿਸ ਵਾਲਾ ਕੌਣ ਹੁੰਦਾ? ਪੁਲਿਸ ਵਾਲਾ ਹੁੰਦਾ ਕਬੀਰ ਵਰਗਾ। ਕਬੀਰ ਕਹਿ ਰਿਹਾ ਹੈ, ਇਹ ਦੂਤ ਨੇ ਜਮ ਕੇ ਇਹਨਾਂ ਨੂੰ ਕਹਿ ਰਿਹਾ ਹੈ ਬਿਨਾਂ ਵਰਦੀ ਤੋਂ ਪੁਲਿਸ। ਇੱਕ ਸ਼ਬਦ ਕਬੀਰ ਦਾ ਕਹਿੰਦਾ, ਸੰਤਾ ਮਾਨੂ ਦੂਤਾਂ ਡਾਨੂ, ਇਹ ਗੁਟਵਾਰੀ ਮੇਰੀ। ਆਊਗਾ ਸ਼ਬਦ ਕਹਾਂ, ਮੇਰੀ ਗੁਟਵਾਰੀ ਕੀ ਹੈ? ਕੋਤਵਾਲੀ ਹੁੰਦੀ ਹੈ ਗੁਟਵਾਰੀ। ਮੈਂ ਕੋਤਵਾਲ ਭੇਜਿਆ ਪਰਮੇਸ਼ਰ ਨੇ। ਮੇਰੀ ਡਿਊਟੀ ਕੀ ਹੈ? ਮੈਂ ਸੰਤ ਨੇ ਜਿਹੜੇ ਉਹ ਦੱਸ ਦੇਣ ਵੀ ਆਏ ਸੰਤ ਨੇ, ਇਹਨਾਂ ਦੀ ਮੰਨਤਾ ਕਰੋ ਭਾਈ, ਇਹਨਾਂ ਨੂੰ ਸੰਤ ਮੰਨੋ। ਇਹ ਜਿਹੜੇ ਦੂਤ ਨੇ, ਇਹ ਸੰਤ ਨਹੀਂ ਹਨ, ਦੂਤ ਨੇ। ਅੱਡ ਅੱਡ ਪਛਾਣ ਕਰਾਉਣੀ ਹੈ ਬਨਾਰਸ ਕੇ ਠੱਗਾਂ ਦੀ ਔਰ ਹਰ ਕੇ ਸੰਤਾਂ ਦੀ। ਆਪੇ ਕਬੀਰ ਮਾੜਾ, ਕਬੀਰ ਚੰਗਾ ਕਿਵੇਂ? ਕਬੀਰ ਆਪੇ ਮਾੜਾ। ਉਹ ਜਿਹੜੇ ਭਾਈ ਪੁਲਿਸ ਦੀ ਵਰਦੀ ਪਾਈ ਬੈਠੇ ਨੇ, DIG ਬਣੇ ਬੈਠੇ ਨੇ, ਉਹ ਕਹਿੰਦੇ ਚੋਰ ਠੱਗ ਡਾਕੂ ਨੇ,
ਉਹ ਫਿਰ ਕਦੋਂ ਇਹਨੂੰ ਬਖਸ਼ਣਗੇ ਕਬੀਰ ਨੂੰ? ਉਹ ਤਾਂ ਖਿਲਾਫ ਹੋਣਗੇ ਉਹਦੇ। ਉਹਦੀ ਮਜਬੂਰੀ ਹੈ, ਡਿਊਟੀ ਉਹਦੀ ਡਿਊਟੀ ਹੈ। ਥਾਣੇਦਾਰ ਦੀ ਡਿਊਟੀ ਹੈ। ਥਾਣੇਦਾਰ ਦਾ ਡਕੈਤ ਨਾਲ ਵੈਰ ਨਹੀਂ ਹੁੰਦਾ, ਪਰਸਨਲ ਕੋਈ ਨਹੀਂ ਗੱਲ ਹੁੰਦੀ, ਪਰ ਉਹਦੀ ਡਿਊਟੀ ਹੈ। ਜੱਜ ਦਾ ਕੋਈ ਵੈਰ ਨਹੀਂ ਜਿਹਨੇ ਕਤਲ ਕੀਤਾ। ਜੱਜ ਦੀ ਡਿਊਟੀ ਹੈ ਫਾਂਸੀ ਆਪਣੀ ਕਲਮ ਨਾਲ ਲਿਖਦਾ, ਕਹਿੰਦਾ ਵੀ ਮੇਰੀ ਕੋਈ ਦੁਸ਼ਮਣੀ ਤੈਨੂੰ, ਤੇਰੇ ਬੱਚੇ ਨੇ ਕੀ ਨਹੀਂ, ਉਹਦੇ ਬਾਅਦ ਕੀ ਹੋਊ ਉਹਨਾਂ ਦਾ, ਤੈਨੂੰ ਫਾਂਸੀ ਮੈਂ ਦੇ ਰਿਹਾ, ਮੇਰੀ ਮਜਬੂਰੀ ਹੈ, ਮੇਰੀ ਡਿਊਟੀ ਹੈ। ਉਹਦੀ ਡਿਊਟੀ ਹੈ, ਉਹ ਆਪਣੀ ਡਿਊਟੀ ਕਰ ਰਿਹਾ। ਗੁਰਮੁਖ ਆਪਣੀ ਡਿਊਟੀ ਕਰ ਰਿਹਾ, ਉਹ ਆਪਣੀ ਕਰ ਰਹੇ ਨੇ। ਉਹ ਤਾਂ ਮਨਮਰਜ਼ੀ ਦੀ ਡਿਊਟੀ ਕਰ ਰਹੇ ਨੇ। ਗੁਰਮੁਖ ਮਨਮਰਜ਼ੀ ਦੀ ਡਿਊਟੀ ਨਹੀਂ ਕਰ ਰਿਹਾ, ਉਹ ਤਾਂ ਪਰਮੇਸ਼ਰ ਦੇ ਭਾਣੇ ਦੀ ਕਰ ਰਿਹਾ। ਉਹ ਤਾਂ ਮਜਬੂਰੀ 'ਚ ਕਰ ਰਿਹਾ ਹੈ। ਉਹ ਤਾਂ ਜਿਵੇਂ ਬੁਲਾਉਂਦਾ ਬੋਲਦਾ, ਉਹਦੀ ਮਜਬੂਰੀ ਹੈ ਗੁਰਮੁਖ ਦੀ ਬੋਲਣਾ, ਸੱਚ ਬੋਲਣਾ ਉਹਦੀ ਮਜਬੂਰੀ ਹੈ। ਨੁਕਸਾਨ ਜੋ ਮਰਜ਼ੀ ਹੋਵੇ, ਨੁਕਸਾਨ ਦੀ ਗੱਲ ਨਹੀਂ, ਉਹਨੂੰ ਪਰਵਾਹ ਨਹੀਂ ਹੁੰਦੀ। ਨੁਕਸਾਨ ਉਹਦਾ ਕੀ ਹੋਊਗਾ? ਉਹਦਾ ਕੁਛ ਹੈ ਹੀ ਨਹੀਂ। ਜਿਹਦਾ ਕੁਛ ਹੋਊ ਉਹਦਾ ਨੁਕਸਾਨ ਹੋਊ, ਜਿਹਦਾ ਹੈ ਹੀ ਕੱਖ ਨਹੀਂ ਉਹਦਾ ਨੁਕਸਾਨ ਕੀ ਹੋ ਜੂ? ਜਦ ਕਹਿੰਦਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਤੇਰਾ, ਉਹਦਾ ਕਰ ਦੋ ਕੀ ਨੁਕਸਾਨ, ਕੀ ਵਿਗਾੜ ਦੋਗੇ? ਉਹਨੂੰ ਵਿਗਾੜੂ ਕੀ ਉਹਦਾ, ਜਿਹਦਾ ਕੁਛ ਹੈ ਹੀ ਨਹੀਂ ਸੰਸਾਰ 'ਚ? ਕੀ ਵਿਗਾੜ ਦੂ? ਕੌਣ ਵਿਗਾੜੂ? ਕੀ ਵਿਗਾੜੂ ਉਹਦਾ? ਜਿਹੜਾ ਕਹਿੰਦਾ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ ਗਿਆ ਲਾਗੇ, ਉਹਦਾ ਪਹਿਲੇ ਮਲੰਗ ਹੈ। ਉਹਦਾ ਕੋਈ ਕੀ ਵਿਗਾੜ ਦੂਗਾ? ਜਿਹੜੇ ਵਿਗਾੜਨ ਵਾਲੇ ਨੂੰ ਬਿਲਕੁਲ ਬੇਵਕੂਫ ਨੇ, ਉਹ ਆਪਣੇ ਵਰਗਾ ਸਮਝਦੇ ਨੇ ਉਹਨੂੰ। ਅਸਲ 'ਚ ਉਹ ਆਪਣੇ ਲੈਵਲ ਦਾ ਸਮਝ ਕੇ ਕਹਿੰਦੇ ਨੇ ਅਸੀਂ ਐਂ ਵਿਗਾੜ ਦਾਂਗੇ। ਤਾਂ ਹੀ ਦਸਮ ਪਾਤਸ਼ਾਹ ਔਰੰਗਜ਼ੇਬ ਨੂੰ ਕਹਿੰਦੇ ਜਿੱਤਿਆ ਮੈਂ, ਤੂੰ ਨਹੀਂ ਜਿੱਤਿਆ, ਮੇਰਾ ਧਰਮ ਰਹਿ ਗਿਆ, ਤੇਰਾ ਰਿਹਾ ਨਹੀਂ। ਤੇਰੀ ਸਾਰੀ ਉਮਰ ਦੀ ਮਾਲਾ ਫੇਰੀ ਹੈ, ਤਸਬੀਹ ਫੇਰੀ ਐਵੇਂ ਗਈ। ਰਾਜ ਦਰਬਾਰ 'ਚ ਰਾਜਾ ਬਣ ਕੇ ਤਾਂ ਟੋਪੀਆਂ ਬਣਾ ਕੇ ਅੰਨ ਖਾਧਾ, ਐਵੇਂ ਗਿਆ ਤੇਰਾ। ਇੰਨਾ ਵਧੀਆ ਰਾਜਾ ਹੋ ਕੇ, ਤੂੰ ਇਮਾਨਦਾਰ ਹੋ ਕੇ, ਤੇਰੇ ਰਾਜ ਵਿੱਚ ਹੁਣ ਗਾਹਾਂ ਨੂੰ ਕਿਸੇ ਨੇ ਕੁਰਾਨ ਦੀ ਕਸਮ ਤੇ ਇਤਬਾਰ ਨਹੀਂ ਕਰਨਾ, ਕਲੰਕ ਤੈਨੂੰ ਲੱਗ ਗਿਆ, ਤਾਂ ਹਾਰ ਗਿਆ ਤੂੰ। ਔਰੰਗਜ਼ੇਬ ਗੱਲਾਂ ਸੁਣ ਕੇ ਬੇਹੋਸ਼ ਹੋ ਗਿਆ, ਪਾਗਲ ਹੋ ਗਿਆ। ਇਹ ਕੀ ਹੋ ਗਿਆ ਮੇਰੇ ਤੇ? ਵਾਕਈ ਮੈਂ ਕਲੰਕਿਤ ਹੋ ਗਿਆ, ਬਣ ਗਿਆ। ਕੁਰਾਨ ਤੇ ਨਹੀਂ ਕਿਸੇ ਨੇ ਇਤਬਾਰ ਕਰਨਾ। ਮੈਂ ਕਸਮ ਲਿਖ ਕੇ ਭੇਜੀ ਵੀ ਮੈਂ ਕਸਮ ਖਾਨਾ ਕੁਰਾਨ ਦੀ, ਕਿਲਾ ਛੱਡ ਦੇ, ਤੇਰੇ ਤੇ ਹਮਲਾ ਨਹੀਂ ਹੋ ਸਕਦਾ। ਹਮਲਾ ਉਹਦੇ ਤੇ ਹੋ ਗਿਆ, ਮੈਂ ਫਿਰ ਰਾਜਾ ਕਾਹਦਾ ਰਹਿ ਗਿਆ? ਜਾਂ ਤਾਂ ਫਿਰ ਮੈਂ ਕਰਾਇਆ ਹਮਲਾ, ਜਾਂ ਮੈਂ ਜਸਟੀਫਾਈ ਕਰਾਂ ਵੀ ਮੈਂ ਨਹੀਂ ਕਰਾਇਆ ਹਮਲਾ। ਇਸ ਕਰਕੇ ਔਰੰਗਜ਼ੇਬ ਨੇ ਕਿਹਾ ਵੀ ਬਾਅਦ 'ਚ ਮੈਂ ਫੈਸਲਾ ਕਰੂੰ, ਇਹਨਾਂ ਨੂੰ ਕੋਈ ਕੁਝ ਨਹੀਂ ਕਹਿ ਸਕਦਾ, ਜਿੱਥੇ ਮਰਜ਼ੀ ਫਿਰਨ, ਮੇਰੇ ਹੁਕਮ ਨਾਲ ਕਿਲਾ ਛੱਡਿਆ। ਜਿਨ੍ਹਾਂ ਨੇ ਹੁਣ ਇਹਦੇ ਵੱਲ ਉਂਗਲੀ ਕਰਤੀ, ਫਿਰ ਦੇਖ ਲਿਓ ਕੀ ਹਾਲ ਕਰੂਗਾ ਮੈਂ। ਉਹਨਾਂ ਨੂੰ ਕਹਾਂ ਵੀ ਤੁਸੀਂ ਮੇਰੇ ਕੋਲ ਆ ਜਾਓ, ਫਿਰ ਆਪਾਂ ਇਹਨਾਂ ਦਾ ਕਰਦੇ ਹਾਂ। ਬਹੁਤ ਬੁਰੀ ਹਾਲਤ ਕਰਦਾ ਔਰੰਗਜ਼ੇਬ ਜੇ ਮਿਲ ਜਾਂਦੇ ਦੋਏ, ਪਰ ਐਸਾ ਭਾਣਾ ਵਰਤਿਆ, ਉਹ ਮਿਲੇ ਨਹੀਂ ਸਕਿਆ, ਆਪਸ ਵਿੱਚ ਮੇਲ ਹੋ ਹੀ ਨਹੀਂ ਸਕਿਆ। ਔਰੰਗਜ਼ੇਬ ਨੇ ਬੁਲਾਇਆ ਸੀ ਦਸਮ ਪਾਤਸ਼ਾਹ ਨੂੰ, ਤੁਸੀਂ ਆ ਜਾਓ, ਤੁਸੀਂ ਆਪਾਂ ਇਕੱਠੇ ਹੋ ਕੇ ਗੱਲ ਕਰਾਂਗੇ, ਫਿਰ ਮੈਂ ਦੱਸੂ ਇਹਨਾਂ ਨੂੰ, ਇੱਥੋਂ ਹੀ ਉੱਥੋਂ ਹੀ ਫਰਮਾਨ ਜਾਰੀ ਕਰਾਂਗੇ ਆਪਾਂ। ਔਰੰਗਜ਼ੇਬ 'ਚ ਕੋਈ ਫਰਕ ਨਹੀਂ ਸੀ ਇਸ ਗੱਲ 'ਚ। ਜਿਹੜੇ ਅੱਜ ਪ੍ਰਚਾਰ ਕਰਦੇ ਨੇ ਮੁਸਲਮਾਨ, ਅੱਜ ਸਹੀ ਅਸੀਂ ਕੀਤਾ, ਬਿਲਕੁਲ ਗਲਤ ਪ੍ਰਚਾਰ ਕੀਤਾ ਸੀ। ਔਰੰਗਜ਼ੇਬ ਦੇ ਮੁੰਡੇ ਨੇ ਸਾਥ ਦਿੱਤਾ, ਫਿਰ ਹਾਂ ਤਾਰਾ ਆਦਮ ਨੇ ਸਾਥ ਨਹੀਂ ਸੀ ਦੇਣਾ। ਤਾਰਾ ਆਦਮ ਨੇ ਬਿਲਕੁਲ ਸਾਥ ਨਹੀਂ ਦੇਣਾ। ਤਾਰਾ ਆਦਮ ਦੇ ਨਾਲ ਸੀ ਉਹ ਸਾਰੀ ਸ਼ਰਾਰਤ ਹੋਈ, ਤਾਰਾ ਆਦਮ ਦੇ ਇਸ਼ਾਰੇ ਤੇ ਹੋਈ ਸੀ ਸ਼ਰਾਰਤ। ਤਾਰਾ ਆਦਮ ਉਹਨਾਂ ਲੋਕਾਂ ਨੂੰ ਬਚਾਉਣ 'ਚ ਲੱਗਿਆ ਹੋਇਆ ਸੀ ਜਿਹੜੇ ਲੋਕਾਂ ਨੇ ਹਮਲਾ ਕੀਤਾ ਸੀ, ਉਹ ਧੜੇ ਸੀ ਕੱਟੜਵਾਦੀਆਂ। ਔਰੰਗਜ਼ੇਬ ਖੁਦ ਨਹੀਂ ਸੀ, ਬਹਾਦਰ ਸ਼ਾਹ ਨਹੀਂ ਸੀ। ਬਾਕੀ ਬੰਦੇ ਬਹਾਦਰ ਨੇ ਕੱਖ ਨਹੀਂ ਕੀਤਾ, ਬਹਾਦਰ ਸ਼ਾਹ ਨੇ ਕਰਵਾਇਆ ਹੈ, ਮਿਲੀ ਭੁਗਤਣਾ ਹੋਇਆ ਹੈ। ਬੰਦਾ ਬਹਾਦਰ ਪਤਾ ਨਹੀਂ ਕਿਹੜੇ ਬਾਗ ਦੀ ਮੂਲੀ ਸੀ, ਇਹਨਾਂ ਨੂੰ ਕੀ ਪਤਾ ਲੋਕਾਂ ਨੂੰ ਗੱਲ ਕੀ ਸੀ। ਹੁਣ ਇਹਦਾ ਪ੍ਰਚਾਰ ਇਹ ਗਲਤ ਹੋਇਆ। ਉਹ ਜਿਹਨਾਂ ਨੂੰ ਪਤਾ ਸੀ ਚੁੱਪ ਕਰ ਰਹੇ। ਹਾਂਜੀ, ਪ੍ਰਾਣ ਗਏ ਕਹੋ ਕਾ ਕੀ ਮਾਇਆ, ਪਹਿਲਾਂ ਦੇ ਪੜ੍ਹ। ਜਸ ਦੇਖੀਏ ਤਰਵਰ ਕੀ ਛਾਇਆ। ਜਿੱਥੇ ਦੇਖਦੇ ਹਾਂ ਤਰਵਰ ਦੀ ਛਾਇਆ। ਕੋਈ ਭਾਈ ਅਮੀਰ ਹੋ ਰਿਹਾ ਹੈ, ਕੋਈ ਅਮੀਰ ਤੋਂ ਗਰੀਬ ਹੋ ਰਿਹਾ ਹੈ, ਪਰ ਕੋਈ ਅਮੀਰ ਹੋ ਰਿਹਾ ਜਾਂ ਗਰੀਬ ਹੋ ਰਿਹਾ, ਕੋਈ ਫਰਕ ਨਹੀਂ ਪੈਂਦਾ। ਪਰ ਜਦ ਪ੍ਰਾਣ ਗਏ ਤਾਂ ਫਿਰ ਕਿਹਦੀ ਹੈ? ਫਿਰ ਕਿਸੇ
ਫਿਰ ਜਦੇ ਹੋਰ ਕੋਈ ਮਾਲਕ ਹੈ। ਪ੍ਰਾਣ ਗਏ ਕਹੋ ਕਾਕੀ ਮਾਇਆ। ਫਿਰ ਕਿਹਦੀ ਉਹਦੀ ਹੈ? ਜਿਹਦੇ ਸਰੀਰ 'ਚ ਪ੍ਰਾਣ ਨਿਕਲੇ ਉਹਦੀ ਤਾਂ ਨਹੀਂ ਫਿਰ ਰਹੀ। ਜੇ ਘਟ ਗਈ ਤਾਂ ਕੀ ਫਰਕ ਹੈ, ਜੇ ਵੱਧ ਗਈ ਤਾਂ ਕੀ ਫਰਕ ਹੈ? ਜੇ ਉਹਦੀ ਵੱਧ ਗਈ ਉਹਦੇ ਹੁੰਦੇ ਹੁੰਦੇ ਤਾਂ ਕੀ ਉਹਨੂੰ ਨਾਲ ਨਹੀਂ ਲੈ ਗਿਆ, ਜੇ ਉਹਦੀ ਘਟ ਗਈ ਤਾਂ ਉਹਨੂੰ ਕੋਈ ਨੁਕਸਾਨ ਨਹੀਂ ਹੋਇਆ। ਉਹਦੀ ਤਾਂ ਹੈ ਨਹੀਂ, ਹੋਰ ਕਿਸੇ ਦੀ ਹੋਵੇ ਨਾ ਹੋਵੇ। ਜਿਹਦੀ ਉਹ ਕਹਿੰਦਾ ਕਹਾਂ ਉਹਦੀ ਵੀ ਹੈ ਨਹੀਂ, ਜਿਹਦੀ ਉਹ ਮੰਨੀ ਬੈਠਾ ਉਹਦੀ ਕਿਹੜਾ ਹੈਗੀ ਹੈ? ਜੇ ਤੇਰੀ ਨਹੀਂ ਗਾਹਾਂ ਵਾਲੇ ਦੀ ਵੀ ਨਹੀਂ ਕਿਸੇ ਦੀ। ਇਹ ਵੀ ਭਰਮ ਹੈ। ਹਾਂਜੀ, ਜਸ ਜੰਤੀ ਮੈਂ ਜਿਉ ਸਮਾਨਾ। ਜਿਵੇਂ ਇਹ ਸਰੀਰ ਵਿੱਚ ਜੰਤੀ ਸਰੀਰ ਨੂੰ ਕਹਿੰਦੇ ਨੇ, ਜਿਵੇਂ ਇਹ ਦੇਹ ਦੇ ਵਿੱਚ ਸਰੀਰ ਦੇ ਵਿੱਚ ਪੰਜਾਂ ਤੱਤਾਂ ਦੇ ਸਰੀਰ ਦੇ ਵਿੱਚ ਜੀ ਸਮਾਇਆ ਹੋਇਆ ਨਾ, ਆਤਮਾ ਸਮਾਈ ਹੋਈ ਹੈ। ਹਾਂ, ਮੂਏ ਮਰਮ ਕੋ ਕਾ ਕਰ ਜਾਨਾ। ਹੁਣ ਪਹਿਲਾਂ ਤਾਂ ਸਾਨੂੰ ਇਹ ਜੀਵ ਦਾ ਹੀ ਨਹੀਂ ਪਤਾ ਵੀ ਕੀ ਹੈ। ਪਤਾ ਜਾਂ ਮਰ ਜਾਊਗਾ, ਛੱਡ ਜਾਊਗਾ ਇਹਨੂੰ, ਆਪਾਂ ਨੂੰ ਕੀ ਪਤਾ ਕਿੱਥੇ ਗਿਆ, ਕੀ ਬਣਿਆ ਇਹਦੇ ਨਾਲ? ਪਤਾ ਕਿਸੇ ਨੂੰ? ਮਰਮ ਕੋ ਕਾ ਕਰ ਜਾਨਾ। ਉਹਦਾ ਭੇਦ ਕਿਸੇ ਨੂੰ ਭੇਦ ਹੈ ਮਰੇ ਦੇ ਬਾਅਦ? ਉਹ ਤਾਂ ਜੋ ਅਸਲੀ ਚੀਜ਼ ਸੀ ਉਹ ਤਾਂ ਛੱਡੀ ਬੈਠੇ ਹਾਂ ਅਸੀਂ। ਨਾ ਜਿਉਂਦੇ ਦਾ ਪਤਾ ਲੱਗਿਆ ਨਾ ਮਰੇ ਦਾ ਪਤਾ ਲੱਗਿਆ। ਫਿਰ ਜਿਹਨੂੰ ਮੇਰੀ ਮੇਰੀ ਕਹਿੰਦਾ ਉਹਦੀ ਹੈ ਨਹੀਂ, ਜੋ ਮੰਨੀ ਬੈਠਾ ਤਾਂ ਸਭ ਝੂਠ ਹੈ। ਜਿਹਨੂੰ ਸਰੀਰ ਨੂੰ ਅਸੀਂ ਉਹ ਸਮਝਦੇ ਤੇ ਜਿਹਦੀ ਫੋਟੋ ਬਣਾਈ ਬੈਠੇ ਉਹਨੂੰ ਆਪੇ ਉੱਤੇ ਰੱਖਿਆ ਹੈ ਸ਼ਮਸ਼ਾਨ ਘਾਟ। ਕਾਹਦੇ ਦੇ ਖੜਾ ਸੰਸਾਰ, ਕਾਹਦੇ ਨਾਲ ਜੁੜਿਆ ਹੋਇਆ? ਟੇਕ ਕੀ ਹੈ ਸੰਸਾਰ ਦੀ? ਰੋਣ ਹਾਰੇ ਕੀ ਕਵਨ ਟੇਕ, ਮਾਟੀ ਮਾਟੀ ਹੋਈ ਏ। ਮਿੱਟੀ ਦੀ ਤਸਵੀਰ ਬਣਾਈ ਬੈਠਾ, ਮਿੱਟੀ ਨੂੰ ਯਾਦ ਕਰਦਾ, ਮਿੱਟੀ ਦੇ ਸੁਪਨੇ ਆਉਂਦੇ ਨੇ ਬਾਅਦ ਚ। ਟੇਕ ਕੀ ਸੀ? ਜੇ ਮਿੱਟੀ ਦੀ ਟੇਕ ਦੀ ਮੈਂ ਘਰੇ ਰੱਖ ਲੈਂਦਾ, ਕਿਉਂ ਛੱਡਿਆ ਆ ਉੱਥੇ? ਆਤਮਾ ਦਾ ਮਰਮ ਨਹੀਂ ਕਿਸੇ ਨੂੰ ਭੇਜਦੇ ਨਹੀਂ ਹੈ ਕਹੇ ਜੀ ਸੀ ਕੀ ਸੀ। ਕਾਹਦੇ ਨਾਲ ਜੁੜਿਆ ਹੋਇਆ ਸੰਸਾਰ? ਫਿਰ ਸੰਸਾਰ ਜੁੜਿਆ ਭਰਮ ਨਾਲ। ਭਰਮੇ ਭੁੱਲੀ ਜਾ ਜਾਂਦਾ ਤੇਰੀ ਨਗਰੀ, ਜਾ ਚੰਦਾ ਕਹਿੰਦਾ ਤੇਰੀ ਸਾਰੀ ਨਗਰੀ ਉਹ ਭਰਮ ਚ ਭੁੱਲੀ ਹੋਈ ਹੈ। ਕਿਹਦੀ ਗੱਲ ਕਰਾਂ ਮੈਂ? ਇਹਦਾ ਸਾਰੀ ਨਗਰੀ ਉਹ ਭਰਮੇ ਭੁੱਲੀ ਹੋਈ ਹੈ। ਇਹ ਤਾਂ ਹੋਰ ਕੁਝ ਨੂੰ ਹੋਰੇ ਕੋ ਸਮਝੀ ਬੈਠੀ ਹੈ। ਜੋ ਇਹ ਸਮਝੀ ਬੈਠੀ ਹੈ ਉਹ ਹੈ ਨਹੀਂ ਕੁਛ ਵੀ। ਜੋ ਸਮਝੀ ਬੈਠੀ ਹੈ ਉਹ ਹੈ ਨਹੀਂ, ਜੋ ਹੈ ਇਹਨੂੰ, ਜੋ ਵਸਤੂ ਕੋ ਸੱਚ ਹੈ ਉਹਦੀ ਇਹਨੂੰ ਸਮਝ ਕੋਈ ਨਹੀਂ। ਜਿਹਨੂੰ ਸੱਚ ਮੰਨੀ ਬੈਠੀ ਹੈ ਉਹ ਸੱਚ ਹੈ ਨਹੀਂ। ਹਾਂਜੀ, ਹੰਸਾ ਸਰਵਰ ਕਾਲ ਸਰੀਰ। ਹੰਸਾ ਸਰਵਰ, ਜਿਹੜਾ ਹੰਸਾ ਅੰਦਰ ਉਹਦਾ ਜਿਵੇਂ ਸਰੋਵਰ ਹੁੰਦਾ। ਸਰੋਵਰ ਦੇ ਵਿੱਚ ਪਾਣੀ ਹੁੰਦਾ, ਪਾਣੀ ਹਰਾ ਭਰਾ ਕਰਨ ਵਾਲਾ ਹੁੰਦਾ ਨਾ ਹਰੇਕ ਚੀਜ਼ ਨੂੰ। ਸਰੀਰ ਕੀ ਆ ਉਹਦਾ? ਕਾਲ ਸਰੀਰ। ਹੰਸ ਦਾ ਸਰੀਰ ਕੀ ਹੈ? ਸਰੀਰ ਆ ਬਾਹਰਲੇ ਦੀ ਗੱਲ ਨਹੀਂ ਹੈ। ਅੰਦਰਲਾ ਸਰੀਰ ਸੀ ਜਿਹੜਾ ਹੰਸ ਦਾ, ਉਹ ਮਨ ਸੀ, ਜਿਹੜਾ ਸੀ ਮਨ, ਜਿਹੜਾ ਇਹ ਸਰੀਰ ਚ ਪਾਇਆ ਸੀ ਜੋਤ ਉਹਨੇ, ਇਹੀ ਗੁਪਤ ਉਹ ਕਾਲ ਸੀ ਇਹਦਾ। ਉਹਨੇ ਖਿੱਚ ਲਿਆ ਕਾਲ, ਉਹਦੀ ਵਜ੍ਹਾ ਨਾਲ ਕਾਲ ਹੋਇਆ। ਮਨ ਦੀ ਵਜ੍ਹਾ ਕਰਕੇ ਮਨ ਨੇ ਆਪਣਾ ਵਾਪਸ ਲੈ ਲਿਆ ਜੋ ਕਾਲ ਹੋ ਗਿਆ ਇਹਦਾ। ਉਹਨੇ ਆਪਣੀ ਜੋਤ ਖਿੱਚ ਲਈ। ਅਸਲ 'ਚ ਸਰੀਰ ਉਹੀ ਸੀ ਜਿਹੜਾ ਇਹ ਜੋ ਖਿੱਚ ਲਿਆ। ਉਹਦੀ ਵਜ੍ਹਾ ਨਾਲ ਸਰੀਰ ਤੁਰਦਾ ਸੀ। ਇਹ ਉਹ ਸਰੀਰ ਅਸਲੀ ਸੀ, ਇਹ ਸਰੀਰ ਨਕਲੀ। ਇਹਦਾ ਦਸਤਾਨਾ ਕੱਪੜਾ ਬਾਹਰਲਾ, ਅਸਲੀ ਉਂਗਲੀਆਂ ਉਹੀ ਸੀਆਂ ਜਿਹੜੀਆਂ ਉਹਨੇ ਖਿੱਚ ਲਈ, ਆਪਣੀ ਬਾਹਰ ਕੱਢ ਲਈਆਂ। ਦਸਤਾਨਾ ਜੋ ਉਂਗਲੀਆਂ ਬਾਹਰ ਕੱਢ ਲਈਆਂ, ਉਹ ਹਿਰਦਾ ਵਿਚਾਰਾ ਗਿਆ ਪਿਆ, ਫਿਰ ਉਹਦਾ ਕੱਪੜਾ ਹੈ। ਉਹ ਸਾਰਾ ਹੱਥ ਪੈਰ ਤਾਂ ਹਿਲਦੇ ਤੇ ਉਹ ਵਿੱਚ ਉਹਦਾ ਆਪਣਾ ਸਰੀਰ ਪਾਇਆ ਹੋਇਆ ਤਾਂ, ਆਪਣੀ ਇੱਛਾ ਸ਼ਕਤੀ ਪਾਈ ਹੋਈ ਸੀ। ਉਹਦੀ ਇੱਛਾ ਸ਼ਕਤੀ ਨਾਲ ਹਿਲਦਾ ਸੀ। ਆਪਾਂ ਇੱਛਾ ਕਰਦੇ ਹਾਂ ਤਾਂ ਉਂਗਲੀ ਹਿਲਦੀ ਹੈ, ਇੱਛਾ ਦੇ ਬਿਨਾਂ ਕੁਝ ਨਹੀਂ ਹਿਲਦਾ, ਹੱਥ ਨਹੀਂ ਹਿਲਦਾ,
ਪੈਰ ਨਹੀਂ ਹਿਲਦਾ ਇੱਛਾ ਦੇ ਬਿਨਾਂ। ਮਨ ਦੀ ਇੱਛਾ ਦੇ ਅਨੁਸਾਰ ਸਰੀਰ ਚੱਲਦਾ ਸਾਡਾ। ਇਸ ਕਰਕੇ ਮਨ ਦੇ ਅਧੀਨ ਆਗਿਆਕਾਰੀ ਕੀਨੀ ਮਾਇਆ। ਆ ਸਰੀਰ ਮਾਇਆ ਦਾ ਸਾਡੀ ਆਗਿਆ ਦੇ ਵਿੱਚ ਹੈ। ਮਾਇਆ ਦੂਈ ਮਾਇਆ ਨਹੀਂ ਸਾਡੀ ਆਗਿਆ 'ਚ। ਜੇ ਦੂਈ ਮਾਇਆ ਆ ਗਿਆ ਜਾਵੇ ਸੂਰਜ ਨੂੰ ਜਿੱਥੇ ਮਰਜ਼ੀ ਰੋਕ ਲਈਏ, ਜਿੱਥੇ ਮਰਜ਼ੀ ਮੀਂਹ ਪਵਾ ਲਈਏ, ਸੁਨਾਮੀ ਲਹਿਰਾਂ ਨੂੰ ਪਿੱਛੇ ਹੀ ਮੋੜ ਦਈਏ, ਉਹ ਆ ਗਿਆ ਜੇ ਆਗਿਆਕਾਰੀ ਕੀਨੀ ਮਾਇਆ। ਸਾਰੀ ਮਾਇਆ ਦਾ ਪਰਮੇਸ਼ਰ ਦੀ ਆਗਿਆ 'ਚ। ਠੀਕ ਹੈ ਨੀ? ਤੇ ਸਾਡੇ ਕੋਲ ਵੀ ਤਾਂ ਪਾਵਰ ਹੈ। ਜਿਹੜਾ ਕਿ ਛੋਟਾ ਇਹ ਜੋਤ ਹੈ ਉਹਦੀ ਕਿਹਦੇ ਕੋਲ ਪਾਵਰ ਹੈ? ਇਹਦੇ ਕੋਲ ਆ ਜਿਹੜੀ ਇੰਨੀ ਮਾਇਆ ਹੈ ਸਰੀਰ ਵਾਲੀ, ਇਹਦੀ ਆਗਿਆ 'ਚ ਹੈ। ਜਿੰਨੀ ਕੁ ਮਿੱਟੀ ਇਹਨੂੰ ਲੱਗੀ ਹੋਈ ਹੈ ਉਹ ਤਾਂ ਇਹਦੀ ਆਗਿਆ 'ਚ ਹੈ ਨਾ। ਜਿੰਨੀ ਕਿ ਇਹਨੂੰ ਮਾਇਆ ਦੇਤੀ, ਇਹਨੇ ਨਾਲ ਜੋੜਤੀ, ਉਨੀ ਕਿਹਦੀ ਆਗਿਆ 'ਚ ਹੈ। ਜਿਹੜੀ ਬਾਕੀ ਹੈ ਬਾਕੀ ਉਹਦੀ ਆਗਿਆ 'ਚ। ਆਗਿਆਕਾਰੀ ਕੀਨੀ ਮਾਇਆ ਦੋ ਹੀ ਜਗ੍ਹਾ ਲੱਗਦਾ ਹੈ, ਜੀਵ ਆਤਮਾ ਨਾਲ ਵੀ ਲੱਗਦਾ ਹੈ। ਆਤਮ ਹੱਤਿਆ ਕਰ ਲੈਂਦਾ ਗੱਡੀ ਥੱਲੇ ਜਾ ਕੇ, ਆਗਿਆਕਾਰੀ ਹੈ ਨਾ ਮਾਇਆ। ਐਕਸੀਡੈਂਟ ਹੁੰਦਾ, ਭੱਜੇ ਆਉਂਦਾ, ਕੋਈ ਮੂਹਰੇ ਦੀ ਚੀਜ਼ ਆ ਗਈ, ਭੱਜ ਕੇ ਪਰੇ ਹੋ ਜਾਂਦੇ ਆਪਾਂ। ਆਗਿਆਕਾਰੀ ਹੈ ਨਾ, ਸਰੀਰ ਬਚਾ ਲਿਆ, ਭੱਜ ਕੇ ਪਰੇ ਹੋ ਗਏ, ਚਾਹੇ ਹੋਵੋ ਚਾਹੇ ਨਾ ਹੋਵੋ। ਹਾਂਜੀ, ਕਾਲ ਕੀ ਹੈ? ਕਾਲ ਸਰੀਰ ਹੈ। ਸਰੀਰ ਅੰਦਰਲੇ ਦੀ ਗੱਲ ਹੈ। ਹੰਸ ਦਾ ਸਰੀਰ ਕੀ ਹੈ? ਹੰਸ ਦੀ ਦੇਹੀ, ਹੰਸ ਦੀ ਉਹ ਇੱਛਾ ਹੀ ਸੀ। ਉਹ ਇੱਛਾ ਸੀ ਜਿਹੜੀ ਉਹਨੇ ਇੱਛਾ ਸ਼ਕਤੀ ਆਪਣੀ ਬਾਹਰ ਕਰਕੇ ਮਾਇਆ ਨੂੰ ਜੋੜੀ ਸੀ, ਉਹੀ ਉਹਦੀ ਦੇਹੀ ਸੀ। ਉਹ ਦੇਹੀ ਕਰਕੇ ਦੇਹੀ ਚਲਦੀ ਸੀ। ਹੰਸ ਕੀ ਸੀ? ਹੰਸ ਸਾਹ ਲੈਂਦਾ ਸੀ, ਤਾਂ ਹੀ ਹੈ ਨਾ। ਇਹ ਬਗਲਾ ਸੀ ਜਿਹੜਾ ਉਹ ਸਰੀਰ ਹੈ। ਹੰਸ ਦੇ ਵਿੱਚੋਂ ਨਿਕਲਿਆ ਸੀ ਬਗਲਾ, ਉਹ ਸਰੀਰ ਸੀ। ਉਹ ਇਹ ਸਰੀਰ ਨਾਲ ਜੁੜ ਗਿਆ ਬਗਲਾ। ਬਗਲ ਸਮਾਧਕ ਤਾਂ ਹੀ ਲਾਉਂਦਾ ਜਿਹੜਾ ਵਿੱਚ ਇਹਦੇ ਬਗਲ ਹੈ, ਉਹ ਸਮਾਧੀ ਲਾ ਰਿਹਾ। ਬਗਲ ਸਮਾਧਕ ਦਾ ਮਤਲਬ ਇਹ ਹੈ, ਸਮਾਧੀ ਕੌਣ ਲਾ ਰਿਹਾ? ਜਿਹੜਾ ਸਰੀਰ ਨਾਲ ਜੁੜਿਆ ਹੈ। ਉਹ ਕੌਣ? ਬਗਲਾ ਹੀ ਹੈ। ਬਗਲਾ ਲਾ ਰਿਹਾ ਸਮਾਧੀ। ਉਹ ਸਮਾਧੀ ਅੰਦਰ ਨੇ ਲਾਉਣੀ ਸੀ। ਉਹ ਸਮਾਧੀ ਉਹ ਲਾਵੇ, ਉਹਦੇ ਵਿੱਚ ਜੁੜ ਜਵੇ ਜਾ ਕੇ। ਉਹਨੂੰ ਕਹੇ ਵੀ ਤੂੰ ਲਾ ਸਮਾਧ। ਉਹ ਸਹਿਜ ਸਮਾਧ ਲਾਊਗੇ, ਸੁਣ ਲਾਉਂਦਾ ਸਮਾਧ। ਸਮਾਧੀ ਉਹਦੀ ਤਾਂ ਲੱਗੂ ਜੇ ਉਹਦੇ ਵਿੱਚ ਜਾ ਕੇ ਸਮਾਊਗਾ ਮਾਇਆ ਨੂੰ ਛੱਡ ਕੇ। ਉਹ ਸਮਾਧੀ ਲਾ ਲਵੇ, ਸਾਹ ਆਉਣਾ ਬੰਦ ਹੋ ਜਾਊਗਾ, ਸਾਹ ਆਉਣਾ ਬੰਦ ਹੋ ਜਾਊਗਾ। ਇਸ ਕਰਕੇ ਬੜਾ ਕੰਪਲੀਕੇਟਡ ਹੈ ਇਹ ਸਵਾਲ ਸਾਰਾ। ਗੁਰਬਾਣੀ ਤਾਂ ਹੀ ਨਹੀਂ ਸਮਝ ਆਉਂਦੀ ਨਾ ਸਾਨੂੰ। ਇਹ ਬਹੁਤ ਕੰਪਲੀਕੇਟਡ ਚੀਜ਼ ਹੈ, ਐਡੀ ਛੇਤੀ ਸਮਝਣ ਵਾਲੀ ਹੈ ਨਹੀਂ। ਹੈ ਵੀ ਬਹੁਤ ਸਿੱਧੀ। ਜੇ ਸਮਝ ਆ ਜਾਂਦੀ ਹੈ ਫਿਰ ਬਿਲਕੁਲ ਐਂ ਲੱਗਦੀ ਹੈ ਵੀ ਸੌਖੀ ਹੈ। ਜਿੰਨਾ ਚਿਰ ਸਮਝ ਨਹੀਂ ਆਉਂਦੀ ਬਹੁਤ ਔਖੀ ਲੱਗਦੀ ਹੈ। ਵੀ ਕਦੇ ਕੁਛ ਕਹਿਤਾ ਜੀ ਗੁਰੂ ਸਾਹਿਬ ਨੇ, ਕਦੇ ਕੁਛ ਕਹਿਤਾ, ਕਦੇ ਭਗਤਾਂ ਨੇ ਕੁਛ ਕਹਿਤਾ। ਇਹ ਤਾਂ ਜੀ ਬਹੁਤ ਆਮ ਆਦਮੀ ਦੀ ਤਾਂ ਵਿਦਵਾਨੀ ਤਾਂ ਮੱਤ ਮਾਰੀ ਜਾਂਦੀ ਹੈ ਪਹਿਲਾਂ ਪਹਿਲਾਂ। ਕਾਲ ਸਰੀਰ, ਕਾਲ ਸਰੀਰ ਹੈ। ਸਰੀਰ ਇਹ ਕਾਲ ਹੈ। ਸਰੀਰ ਦਾ ਕਾਲ ਨਹੀਂ ਲਿਖਿਆ ਹੋਇਆ। ਕਾਲ ਸਰੀਰ। ਹਾਂ, ਕਾਲ ਸਰੀਰ। ਸਰੀਰ ਕਿਵੇਂ ਕਾਲ ਹੈ? ਸਵਾਲ ਇਹ ਹੈ। ਸਰੀਰ ਦਾ ਕਾਲ ਤਾਂ ਹੁੰਦਾ, ਸਰੀਰ ਇਹ ਕਾਲ ਹੈ। ਵਿਦਵਾਨ ਇਹ ਗੱਲਾਂ ਨੂੰ ਦੇਖਦੇ ਵੀ ਇਹ ਲਿਖਿਆ ਹੋਇਆ ਕੀ ਹੈ। ਸਰੀਰ ਦਾ ਕਾਲ ਲਿਖ ਦੇਣਗੇ। ਉਹ ਤਾਂ ਇੰਨਾ ਤਾਂ ਕੋਲੋਂ ਜੋੜ ਲੈਂਦੇ ਨੇ, ਇੰਨਾ ਕੋਲੋਂ ਜੋੜ ਲੈਂਦੇ ਨੇ। ਇਸੇ ਕਰਕੇ ਉਹ ਅਰਥਾਂ ਦੇ ਨਰਸ ਕਰ ਦਿੰਦੇ ਨੇ। ਰਾਮ ਰਸਾਇਣ ਪਿਓਰੇ ਕਬੀਰ। ਕਿਉਂਕਿ ਸਰੀਰ ਅੰਦਰਲਾ ਵੀ ਆਉਂਦਾ ਨਾ, ਤਨ ਆਉਂਦਾ ਰਿਹਾ ਅੰਦਰਲਾ। ਉਹ ਤਨ ਜਿੰਨਾ ਚਿਰ ਹੈ, ਜੋ ਬਗਲਾ ਨਿਕਲ ਕੇ ਇਹਦੇ ਚ ਆਉਂਦਾ, ਬਗਲਾ ਨਿਕਲ ਕੇ, ਬਗਲਾ ਹੀ ਸਰੀਰ ਸੀ ਇਹ ਸਰੀਰ ਦਾ। ਬਗਲੇ ਦੀ ਵਜ੍ਹਾ ਨਾਲ ਜਿਉਂਦਾ ਸੀ ਉਹ। ਅੰਦਰਲਾ ਸਰੀਰ ਬਾਹਰਲੇ ਸਰੀਰ ਦਾ ਜੀਵਨ ਵੀ ਉਹੀ ਹੈ, ਕਾਲ ਵੀ ਉਹੀ ਹੈ।
ਉਹੀ ਜੀਵਨ ਹੈ ਸਰੀਰ ਦਾ, ਉਹੀ ਸਰੀਰ ਦਾ ਕਾਲ ਹੈ। ਜੇ ਨਾਲ ਜੁੜਿਆ ਹੈ ਜੀਵਨ, ਛੱਡ ਗਿਆ ਤਾਂ ਕਾਲ ਹੈ। ਇਵੇਂ ਹੁਕਮ ਹੈ ਜੰਮਣ ਮਰਨ ਦੋਏ ਹੁੰਦੇ ਨੇ ਉਹਦੇ ਚ। ਜੇ ਹੁਕਮ ਨਾਲ ਜੁੜ ਗਏ ਜੀਵਨ ਹੋ ਗਿਆ, ਹੁਕਮ ਨਾਲ ਟੁੱਟੇ ਹੋਏ ਤਾਂ ਮਰਨ। ਹੁਕਮ ਤੋਂ ਅਲੱਗ ਹੋ ਗਏ, ਹਰ ਵਿਸਰ ਗਿਆ, ਖੁਆਰੀ ਹੋ ਗਈ। ਹਰ ਨਾਲ ਜੁੜੇ ਹੋਏ ਜੀਵਨ ਹੋ ਗਿਆ। ਲਾਈਟ ਚਲਦੀ ਹੈ, करंट आ रही है, लाइट ऑन है, करंट बंद होगी, लाइट ऑफ होगी। तो जीवन भी वही होगा, मौत भी वही होगी। लाइट जो है, लाइट का जीवन की है, करंट मौत की होगी। करंट ऑफ करती, करंट हट गई, मौत होगी। बस यही है। ਉਹਦੀ ਕਰੰਟ ਸੀ ਉਹ ਕੀ ਹੈ? ਉਹ ਹੈ ਸਰੀਰ। ਇਹ ਸਰੀਰ ਦਾ ਮਨ ਤੂੰ ਜੋਤ ਸਰੂਪ ਹੈ ਜੇ ਕਿਹਾ, ਇਹ ਮਨ ਸ਼ਕਤੀ ਵੀ ਕਿਹਾ ਹੋਇਆ ਹੈ। ਮਨ ਦੀ ਸ਼ਕਤੀ ਨਾਲੇ ਚੱਲਦਾ ਹੈ। ਜੇ ਮਨ ਨੂੰ ਜੋਤ ਕਿਹਾ, ਮਨ ਨੂੰ ਸ਼ਕਤੀ ਵੀ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਪੰਜ ਤੱਤ ਦਾ ਸਰੀਰ ਹੈ, ਪੰਜ ਤੱਤ ਦਾ ਮਨ, ਸੁਪਰੀਮ ਤੱਤ ਦਾ, ਇੱਕ ਤੱਤ ਦਾ, ਪਰਮ ਤੱਤ ਤੋਂ ਬਣਿਆ ਹੋਇਆ। ਉਹਦੀ ਸ਼ਕਤੀ ਨਾਲ ਇਹ ਸਰੀਰ ਚੱਲਦਾ ਹੈ। और शक्ति ਉਹਨੇ ਆਪਣੀ ਹਟਾ ਲਈ ਪਿੱਛੇ। ਉਹ ਸ਼ਕਤੀ ਦਾ ਸਰੀਰ ਤਾਂ ਹੁੰਦਾ ਨਾ, ਸ਼ਕਤੀ ਦਾ ਸਰੀਰ ਪਿੱਛੇ ਅੜ ਗਿਆ, ਇਹਦੀ ਮੌਤ ਹੋ ਗਈ। ਸ਼ਕਤੀ ਨਾਲ ਚੱਲਦਾ, ਸ਼ਕਤੀ ਦੇ ਬਿਨਾਂ ਨਹੀਂ ਚੱਲਦਾ। ਚੱਲਦਾ ਜੀਵਨ ਹੈ, ਨਹੀਂ ਚੱਲਦਾ ਤਾਂ ਮੌਤ ਹੈ। ਹਾਂਜੀ। ਗੌੜੀ ਕਬੀਰ ਜੀ, ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ। ਕਮਨ ਸੁ ਘਰ ਜੋ ਨਿਰਭਉ ਕਹੀ ਹੈ, ਭਉ ਭਜ ਜਾਏ ਅਭੈ ਹੋਏ ਰਹੀ ਹੈ। ਰਹਾਉ ਤਟ ਤੀਰਤ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਪਾਪ ਪੁੰਨ ਦੋ ਏਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਕਬੀਰ ਨਿਰਗੁਣ ਨਾਮ ਨ ਰੋਸ, ਇਸ ਪਰ ਚਾਹੇ ਪਰਚ ਰਹੋ ਏਸ। ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕਛੂਆ ਫਲ ਮੋਤੀ। जोत की जात, जात की ਜੋਤੀ। ज्योति। जोत है मन है, ਉਹਦੀ ਜਾਤ ਹੈ, ਉਹਦੇ ਵਾਸਤੇ ਸਰੀਰ ਹੈ। ਜਾਤ ਕੀ ਜੋਤੀ, ਇਹ ਦੋਹਾਂ ਨੂੰ ਰਲ ਕੇ ਸਰੀਰ ਹੈ, ਇੱਕ ਹੈ। ਜੋਤ ਬਿਨਾਂ ਵੀ ਕੁਝ ਨਹੀਂ ਗੱਲ, ਜਾਤ ਬਿਨਾਂ ਵੀ ਕੁਝ ਗੱਲ ਨਹੀਂ ਹੈ। ਜੇ ਮਾਇਆ ਨਹੀਂ ਹੈ, ਮਾਇਆ ਦਾ ਸਰੀਰ ਨਹੀਂ, ਤਾਂ ਵੀ ਮਨ ਨਹੀਂ ਕੁਝ, ਆਤਮਾ ਨਹੀਂ ਕੁਝ ਕਰ ਸਕਦੀ। ਜੇ ਕੱਲੀ ਆਤਮਾ ਹੈ, ਸਰੀਰ ਨਹੀਂ ਕੁਝ ਕਰ ਸਕਦਾ, ਸਰੀਰ ਤੇ ਬਿਨਾਂ ਆਤਮਾ ਨਹੀਂ ਕੁਝ ਕਰ ਸਕਦਾ। ਇਹ ਦੋਵੇਂ ਮਿਲੇ ਤੇ ਗੱਲ ਤਾਂ ਬਣਨੀ। ਪਰ ਇਹਨੂੰ ਲੱਗਦਾ ਕੀ ਹੈ? ਤਿਤ ਲਾਗੇ ਕੰਚੂਆ ਫਲ ਮੋਤੀ। ਕਚੂਆ ਫਲ ਮੋਤੀ ਲੱਗਦੇ ਨੇ, ਇਹਨੂੰ ਕੱਚੇ ਫਲ ਵੀ ਲੱਗਦੇ ਨੇ, ਮੋਤੀਆਂ ਵਰਗੇ ਕਚੂਆ ਫਲ ਲੱਗਦੇ ਨੇ। ਜੇ ਗਿਆਨ ਲੱਗਦਾ, ਆਤਮਿਕ ਲੈਵਲ ਤੇ ਫਲ ਲੱਗਦਾ, ਗਿਆਨ ਲੱਗਦਾ, ਤਾਂ ਕੱਚਾ ਗਿਆਨ ਹੈ। ਇਹਦਾ ਆਪਣੀ ਮਨਮਤ ਲੱਗਦੀ ਹੈ। ਫਿਰ ਇਹਨੂੰ ਆਪ ਦਾ ਮਨਮਤੇ ਪੈਦਾ ਕਰ ਸਕਦਾ ਹੈ। ਆਪ ਦਾ ਬੋਲੂ ਤਾਂ ਕੱਚੀ ਬਾਣੀ ਬੋਲੂ, ਆਪ ਧਰਮ ਬਣਾਊ, ਕੱਚਾ ਧਰਮ ਬਣਾ ਸਕਦਾ। ਕਚੂਆ ਫਲ ਮੋਤੀ, ਗੱਲਾਂ ਕੰਮ ਦੀਆਂ ਹੋਣਗੀਆਂ, ਮੋਤੀਆਂ ਵਰਗੀਆਂ ਹੋਣਗੀਆਂ। ਕਹਿੰਦਾ ਲੱਖ ਰੁਪਏ ਦੀ ਗੱਲ ਕਹਿਤੀ, ਵਧੀਆ ਵਧੀਆ ਗੱਲਾਂ ਨੇ, ਬੜੇ ਬੜੇ ਫਿਲਾਸਫਰ ਹੋਏ ਨੇ। ਕਬੀਰ ਨੇ ਬੜੀ ਬਾਣੀ ਲਿਖੀ ਆ। ਪਿੱਛੇ ਵਾਲੀ ਹਾਂ, ਇਹ ਆ ਫਿਰ ਭਾਈ ਕਚੂਆ ਫਲ ਮੋਤੀ। ਜੇ ਆਪਾਂ ਸੰਸਾਰੀ ਗੱਲ ਕਰੀਏ, ਬੱਚੇ ਪੈਦਾ ਹੋਣ ਵਾਲੀ ਗੱਲ ਹੈ, ਉਹ ਵੀ ਕਚੂਆ ਫਲ ਮੋਤੀ ਹੋਵੇ। ਜੇ ਕਿਸੇ ਨੇ ਵੀ ਮੰਨਣਾ ਹੋਵੇ, ਸਰੀਰ ਕਰਕੇ ਜੇ ਫਲ ਲੱਗਦੇ ਨੇ ਨਾ, ਉਹ ਤਾਂ ਆਤਮਾ ਕਰਕੇ ਫਲ ਹੋ ਗਏ ਨਾ, ਗਿਆਨ ਦੇ ਦੋ ਕਿਸਮ ਦੇ ਫਲ ਹੋ ਗਏ ਨਾ। ਕਚੂਆ ਫਲ ਇੱਕ ਤਾਂ ਸਰੀਰ ਦੇ ਬੱਚੇ ਜਿਹੜੇ ਨੇ ਕਚੂਆ ਫਲ ਨੇ, ਤਾਂ ਕਚੂਆ ਫਲ ਨੇ। ਉਹਦੇ ਮੋਤੀ ਨੇ, ਉਹ ਵੀ ਕਚੂਆ ਫਲੇ ਨੇ। ਸੰਸਾਰੀ ਗਿਆਨ, ਸੰਸਾਰੀ ਮੱਤਾਂ ਦੇ ਵਿੱਚ ਸੰਸਾਰੀ ਗਿਆਨ। ਕਬੀਰ ਨੇ ਬੜਾ ਬੀਚ ਕੇ ਲਿਖਿਆ। ਉਹ ਗੱਲ ਜੋ ਗੁਰਬਾਣੀ ਦੇ ਵਿੱਚ ਹੈ,
ਉਹ ਗੱਲ ਨਹੀਂ ਸੀ, ਕਿਉਂ ਗਿਆਨ ਹੀ ਨਹੀਂ। ਉਸ ਗਿਆਨ ਨੂੰ ਪੜ੍ਹ ਕੇ ਉਹਨੂੰ ਉਹ ਅਵਸਥਾ ਨਹੀਂ ਮਿਲੀ ਜਿਹੜੀ ਉਹ ਚਾਹੁੰਦਾ ਸੀ। ਘਟੀਆ ਅਵਸਥਾ ਨੂੰ ਲਿਖਿਆ ਸੀ ਨਾ ਸਾਰਾ ਗਿਆਨ, ਫਿਰ ਸਾਰਾ ਰੱਦ ਤਾਂ ਹੀ ਕੀਤਾ। ਮਗਰ ਜਦ ਪੜ੍ਹ ਕੇ ਪੂਰਾ ਉਹਨੂੰ ਸਮਝ ਆਈ, ਆਤਮ ਦਰਸ਼ਨ ਹੋਇਆ। ਅਸਲ 'ਚ ਆਤਮ ਦਰਸ਼ਨ ਦੀ ਗੱਲ ਨਹੀਂ ਹੈ ਉਹ ਕਛੂਆ ਫਲ ਮੋਤੀਆਂ 'ਚ। ਆਤਮ ਗਿਆਨ ਨਹੀਂ ਹੁੰਦਾ, ਮਾਇਆ ਦਾ ਗਿਆਨ ਤਾਂ ਹੁੰਦਾ। ਸੰਸਾਰ 'ਚ ਦੋ ਦੇਖਦੇ ਆ ਨਾ, ਝੂਠ ਦਾ ਗਿਆਨ ਤਾਂ ਬਹੁਤ ਦੂਰ ਤੱਕ ਹੁੰਦਾ ਸਾਨੂੰ, ਪਖੰਡਵਾਦ ਦਾ ਗਿਆਨ ਬਹੁਤ ਦੂਰ ਤੱਕ ਹੁੰਦਾ। ਪਖੰਡਵਾਦ ਕੱਟਿਆ ਹੋਇਆ, ਹੋਰ ਵੀ ਥੱਲੇ ਦੇ ਇਹਨਾਂ ਨੇ ਪਖੰਡਵਾਦ ਕੱਟਿਆ। ਗਿਰਧਰ ਕਬੀਰ ਆਏ ਹੋਇਆ ਜਾਂ ਹੋਰ ਹੋਏ ਨੇ, ਵੀਰਾ ਹੋਏ ਉਹ ਪਖੰਡਵਾਦ ਕੱਟਿਆ ਇਹਨਾਂ ਨੇ। ਪਖੰਡਵਾਦ ਨੂੰ ਪਛਾਣਨਾ ਹੋਰ ਗੱਲ, ਸੱਚ ਨੂੰ ਪਛਾਣਨਾ ਹੋਰ ਗੱਲ, ਆਤਮਦਰਸ਼ੀ ਹੋ ਜਾਣਾ ਹੋਰ ਗੱਲ। ਆਤਮਦਰਸ਼ੀ ਜਦ ਹੋ ਗਿਆ ਕਬੀਰ ਤੇ ਪਿਓਰ ਕੱਲੀ ਆਤਮ ਦਰਸ਼ਨ ਦੀ ਗੱਲ ਕੀਤੀ ਹੈ, ਫਿਰ ਗੱਲੇ ਨਹੀਂ ਹੋਰ ਕੀਤੀ। ਆਤਮਦਰਸ਼ੀ ਕੇਵਲ ਆਤਮ ਦਰਸ਼ਨ ਦੀ ਗੱਲ ਕਰਦੇ ਨੇ, ਬਾਕੀ ਗੱਲਾਂ ਛੱਡ ਦਿੰਦੇ ਨੇ। ਮਾਇਆ ਦੀ ਗੱਲ ਨਹੀਂ ਕੀਤੀ ਜਾ ਸਕਦੀ, ਫਿਰ ਤਾਂ ਕੱਚਾ ਸਾਰਾ। ਹਾਂ, ਇਹਦੇ ਵਿੱਚ ਹੀ ਕੱਟੀ ਜਾਣਾ, ਇਹਦੇ ਵਿੱਚ ਹੀ ਕੱਟਿਆ ਹੋਇਆ ਸਭ ਕੁਛ। ਉੱਥੇ ਤਾਂ ਗੁਰੂ ਗੋਬਿੰਦ ਦੋ ਕਹਿੰਦੇ ਖੜੇ ਨੇ, ਗੁਰੂ ਗੋਬਿੰਦ ਨੂੰ ਦੋ ਮੰਨਦਾ। ਗੁਰੂ ਸੰਸਾਰੀ ਗੁਰੂ ਨੂੰ ਮੰਨਦਾ, ਸੰਸਾਰੀ ਆਦਮੀ ਨੂੰ। ਕਿਉਂਕਿ ਉਹ ਜਿਹੜੀ ਪੰਡਤ ਨੇ ਬਾਟ ਪਾੜੀ ਹੋਈ ਹੈ ਨਾ, ਵਿਦਿਆ, ਅਵਿਦਿਆ ਦਾ ਬ੍ਰਹਮ ਵਿਦਿਆ ਦਾ ਪਤਾ ਨਹੀਂ ਹੁੰਦਾ ਉਦੋਂ ਤੱਕ। ਉਹ ਵਿਦਿਆ ਜਿਹੜੀ ਹੈਗੀ ਹੈ, ਪੰਡਤ ਨੇ ਅਵਿਦਿਆ ਬਣਾ ਲਈ। ਜਦੋਂ ਬੰਦੇ ਨੂੰ ਗੁਰੂ ਬਣਾ ਲਿਆ, ਬੰਦੇ ਨੂੰ ਸੁਪਰੀਮ ਮੰਨ ਲਿਆ, ਪਰਮੇਸ਼ਰ ਦਾ ਸਰੂਪ ਆਦਮੀ ਵਰਗਾ ਮੰਨ ਲਿਆ, ਇਹਦੀ ਮੂਰਤੀ ਬਣਾ ਕੇ ਪੂਜਾ ਕਰਨ ਲੱਗ ਗਿਆ, ਫਿਰ ਗੱਲ ਤਾਂ ਖਤਮ ਹੋ ਗਈ। ਫਿਰ ਆਤਮਾ ਦੀ ਮੂਰਤੀ ਤਾਂ ਆਤਮਾ ਹੁੰਦੀ ਹੋ ਨਹੀਂ। ਮਜ਼ੇ ਦੀ ਗੱਲ ਇਹ ਹੈ ਕਿ ਆਦਮੀ ਜਿਹਦੇ ਚ ਆਤਮਾ ਹੁੰਦੀ ਹੈ, ਮੂਰਤੀ ਚ ਆਤਮਾ ਹੀ ਨਹੀਂ ਹੁੰਦੀ। ਤੂੰ ਚੇਤਨ ਹੋ ਕੇ ਜੜ ਦੀ ਪੂਜਾ ਕਰ ਰਿਹਾ, ਖੁਦ ਤੇਰੀ ਮੂਰਤੀ ਆਦਮੀ ਵਰਗੀ ਹੈ, ਤੇਰੇ ਚ ਆਤਮਾ ਹੈਗੀ ਹੈ। ਤੂੰ ਬੋਲਦਾ, ਉਪਦੇਸ਼ ਕਰਨਾ, ਕੁਛ ਵੀ ਨਹੀਂ ਕਰ ਸਕਦਾ। ਮੂਰਤੀ ਤੂੰ ਉਹਦੇ ਤੇ ਸ਼ਰਧਾ ਰੱਖਦਾ, ਇਦੋਂ ਬੜਾ ਮੂਰਖ ਕੌਣ ਹੋਊਗਾ? ਇਦੋਂ ਬੜਾ ਮੂਰਖ ਕੌਣ ਹੋਊ? ਚੇਤਨ ਹੋ ਕੇ ਜੜ ਦੀ ਪੂਜਾ ਕਰਦਾ, ਤੇ ਬੁੱਧੀ ਜੜ ਹੋ ਜਾਂਦੀ ਹੈ। ਜੈਸਾ ਸੇਵੇ ਤੈਸਾ ਹੋਏ। ਉਦੋਂ ਤੱਕ ਕਛੂਆ ਫਲ ਮੋਤੀ ਨੇ ਜਿੰਨਾ ਚਿਰ ਮੂਰਤੀ ਪੂਜਕ ਹੈ। ਕਬੀਰ ਵੀ ਮੂਰਤੀ ਪੂਜਕ ਸੀ ਉਦੋਂ ਤੱਕ, ਕਿਉਂਕਿ ਰਾਮਾਨੰਦ ਜੋ ਮੂਰਤੀ ਪੂਜਕ ਹੈ, ਰਾਮਾਨੰਦ ਖੁਦ ਜੋ ਮੂਰਤੀ ਪੂਜਕ ਹੈ, ਜਿਹਦੋਂ ਮਾਲਾ ਲਈ ਹੋਈ ਹੈ। ਜੇ ਮਾਲਾ ਫੇਰਦਾ ਹੈ, ਮੂਰਤੀ ਪੂਜਕ ਵੀ ਹੈ। ਸਿੱਖ ਵੀ ਮਾਲਾ ਫੇਰਦੇ ਨੇ ਅੱਜ, ਅਜੀਬ ਗੱਲ ਹੈ, ਸਿੱਖ ਮਾਲਾ ਫੇਰਦੇ ਨੇ। ਧੋਤੀ ਟਿੱਕਾ ਛੱਡਤਾ, ਪੰਡਤ ਤੋਂ ਬੜੇ ਨਾਰਾਜ਼ ਨੇ। ਧੋਤੀ ਟਿੱਕਾ ਮਾਲਾ ਇਕੱਠੇ ਨੇ, ਪੰਡਤ ਦੇ ਬਾਣੇ ਵਿੱਚ ਨੇ। ਪੰਡਤ ਦਾ ਜਿਹੜਾ ਬਾਣਾ ਨਾ, ਭੇਖ ਹੈ, ਉਹਦਾ ਅੰਗ ਹੈ ਮਾਲਾ, ਜਾਂ ਫਿਰ ਵੈਸ਼ਨੂ ਭਗਤਾਂ ਦਾ ਮਾਲਾ ਹੈ। ਪੰਡਤ ਦੀਆਂ 27 ਸਿਮਰਤੀਆਂ ਨੇ, 27 ਮਣਕੇ ਦੀ ਮਾਲਾ। ਵੈਸ਼ਨੂ ਭਗਤ ਨੇ 4 ਮਾਲਾ ਇਕੱਠੀਆਂ ਕਰਕੇ 108 ਮਣਕੇ ਬਣਾ ਲਏ। ਕਬੀਰ ਸਾਬਤ ਕਰਦਾ, ਵੈਸ਼ਨੂ ਪਿਆ ਤੋਂ ਕਿਹਾ ਪਿਆ ਮਾਲਾ ਮੇਲੀ 4, ਫਿਰ ਕੀ ਤੂੰ ਬੜਾ ਹੋ ਗਿਆ 4 ਮਾਲਾ ਇਕੱਠੀਆਂ ਕਰਕੇ? ਕਰਨਾ ਕੀ ਸੀ? ਉਹ ਰਾਮ ਬਾਹਰ ਮੰਨਦਾ, ਦੱਸਣ ਦੇ ਮੁੰਡੇ ਨੂੰ ਮੰਨਦਾ ਮਾਲਾ 4 ਹੋਣ, ਫਿਰ ਕੀ ਫਰਕ ਪੈ ਗਿਆ? ਰਾਮ ਤਾਂ ਉਹੀ ਰਿਹਾ, ਪੰਡਤ ਵਾਲਾ ਹੀ ਰਾਮ ਰਿਹਾ ਤੇਰਾ। ਰਾਮ ਦਾ ਬਦਲਿਆ ਨਹੀਂ ਨਾ। ਹਿਰਦੇ ਵਾਲਾ ਰਾਮ ਕਿੱਥੇ ਗਿਆ? ਹਿਰਦੇ ਰਾਮ ਨਾ ਚੇਤੇ ਹੋ, ਤੈਨੂੰ ਇਹਨਾਂ ਦਾ ਪਤਾ ਨਹੀਂ ਲੱਗਿਆ ਕਿ ਮੇਰੇ ਹਿਰਦੇ 'ਚ ਰਾਮ ਹੈ। ਕਬੀਰ ਮਾਲਾ ਕਾਟ ਕੇ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨਾਲ ਚੇਤੇ ਹੋਇਆ। ਜਪਣੀ ਕਿਆ ਹੋਏ? ਤੇਰੀ ਮਾਲਾ ਕੀ ਕਰ ਲੂਗੀ? ਹਿਰਦੇ ਵਿੱਚ ਰਾਮ ਹੈ ਜਿਹੜਾ ਤੇਰਾ, ਉਹਦੇ ਬਾਰੇ ਤੂੰ ਜਾਗਰੂਕ ਹੀ ਨਹੀਂ ਹੋਇਆ, ਜੋ ਤੈਨੂੰ ਉਹਦੀ ਸਮਝ ਨਹੀਂ ਆਈ। ਮਾਲਾ ਨਾਲ ਨਹੀਂ ਕੋਈ ਫਰਕ ਪੈਣਾ।
ਹਿਰਦੇ ਵਾਲੇ ਰਾਮ ਨੂੰ ਤੈਨੂੰ ਉਹਦਾ ਗਿਆਨ ਹੋਣਾ ਚਾਹੀਦਾ ਤੇ ਰਾਮ ਹੈ ਕੌਣ। ਹਾਂਜੀ ਕਮਨ ਸੋ ਘਰ ਜੋ ਨਿਰਭਉ ਕਹੀ ਹੈ। ਕਬੀਰ ਕਹਿੰਦਾ ਉਹ ਕਿਹੜੀ ਅਵਸਥਾ ਹੈ, ਉਹ ਅਵਸਥਾ ਕਿਹੜੀ ਹੈ ਜਿਹੜੀ ਅਵਸਥਾ ਨਿਰਭਉ ਹੋ ਜਾਏ, ਭੈ ਮੁਕਤ ਹੋ ਜਾਏ। ਭੈ ਕਿਹਦਾ? ਸਾਨੂੰ ਤਾਂ ਸਾਰਿਆਂ ਦੇ ਭੈ, ਦੇਵੀ ਦੇਵਤਿਆਂ ਦਾ ਭੈ ਹੈ, ਸ਼ਿਵ ਜੀ ਦਾ ਭੈ ਹੈ, ਅਸੀਦ ਨੇ ਇੱਥੇ ਬੜੀਆਂ ਨੇ ਇਹਨਾਂ ਦੀ ਭੈ ਹੈ। ਸਾਨੂੰ ਤਾਂ ਪੈਰ ਪੈਰ ਤੇ ਭੈ ਹੈ। ਉਦੋਂ ਲੋਕਾਂ ਨੂੰ ਭੈ ਸੀ, ਜਿਨ੍ਹਾਂ ਨਾਲ ਗੱਲ ਕਰ ਰਿਹਾ ਕਬੀਰ ਉਹ ਇਹੀ ਸੀ ਸਾਰੇ। ਭਉ ਭੱਜ ਜਾਏ ਅਭੈ ਹੋਏ ਰਹੀ ਹੈ। ਡਰ ਭੱਜ ਜਾਵੇ ਤਾਂ ਹੀ ਭੈ ਹੋ ਸਕਦਾ, ਡਰੇ ਨਾ ਰਹੇ। ਡਰ ਜਦ ਨਹੀਂ ਰਹਿ ਸਕਦਾ ਜਦ ਮੌਤ ਤੇ ਵੀ ਫਤਿਹ ਪਾ ਲਵੇ। ਤਲਵਾਰ ਦੇ ਨਾਲ ਰੱਖੀ ਹੋਈ ਤਾਂ ਹੀ ਤਾਂ ਇੱਥੇ ਪਾਈ ਹੋਈ ਹੈ ਜਰਾ ਵਕਤ, ਡਰ ਤੋਂ ਹੀ ਪਾਈ ਹੋਈ ਹੈ ਨਾ। ਡਰ ਸਭ ਨੂੰ ਲੜਨਾ ਹੋਰ ਗੱਲ, ਉਹਦਾ ਧਰਮ ਡਰਤਾ ਹੈ ਨਾ। ਦੂਏ ਦਾ ਤੀਰ ਨਾ ਲੱਗੇ, ਦੂਏ ਦੀ ਤਲਵਾਰ ਆਵੇ ਮੈਂ ਰੋਕ ਲਾਂ, ਡਰਤਾ ਹੈ ਨਾ। ਡਰ ਦੇ ਪਿੱਛੇ ਹੈ। ਹਾਂ ਤਟ ਤੀਰਥ ਨਹੀਂ ਮਨ ਪਤੀ ਆਏ। ਤਟ ਤੀਰਥ ਜਿਹੜੇ ਨੇ ਲੋਕੀ ਨੇ, ਤਟਾ ਤੀਰਥਾਂ ਨਾਲ ਜੁੜੇ ਹੋਏ ਨੇ ਪੰਡਤ ਨੇ ਲੋਕ, ਹਿੰਦੁਸਤਾਨ ਦੇ ਹੁਣ ਵੀ ਜੁੜੇ ਹੋਏ ਨੇ। ਦਰਿਆਵਾਂ ਦੇ ਕਿਨਾਰੇ, ਸਰੋਵਰਾਂ ਦੇ ਕਿਨਾਰੇ ਤੀਰਥ ਬਣੇ ਹੋਏ ਨੇ। ਪਰ ਕਿਸੇ ਦੇ ਮਨ ਨੂੰ ਭਰੋਸਾ ਨਹੀਂ ਉੱਥੇ ਹੈਗਾ। ਭਰੋਸਾ ਤਾਂ ਹੋਵੇ ਜੇ ਤੋਂ ਕੋਈ ਪ੍ਰਾਪਤ ਹੋਇਆ ਹੋਵੇ ਕਿਸੇ ਨੂੰ। ਲੋਕ ਜਾਂਦੇ ਨੇ, ਮੇਲਾ ਦੇਖਣ ਜਾਂਦੇ ਨੇ, ਮੇਲਾ ਦੇਖਣ ਜਾਂਦੇ ਨੇ। ਇਹ ਆ ਜਿਹੜੇ ਉਹੋ ਜਿਹੇ ਆਦਮੀ ਨੇ, ਧਾਰਮਿਕ ਆਦਮੀ ਨੇ, ਉਹ ਜਾਂਦੇ ਨੇ ਕੋਈ ਆਦਮੀ ਸ਼ਾਇਦ ਮਿਲ ਜਾਵੇ, ਕੋਈ ਉਹੋ ਜਿਹੇ ਤੀਰਥ ਤੇ ਕੋਈ ਬੰਦਾ ਮਿਲ ਜਾਵੇ ਜਿਹਨੂੰ ਕਿਸੇ ਗੱਲ ਦਾ ਗਿਆਨ ਹੋਵੇ। ਉਹ ਆਪਣੇ ਆਪਣੇ ਖੋਜ 'ਚ ਜਾਂਦੇ ਨੇ। ਕੋਈ ਕੁਛ ਲੈਣ ਜਾਂਦਾ, ਕੋਈ ਸੌਦਾ ਵੇਚਣ ਜਾਂਦਾ, ਕੋਈ ਸੌਦਾ ਖਰੀਦਣ ਜਾਂਦਾ। ਜਿਹੋ ਜਿਹਾ ਗਾਹਕ ਹੁੰਦਾ ਆਪਣੇ ਆਪਣੇ ਹਿਸਾਬ ਨਾਲ ਜਾਂਦੇ। ਕੋਈ ਐਵੇਂ ਕਹਿੰਦੇ ਨੇ ਵੀ ਕਦੇ ਗਏ ਨਹੀਂ, ਜਾ ਕੇ ਦੇਖ ਆਈਏ। ਸੈਰ ਕਰਨੇ ਜਾਂਦੇ ਨੇ, ਅਲੱਗ ਜਗ੍ਹਾ ਦੇਖਣ ਜਾਂਦੇ ਨੇ। ਹਜ਼ੂਰ ਸਾਹਿਬ ਲੋਕ ਜਾਂਦੇ ਨੇ, ਕੀ ਕਰਨ ਜਾਂਦੇ ਨੇ? ਕਹਿੰਦੇ ਕਦੇ ਗਏ ਨਹੀਂ, ਚੱਲ ਦੇਖ ਆਈਏ, ਦਰਸ਼ਨ ਕਰ ਆਈਏ। ਕੋਈ ਉੱਥੋਂ ਮਿਲ ਜੂ ਕਿਸੇ ਨੂੰ ਕੁਛ, ਇਹ ਤਾਂ ਮੰਨ ਕੇ ਨਹੀਂ ਕਦੇ ਕੋਈ ਜਾਂਦਾ ਵੀ ਉੱਥੇ ਜਾ ਕੇ ਕੋਈ ਖਾਸ ਸਾਨੂੰ ਫਾਇਦਾ ਹੋ ਜੂ। ਇਹ ਤਾਂ ਮੰਨ ਕੇ ਕੋਈ ਨਹੀਂ ਜਾਂਦਾ, ਨਾ ਕੋਈ ਲੈ ਕੇ ਆਇਆ, ਨਾ ਕੋਈ ਲੈ ਕੇ ਆਇਆ ਕਦੇ। ਅੰਮ੍ਰਿਤਸਰ ਵੀ ਲੋਕ ਜਾਂਦੇ ਨੇ, ਐਵੇਂ ਹੀ ਜਾਈ ਜਾਂਦੇ ਨੇ। ਮਤਲਬ ਆ ਇੱਕ ਬਣੀ ਹੋਈ ਹੈ ਭੇਡ ਚਾਲ ਵਾਂਗੂ, ਸ਼ਰਧਾ ਬਣੀ ਹੋਈ ਹੈ ਲੋਕਾਂ ਦੀ। ਕੋਈ ਖਾਸ ਗੱਲ ਤਾਂ ਹੈ ਨਹੀਂ ਵੀ ਉੱਥੋਂ ਆ ਚੀਜ਼ ਮਿਲ ਜੂ, ਉਹ ਚੀਜ਼ ਮਿਲ ਜੂ। ਉਹ ਜਿਹੜੇ ਰਹਿਣ ਵਾਲੇ ਨੇ ਉਹਨਾਂ ਦਾ ਜੜ ਦੇਖ ਲਓ ਕਿਹਾ ਜਾ ਹਰ ਵਕਤ ਵਾਲੇ ਉੱਥੇ। ਉਹ ਕੀ ਹੈ, ਕੀ ਕਰਦੇ ਨੇ? ਰੋਜ਼ ਅਖਬਾਰ ਭਰੇ ਰਹਿੰਦੇ ਨੇ, ਪਤਾ ਹੀ ਆ ਵੀ ਉਹ ਲੋਕ ਕਹੇ ਜਾਂਦੇ, ਉਹਨਾਂ ਦਾ ਕਿੰਨਾ ਕੁ ਅਸਰ ਹੈ ਉੱਥੇ ਦਾ। ਇਹ ਸਾਰੇ ਇਸੇ ਕਰਕੇ ਤੀਰਥ ਔਰ ਇਹ ਬਣਾਉਂਦੇ ਨਹੀਂ ਹੁੰਦੇ ਬ੍ਰਹਮ ਗਿਆਨੀ। ਇਹ ਉੱਥੇ ਸਭ ਬਦਨਾਮ ਹੋ ਜਾਂਦਾ ਧਰਮ। ਇਹ ਜ਼ਿਆਦਾ ਲੋਕ ਇਕੱਠੇ ਕਰਨੇ ਧਰਮ ਨੂੰ ਬਦਨਾਮ ਕਰਨ ਦੇ, ਬਦਨਾਮ ਇਹ ਲੋਕ ਕਰ ਦਿੰਦੇ ਹੁੰਦੇ ਧਰਮ ਨੂੰ। ਸਿੱਖੀ ਨੂੰ ਵੀ ਬਦਨਾਮ ਇਹਨਾਂ ਨੇ ਕੀਤਾ, ਗੁਰਦੁਆਰਿਆਂ ਦੀ। ਚਾਰ ਅਚਾਰ ਰਹੇ ਉਰਝਾਏ। ਬਸ ਚਾਰ ਆਰੋ ਚਾਰ ਰਹਿਤ ਮਰਿਆਦਾ, ਚਾਰ ਅਚਾਰ ਰਹਿਤ ਮਰਿਆਦਾ ਨੂੰ ਮਰਿਆਦਾ ਨੂੰ ਕਿਹਾ ਹੋਇਆ। ਰਹੇ ਉਰਝਾਏ, ਆ ਰਹਿਤ ਮਰਿਆਦਾ ਨੇ ਉਲਝਾ ਕੇ ਰੱਖੇ ਨੇ ਲੋਕ। ਗੁਰਬਾਣੀ ਕਹਿੰਦੀ ਆ ਰਹਿਤ ਮਰਿਆਦਾ, ਚਾਰ ਅਚਾਰ ਰਹਿਤ ਮਰਿਆਦਾ ਨੂੰ ਕਹਿੰਦੇ ਨੇ। ਉਹ ਉਲਝਾ ਰਹੇ ਨੇ, ਉਹ ਵੀ ਅੰਮ੍ਰਿਤਸਰ ਵੀ ਉਲਝਾਏ ਰਹੇ ਨੇ। ਹੋਰ ਕੀ ਕਰ ਰਹੇ ਨੇ? ਆਹ ਬੁੜਜੇ ਉਲਝਾ ਰਹੇ ਨੇ। ਚਾਰ ਅਚਾਰ ਰਹੇ ਉਲਝਾਏ। ਤਟ ਤੀਰਥਾਂ ਤੇ ਕੁਛ ਹੋ ਰਿਹਾ, ਉੱਥੇ ਵੀ ਇਹੀ ਕੁਛ ਹੋ ਰਿਹਾ। ਸਰੋਵਰ ਹੈਗਾ ਨਾਲ, ਗੁਰਦੁਆਰਾ ਚਾਰ ਅਚਾਰ ਵੀ ਹੈਗਾ, ਰਹਿਤ ਮਰਿਆਦਾ। ਇਹ ਉਲਝਾਏ ਹੋਏ ਨੇ ਸਾਰੇ। ਸਿੱਖੀ ਉਲਝਾਉਂਦੀ ਨਹੀਂ, ਸਿੱਖੀ ਸੁਲਝਾਉਣ ਵਾਲੀ ਚੀਜ਼ ਹੈ। ਇਹਨਾਂ ਕੋਲ ਕੋਈ ਸਿੱਖੀ ਵਾਲੀ ਗੱਲ ਨਹੀਂ। ਇਹ ਤਾਂ ਸਭ ਹਿੰਦੂ ਮਤ ਹੈ। ਹਾਂਜੀ, ਪਾਪ ਪੁੰਨ ਦੋ ਏਕ ਸਮਾਨ। ਦੇਖੋ, ਪਾਪ ਪੁੰਨ ਦੋਏ ਇੱਕ ਸਮਾਨ। ਪਾਪ ਔਰ ਪੁੰਨ ਦੋਏ ਇੱਕ ਹੁੰਦੇ ਨੇ। ਕੀ ਉੱਥੇ ਪਾਪ ਪੁੰਨ ਇੱਕ ਸਮਾਨ ਮੰਨਦੇ ਨੇ?
ਫਿਰ ਤਾਂ ਕੋਈ ਗੋਲਕ ਚੋਂ ਕੱਢ ਲਿਆ, ਕੋਈ ਪਾਇਆ, ਉਹ ਬਰਾਬਰ ਹੋ ਗਿਆ। ਫਿਰ ਤਾਂ ਕੋਈ ਗੋਲਕ ਚੋਂ ਕੱਢ ਲਿਆ, ਕੋਈ ਪਾ ਦੋ, ਫਿਰ ਤਾਂ ਬਰਾਬਰ ਹੋ ਗਿਆ। ਕੀ ਬੋਲਦੇ ਨੇ ਉਹ? ਗੁਰਮਤ ਦਾ ਇੱਕ ਅੱਖਰ ਨਹੀਂ ਮੰਨਿਆ ਜਾ ਰਿਹਾ ਗੁਰਦੁਆਰਿਆਂ 'ਚ ਕਿਤੇ ਵੀ। ਸਭ ਗੁਰਮਤ ਤੋਂ ਖਿਲਾਫ ਗੱਲ ਚੱਲ ਰਹੀ ਹੈ। ਇਹ ਤਾਂ ਕਬੀਰ ਇਹ ਕਹਿ ਰਿਹਾ ਜੋ ਪਾਪ ਪੁੰਨ ਦੋਏ ਆਪ ਪੁੰਨ ਦੋਏ ਇੱਕ ਸਮਾਨ। ਨਿਜ ਕਰ ਪਾਰਸ ਤਜੋ ਗੁਣ ਆਨ, ਨਿਜ ਕਰ ਪਾ ਰਸ। ਨਿਜ ਕਰ ਪਾ ਰਸ ਤਜੋ ਗੁਣ ਆਨ। ਹਾਂ, ਜਿਹਨੇ ਆਪਣੇ ਹਿਰਦੇ 'ਚ ਟੇਕ ਕੇ ਰਸ ਪਾ ਲਿਆ ਨਾ ਨਾਮ ਦਾ, ਜਿਹੜਾ ਅੰਦਰਲਾ ਰਸ ਆ ਨਾਮ ਦਾ, ਜਿਹਨੂੰ ਉਹ ਮਿਲ ਗਿਆ, ਤਜੋ ਗੁਣ ਉਹ ਆਨ, ਸਾਰੇ ਛੱਡ ਦਿੰਦਾ ਹੈ, ਉਹਨੂੰ ਪਾਪ ਨੂੰ ਭੁੱਲ ਜਾਂਦਾ। ਤਜੋ ਗੁਣ ਆਨ। ਉਹਨੇ ਰਜੋ ਤਮੋ ਸਦੋ ਤਿੰਨੇ ਛੱਡਤੇ। ਉਹਨੂੰ ਪਾਪ ਪੁੰਨ ਦਾ ਕੋਈ ਨਹੀਂ ਮਤਲਬ। ਪਾਪ ਪੁੰਨ ਤੋੜੇ ਦੋ ਦਰਵਾਜ਼ਾ, ਪਾਪ ਪੁੰਨ ਦਰਵਾਜ਼ੇ ਨਾ ਦੋਏ ਤੋੜਦੇ ਉਹਨੇ। ਪਰ ਕਬੀਰ ਨਿਰਗੁਣ ਨਾਮ ਨ ਰੋਸ, ਕਬੀਰ ਨਿਰਗੁਣ ਨਾਮ ਨ ਰੋਸ। ਨਾਮ ਨਾ ਰੋਸ। ਨਾਮ ਨਿਰਗੁਣ, ਨਿਰਗੁਣ ਨਾਮ ਹੈ, ਨਿਰਗੁਣ ਨਾਮ ਹੈ। ਰਜੋ ਤਮੋ ਸਤੋ ਤੇ ਉੱਪਰ ਹੈ ਨਾਮ। ਨਾਮ ਜਿਹੜਾ ਹੈ ਰਜੋ ਤਮੋ ਸਤੋ, ਸੰਸਾਰ ਦੇ ਜਿਹੜੇ ਗੁਣ ਨੇ ਇਹ ਤੇ ਉੱਪਰ ਹੈ ਰਾਮ। ਇਸ ਪਰਚਾਏ ਪਰਚ ਰਹੋ ਏਸ, ਇਸ ਕਰਕੇ ਉਹਦੇ ਨਾਲ ਪਰਚੋ, ਤੁਸੀਂ ਸੰਸਾਰ ਦੀ ਮਾਇਆ ਨਾਲ ਨਾ ਪਰਚੋ। ਇਸ ਪਰਚਾਏ ਪਰਚ ਰਹੋ ਏਸ। ਹਾਂ, ਇਸ ਦੇ ਨਾਮ ਨਾਲ ਪਰਚੋ। ਪਰਚਾ ਇਹ ਨਾਮ ਨਾਲ ਰੱਖੋ, ਗੁਰਬਾਣੀ ਨਾਲ ਰੱਖੋ, ਗੁਰਬਾਣੀ ਦੇ ਗਿਆਨ ਨਾਲ ਪਰਚਾ ਰੱਖੋ। ਹੁਕਮ ਸਰਗੁਣ ਹੈ, ਜੀਵ ਨਿਰਗੁਣ। ਜੀਵ ਨਿਰਗੁਣ ਹੈ, ਇਹਦੇ 'ਚ ਗੁਣ ਹੈ ਨਹੀਂ। ਪਰ ਇਹ ਮਾਇਆ ਵਾਲੇ ਗੁਣਾਂ ਨੂੰ ਕਰਕੇ ਇਹਨੂੰ ਸਰਗੁਣ ਮੰਨਦੇ ਨੇ। ਅਸੀਂ ਮਾਇਆ ਵਾਲੇ ਗੁਣ ਤਿਆਗ ਕੇ ਨਿਰਗੁਣ, ਤੈ ਗੁਣ ਬੇਟਾ ਖਾਈਏ ਸਾਰ। ਇਹ ਤੇ ਬਿਨਾ ਨਿਰਗੁਣ ਹੋਏ ਤੇ ਬਿਨਾ ਨਾਮ ਨਾਲ ਜੁੜਿਆ ਹੀ ਨਹੀਂ ਜਾ ਸਕਦਾ। ਮਾਇਆ ਦੇ ਤਿਆਗ ਤੋਂ ਬਿਨਾ ਨਾਮ ਨਾਲ ਜੁੜਿਆ ਹੀ ਨਹੀਂ ਜਾ ਸਕਦਾ। ਨਿਰਗੁਣ ਹੋ ਕੇ ਹੀ ਨਾਮ ਚ ਸਮਾਊਗਾ। ਇਹ ਮਾਇਆ ਧਾਰੀ ਨਾਮ ਚ ਨਹੀਂ ਸਮਾ ਸਕਦਾ। ਕ੍ਰਿਸ਼ਨ ਇਹਨਾਂ ਦੇ ਸਾਰੇ ਅਵਤਾਰ ਜਿੰਨੇ ਹੈਗੇ ਇਹਨਾਂ ਦੇ, ਕੋਈ ਵੀ ਨਹੀਂ ਨਾਮ ਚ ਸਮਾ ਸਕਦਾ। ਜਿਹੜੇ ਸਰਗੁਣ ਮੰਨ ਕੇ ਮਨ ਜਾਨਾ ਬਤ ਨਹੀਂ ਹੈ ਬੈ ਕੁੰਟ ਸਮਾਨਾ, ਨਾ ਜਾਨਾ ਬੈ ਖੁੰਟ ਕਹਾਂ ਹੀ, ਜਾਣ ਜਾਣ ਸਭ ਕਹੇ ਤਹਾਂ ਹੀ। ਰਹਾਉ ਕਹਿਨ ਕਹਾਵਨ ਨਹਿ ਪਤੀਈ ਹੈ, ਤੋ ਮਨ ਮਾਨੇ ਜਾਤੇ ਹੋਮੇ ਜਈ ਹੈ। ਜਬ ਲਗ ਮਨ ਬੈ ਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਕਹੋ ਕਬੀਰ ਇਹ ਕਹੀਏ ਕਾਹੇ, ਸਾਧ ਸੰਗਤ ਬੈ ਕੁੰਠੇ ਆਹੇ। ਜੋ ਜਨ ਪਰਮਿਤ ਪਰਮਨ ਜਾਨਾ, ਬਤ ਨਹੀਂ ਬੈ ਕੁੰਠ ਸਮਾਨਾ। ਜਿਹੜੇ ਆਦਮੀ ਨੇ ਪਰਮਨ ਜਾਨਣਾ ਨਹੀਂ ਹੈ, ਅਸਲ ਦੇ ਵਿੱਚ ਇਹ ਗਲਤ ਛਪਿਆ ਹੈ। ਕਿ ਪਰਮਨ ਜਾਨਣਾ ਹੋਵੇ, ਬਗਾਨੇ ਮਨ ਨੂੰ ਨਹੀਂ ਜਾਣਿਆ ਜਾ ਸਕਦਾ। ਦੂਜੇ ਦੇ ਮਨ ਨੂੰ ਨਹੀਂ ਜਾਣਿਆ ਜਾ ਸਕਦਾ। ਪਰਮਿਤਾ ਚਲੋ ਠੀਕ ਹੈ, ਪਰਮਿਤਾ ਮਨ ਬੁੱਧੀ ਤੇ ਪਰੇ ਦੀ ਗੱਲ ਨੂੰ ਕਹਿੰਦੇ ਨੇ। ਹੁਕਮ ਵੀ ਅਸੀਂ ਜਾਣ ਨਹੀਂ ਸਕਦੇ, ਬੁੱਝ ਸਕਦੇ ਹਾਂ। ਵਰਤਦਾ ਹੈ ਸਾਹਮਣੇ ਸਾਡੇ ਵੀ ਭਾਈ ਜਿਹੜਾ ਹੋਇਆ ਹੁਕਮ ਅਸੀਂ ਪਾਣਾ ਸੀ, ਇਹੀ ਪਾਣਾ ਸੀ। ਅਸਲ 'ਚ ਮਰਮ ਲਫ਼ਜ਼ ਹੈ। ਮਰਮ ਜਾਣੀਦਾ ਹੁੰਦਾ ਕਿਸੇ ਚੀਜ਼ ਦਾ, ਵੀ ਜਾਣਿਆ ਕੀ ਹੈ। ਜੋ ਜਿਹੜੇ ਆਦਮੀਆਂ ਨੇ ਪਰਮਿਤ ਨਹੀਂ ਨੇ ਜਾਣੀ, ਮਨ ਯਾਨੀ ਸਰੀਰ ਮਾਇਆ ਤੇ ਪਰੇ ਦੀ ਗੱਲ ਜਿਹੜੀ ਹੈ ਪਰਮਿਤ ਹੈ। ਜੋ ਮਾਇਆ ਦੇ ਅੱਗੇ ਹੈ ਉਹ ਪਰਮਿਤ ਹੈ, ਪਰੇ ਹੈ, ਮਨੁੱਖੀ ਬੁੱਧੀ ਤੋਂ ਪਰੇ ਹੈ। ਆਪਾਂ ਮਨ ਬੁੱਧੀ ਤੋਂ ਪਰੇ ਕਹਿੰਦੇ ਨਾ। ਮਾਇਆ ਤੇ ਜੋ ਵੀ ਕੁਝ ਪਰ ਹੈ, ਬਲਕਿ ਮਾਇਆ ਤਾਂ ਚਲੋ ਸਾਡੇ ਸਾਹਮਣੇ ਹੈ, ਅਸੀਂ ਸਾਰੀ ਨੂੰ ਮਾਇਆ ਕਹਿੰਦੇ ਹਾਂ। ਮਾਇਆ ਦੇਖਣ ਵਾਲੇ ਸਾਡੇ ਕੋਲ ਗਿਆਨ ਇੰਦਰੀ ਹੈਗੇ ਨੇ। ਕੁਝ ਚੀਜ਼ਾਂ ਬੁੱਝਣ ਵਾਲੀਆਂ ਨੇ ਮਾਇਆ ਦੇ ਵਿੱਚ, ਉਹ ਬੁੱਝ ਵੀ ਸਕਦੇ ਆ, ਉਹ ਬੁੱਧੀ ਵੀ ਸਾਡੇ ਕੋਲ ਹੈ, ਮਾਇਆ ਦੀ ਖੋਜ ਵੀ ਕਰ ਸਕਦੇ ਆ।
ਪਰ ਮਾਇਆ ਤੋਂ ਜਿਹੜਾ ਪਰੇ ਹੈ, ਸਾਡੇ ਗਿਆਨ ਇੰਦਰੀਆਂ ਤੋਂ ਹੀ ਪਰੇ ਹੈ। ਮਾਇਆ ਤੋਂ ਪਰੇ ਦਾ ਗਿਆਨ ਇੰਦਰੀਆਂ ਤੋਂ ਹੀ ਪਰੇ ਹੈ। ਉਹ ਪਰਮਿਤ ਹੈ ਸਾਡੇ ਵਾਸਤੇ। ਸਾਨੂੰ ਨਾ ਦੀਦਾ ਨਾ ਸਾਡੀ ਪਕੜ 'ਚ ਨਹੀਂ ਹੈਗਾ, ਫਿਰ ਉਹਨੂੰ ਅਸੀਂ ਪਰੇ ਮੰਨਦੇ। ਹੁਕਮ ਇੱਥੇ ਵਾਪਰਦਾ, ਪਰ ਸਾਡੇ ਮਨ ਬੁੱਧੀ ਦੇ ਪਰੇ। ਹੁਕਮ ਕਿਤੇ ਹਾਜ਼ਰ ਨਹੀਂ, ਸਰਵਿਆਪੀ ਹੈ ਹੁਕਮ, ਇੱਥੇ ਹੀ ਹੈ। ਉਹ ਐਂ ਵੀ ਗਿਆਨ ਸਾਡੇ ਪੰਜੇ ਗਿਆਨ ਇੰਦਰੀਆਂ ਤੇ ਜੋ ਪਰੇ ਆ ਨੇ ਛੇਵੀਂ ਬੁੱਧੀ ਤੋਂ, ਉਹਨੂੰ ਪਰਮਿਤ ਕਹਿ ਦਿੰਦੇ ਨੇ, ਚਾਹੇ ਇੱਥੇ ਵੀ ਹੋਵੇ। ਉਹ ਕੀ ਆ? ਉਹ ਕਹਿ ਲਿਓ ਉਹ ਹੈ ਸੱਚ। ਸੱਚੇ ਹੁਕਮ ਵੀ ਸੱਚੇ ਹੈ, ਹੁਕਮ ਨਾਲ ਸੱਤ ਹੈ। ਹੁਕਮ ਸੱਤ, ਸਤਨਾਮ ਨਾਮ ਸੱਤ। ਇਹ ਜਿਹੜਾ ਹੈ ਪਰਮਿਤ ਹੈ। ਜਿਹੜੇ ਆਦਮੀਆਂ ਨੇ ਹੁਕਮ ਨਹੀਂ ਬੁਝਿਆ ਹੈ, ਕਹਿ ਲਓ, ਉੱਤੇ ਹੁਕਮ ਦੀ ਗੱਲ ਆਈ ਸੀ ਨਾ ਵੀ ਹੁਕਮ ਬੁਝਣਾ, ਹੁਕਮ ਨਹੀਂ ਬੁਝਿਆ। ਜੋ ਜਲ ਪਰਮਿਤ ਪਰਮਨ ਜਾਨਾ, ਮਰਮ ਨਾ ਜਾਨਾ। ਪੱਪਾ ਨਹੀਂ ਮੰਮਾ ਹੈ ਇਹ। ਨੰਨੇ ਨੂੰ ਔਕੜ ਗਲਤ ਲਾਇਆ ਹੋਇਆ, ਮਰਮ ਨਾ ਜਾਨਾ। ਹਾਂ, ਨੰਨਾ ਅਲੱਗ ਹੈ ਇਹ। ਨੰਨੇ ਨੂੰ ਔਕੜ ਲਾਤਾ ਉਹਨਾਂ ਨੇ ਮਨ ਬਣਾਉਣ ਵਾਸਤੇ। ਪੱਪੇ ਦਾ ਮੰਮਾ ਬਣਿਆ ਹੈ ਕਦੇ ਇਹ। ਪਾਠੰਤਰ ਬਹੁਤ ਨੇ, ਪਾਠੰਤਰਾਂ ਦੇ ਵਿੱਚ ਪਰਮਿਤ ਮਰਮ ਨਾ ਜਾਨਾ। ਜਿਵੇਂ ਮਨ ਹੈ, ਮਨ ਪਰਮਿਤ ਹੈ ਸਾਡੇ ਵਾਸਤੇ। ਮਨ ਖੋਜਣਾ, ਤਨ ਮੈਂ ਮਨ ਨਹੀਂ ਪੇਖਾ, ਮਨ ਨੂੰ ਪੇਖਣ। ਇਸ ਮਨ ਕੋ ਕੋਈ ਖੋਜੋ ਭਾਈ। ਇਹ ਮਨ ਵੀ ਪਰਮਿਤ ਹੈ, ਖੋਜਣ ਦਾ ਵਿਸ਼ਾ। ਉਹ ਅਸੀਂ ਕਹਿੰਦੇ ਹਾਂ ਮੇਰਾ ਮਨ ਇਹ ਨਹੀਂ ਕਰਦਾ, ਉਹ ਨਹੀਂ ਕਰਦਾ, ਉਹ ਚਾਹੁੰਦਾ, ਉਹ ਚਾਹੁੰਦਾ। ਮਨ ਸਾਡੀ ਪਕੜ ਤਾਂ ਹੈ ਨਹੀਂ ਬੁੱਧੀ ਦੀ। ਇਹਦਾ ਮਰਮ ਨਹੀਂ ਜਾਣਿਆ ਜਿਹਨੇ, ਯਾਨੀ ਚੇਤਨ ਦਾ ਮਰਮ ਨਹੀਂ ਜਾਣਿਆ ਜਿਹਨੇ, ਕਹਿ ਲੋ। ਹੁਕਮ ਵੀ ਚੇਤਨ ਹੈ, ਬਾਤਨ ਹੀ ਬੈਕੁੰਠ ਸਮਾਨ। ਇਹਦਾ ਮਤਲਬ ਜਿਹੜੇ ਕਹਿੰਦੇ ਬੈਕੁੰਠ 'ਚ ਸਮਾਏ ਹੋਏ ਆ, ਫਿਰ ਗੱਲਾਂ ਬਾਤਾਂ ਨਾਲ ਸਮਾਏ ਹੋਏ ਨੇ, ਉਹਨਾਂ ਨੂੰ ਕਿਹਾ। ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਉਹ ਕਬੀਰ ਨੂੰ ਆ ਕਹਿੰਦੇ ਸੀ, ਉਹਨਾਂ ਨੂੰ ਵੀ ਕਹਿੰਦੇ ਸੀ, ਕਿਉਂਕਿ ਕਬੀਰ ਵੀ ਸੰਤ ਸੀ, ਉਹ ਵੀ ਸੰਤ ਸੀ। ਸੰਤਾਂ ਜੋ ਆਏ ਸੀ, ਸੰਤਾਂ ਨਾਲ ਵਾਹ ਸੀ, ਸੰਤਾਂ ਨਾਲ ਬਹਿੰਦੇ ਉੱਠਦੇ ਗੱਲਾਂ ਬਾਤਾਂ ਕਰਦੇ ਸੀ। ਉਹਨਾਂ ਸੰਤਾਂ ਦੀ ਪੋਲ ਖੋਲ ਰਹੇ ਨੇ। ਜਿਵੇਂ ਅੱਜ ਦੇ ਬ੍ਰਹਮ ਗਿਆਨੀ ਬਣੇ ਬੈਠੇ ਨੇ ਸੰਤ, ਇਹ ਪਹਿਲਾਂ ਦੇ ਹੀ ਨੇ। ਇਹ ਸੰਤ ਏਦਾਂ ਕਰਦੇ, ਇਹ ਜਿਹੜੇ ਪਹਿਲਾਂ ਤੇ ਇਹਨਾਂ ਨੂੰ ਆਦਤ ਹੈ ਝੂਠ ਬੋਲਣ ਦੀ, ਆਪਣੀ ਝੂਠੀ ਭੱਲ ਬਣਾਉਣ ਦੀ, ਬੋਰਡ ਲਾਉਣ ਦੀ, ਯਾਰ ਹੋਰ ਪ੍ਰਚਾਰ ਕਰਾਉਣ ਦੀ। ਇਹ ਪਹਿਲਾਂ ਦੇ ਹੀ ਹੈ ਇਹਨਾਂ ਨੂੰ ਆਦਤ, ਦੁਨੀਆ ਨੂੰ ਬੇਵਕੂਫ ਬਣਾਉਣ ਦੀ। ਕਬੀਰ ਨੇ ਵੀ ਇਹੀ ਗੱਲ ਲਿਖੀ ਹੈ, ਗੁਰੂ ਅਮਰਦਾਸ ਨੇ ਵੀ ਇਹੀ ਗੱਲ ਲਿਖੀ ਹੈ। ਦਸਮ ਪਾਤਸ਼ਾਹ ਦਾ ਫਾਹਾ ਹੀ ਵੜਤਾ ਇਹਨਾਂ ਦਾ। ਕਹਿੰਦਾ ਸੰਤ ਸਮੂਹ ਅਨੇਕ ਮਤੀ ਕੇ, ਆਪਣੀ ਆਪਣੀ ਮਤ ਹੈ ਇਹਨਾਂ ਦੀ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖੀਏ ਤੇ ਪ੍ਰਾਣਪਤੀ ਕੇ। ਇੱਕ ਆਦਮੀ ਕੋਲ ਵੀ ਪ੍ਰਾਣਪਤੀ ਦੀ ਮਤ ਨਹੀਂ ਇਹਨਾਂ ਕੋਲ। ਇਹ ਤਾਂ ਉਹਨਾਂ ਨੇ ਕਹਿ ਦਿੱਤਾ ਵੀ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖੀਏ ਤੇ ਪ੍ਰਾਣਪਤੀ ਕੇ। ਉਹ ਸਾਰੇ ਦੇਸ਼ ਦੀਆਂ ਮੱਤਾਂ ਫਿਰ ਦੱਸਣੀਆਂ ਪਈਆਂ ਵੀ ਆਹ ਵੀ ਆਹ ਸੀ, ਆਹ ਵੀ ਆਹ ਸੀ, ਆਹ ਵੀ ਆਹ ਸੀ। ਦੱਸੋ ਪ੍ਰਾਣਪਤੀ ਦੀ ਮਤ ਕਿਹੜੀ ਹੈ? ਉਹ ਤ੍ਰਿਆ ਚਰਿੱਤਰ ਉਹੀ ਹੈ। ਜੇ ਤ੍ਰਿਆ ਚਰਿੱਤਰ ਨਾ ਲਿਖਦੇ, ਆ ਸਵਈਆ ਕਿਵੇਂ ਸਾਬਤ ਕਰਦੇ? ਜਿਹੜਾ ਸਵਈਆ 'ਚ ਕਹਿ ਬੈਠੇ ਹੋ ਕਿ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕਹੂ ਨਾ ਦੇਖੀਏ ਤੇ ਪ੍ਰਾਣਪਤੀ ਕੇ। ਜੇ ਸਾਨੂੰ ਕੋਈ ਬਾਅਦ ਸਵਾਲ ਕਰ ਦਿੰਦਾ ਜੀ ਤੁਹਾਡੇ ਗੁਰੂ ਨੇ ਆ ਲਿਖਿਆ, ਕਿਤੇ ਸਬੂਤ ਤਾਂ ਦਿੱਤਾ ਨਹੀਂ ਇਹਦਾ ਵੀ ਪ੍ਰਾਣਪਤੀ ਦੀ ਮਤ ਹੈ ਨਹੀਂ। ਉਹ ਸਬੂਤ ਇਹ ਹੈ ਸਾਰੇ ਤ੍ਰਿਆ ਚਰਿੱਤਰ। ਅਲੱਗ ਅਲੱਗ ਦੇਸ਼, ਅਲੱਗ ਅਲੱਗ ਸ਼ਹਿਰਾਂ ਦੇ ਨਾਂ ਨੇ, ਹੈ ਸਾਰੇ ਹਿੰਦੁਸਤਾਨ ਦੀ। ਸਾਰੇ ਦੇਸ਼ ਦੀ ਸੈਰ ਵੀ ਕਰਾਤੀ ਔਰ ਮਤ ਵੀ ਦੱਸਤੀ ਵੀ ਸਾਰਿਆਂ ਦੀ ਖੋਟੀ ਹੈ। ਖੋਟੀ ਮਤ ਚਾਲੂ ਹੈ ਨਹੀਂ, ਪ੍ਰਚਲਿਤ ਨਹੀਂ ਰਹਿੰਦੀ ਜੇ ਸੱਚੀ ਮਤ ਪ੍ਰਗਟ ਹੋਵੇ। ਕਮ ਸੇ ਕਮ ਉਹਦੇ ਨੇੜੇ ਤੇੜੇ ਤਾਂ ਰਹਿੰਦੀ ਨਹੀਂ। ਜਿੱਥੇ ਵੱਡਾ ਬਰੋਟਾ ਹੋਵੇ, ਛੋਟਾ ਪੇੜ ਉਹਦੇ ਥੱਲੇ ਨਹੀਂ ਉੱਗਦਾ ਹੁੰਦਾ। ਛੋਟੀਆਂ ਮੱਤਾਂ ਨਹੀਂ ਰਹਿੰਦੀਆਂ ਹੁੰਦੀਆਂ, ਸਭ ਨਾਸ ਕਰ ਦਿੰਦਾ ਉਹ। ਵੱਡਾ ਪੇੜ ਥੱਲੇ ਘਾਹ ਫੂਸ ਵੀ ਨਹੀਂ ਆਉਣ ਦਿੰਦਾ, ਸਭ ਮਾਰ ਦਿੰਦਾ। ਜਦ ਮਤ ਗੁਰਮਤ ਪ੍ਰਗਟ ਹੁੰਦੀ ਹੈ, ਸਾਰੀਆਂ ਦਾ ਨਾਸ ਆਪੇ ਹੋ ਜਾਂਦਾ।
ਇਹ ਤਾਂ ਘਾਹ ਫੂਸ ਹੈ, ਇਹਦੀ ਜੜ ਉੱਤੇ ਹੀ ਹੁੰਦੀ ਹੈ। ਇਹਦੇ ਜੜ ਉੱਤੇ ਹੁੰਦੀ ਹੈ। ਝੂਠ ਦੀ ਬਹੁਤ ਔਛੀ ਜੜ ਹੁੰਦੀ ਹੈ, ਉੱਤੇ ਜੜ ਹੁੰਦੀ ਹੈ। ਔਛੀ ਮੱਤ ਕੈਸੇ ਉੱਤਰ ਸਪਾਰਾ ਕਬੀਰ ਨਹੀਂ ਕਹਿ ਰਿਹਾ, ਉਹਦੀ ਜੜ ਥੱਲੇ ਹੁੰਦੀ ਹੈ ਵੱਡੇ ਪੇੜ ਦੀ, ਇਹਦੀ ਜੜ ਔਛੀ ਹੁੰਦੀ ਹੈ ਘਾਹ ਫੂਸ ਦੀ। ਕਿਵੇਂ ਪੈਦਾ ਹੋ ਜੂ ਪੇੜ ਦੇ ਥੱਲੇ? ਪੇੜ ਮਾਰ ਦਿੰਦਾ। ਪੇੜ ਫੈਲਿਆ ਹੋਇਆ ਹੋਵੇ ਬਿਰਛ, ਹੋਣ ਦਿੰਦਾ ਥੱਲੇ। ਬਹੁਤੀ ਛਾਂ ਪਤਰਾਲੀ ਹੋਵੇ ਜੇ, ਹੋਣ ਦਿੰਦਾ ਥੱਲੇ। ਸੱਚ ਜਾਂ ਪ੍ਰਗਟ ਹੁੰਦਾ ਫਿਰ ਨਹੀਂ ਮੱਤ ਇਹ ਜਿਹੀ ਹੁੰਦੀ, ਪ੍ਰਗਟੇ ਨਹੀਂ ਹੁੰਦੀ। ਚੁੱਪ ਹੋ ਜਾਂਦੇ ਨੇ ਸਾਰੇ, ਸਾਰੇ ਦਾ ਜਾਣ ਲੈਂਦੇ ਨੇ। ਬੱਚਾ ਦਾ ਜਾਣਦਾ ਹੁੰਦਾ, ਪਰਮ ਤਾਂ ਪੈਦਾ ਹੀ ਨਹੀਂ ਹੋ ਸਕਦਾ। ਸਾਰਿਆਂ ਕੋਲ ਜਵਾਬ ਹੁੰਦੇ ਨੇ। ਇਹਦਾ ਜਾਂ ਗੁਰਮਤ ਗਾਇਬ ਹੋ ਜਾਂਦੀ ਹੈ ਨਾ, ਇਹਦਾ ਪ੍ਰਚਾਰ ਰਹਿੰਦਾ ਨਹੀਂ। ਫਿਰ ਇਹ ਹੌਲੀ ਹੌਲੀ ਬੋਲਣ ਲੱਗਦੇ ਨੇ। ਜੋ ਇਹਨਾਂ ਦਾ ਕੋਈ ਜਵਾਬ ਨਹੀਂ ਮਿਲਦਾ, ਤਿਉਂ ਇਹ ਫਿਰ ਨਿਰਭੈ ਹੋ ਕੇ ਬੋਲਣ ਲੱਗ ਜਾਂਦੇ ਨੇ, ਜਿਵੇਂ ਸੰਤ ਬੋਲਦੇ ਰਹੇ ਨੇ। ਹੁਣ ਨਹੀਂ ਬੋਲਦੇ, ਹੁਣ ਚੁੱਪ ਕਰ ਜਾਣਗੇ। ਹੁਣ ਕਾਹਦੇ ਚੁੱਪ ਕਰਦੇ ਜਾਂਦੇ ਨੇ ਹੌਲੀ ਹੌਲੀ? ਲੋਕ ਇਹਨਾਂ ਦੇ ਖਿਲਾਫ ਬੋਲਣ ਲੱਗੇ। ਪਹਿਲਾਂ ਇਹਨਾਂ ਨੇ ਦਹਿਸ਼ਤ ਪਾਈ ਹੋਈ ਸੀ, ਸੰਤ ਦੀ ਨਿੰਦਿਆ ਜੀ, ਉਹ ਜੀ। ਕਿਉਂ ਕਰਿਆ ਸੀ ਸੰਤ ਦੀ ਨਿੰਦਿਆ ਦਾ ਪ੍ਰਚਾਰ? ਵੀ ਸਾਡੇ ਖਿਲਾਫ ਨਾ ਕੋਈ ਬੋਲੇ। ਬਲੈਕ ਲੋਕਾਂ ਨੂੰ ਡਰਾਇਆ ਸੀ ਵੀ ਅਸੀਂ ਸੰਤਾਂ, ਸਾਡੇ ਖਿਲਾਫ ਨਾ ਬੋਲੇ। ਉਹ ਡਰ ਭੈ ਚੱਕ ਦਿੱਤਾ। ਸਿਆਣੇ ਬੰਦਿਆਂ ਨੇ ਜਿਹੜੇ ਸਮਝਦੇ ਨੇ ਭੈ ਚੱਕ ਦਿੱਤਾ। ਜਿਹਨੂੰ ਗੁਰਮਤਿ ਦੀ ਸਮਝ, ਗੁਰਮਤਿ ਨੇ ਭੈ ਚੱਕ ਦਿੱਤਾ ਇਹਨਾਂ ਦਾ। ਇਹਦਾ ਜ਼ੋਰ ਨੇ ਸਾਰੇ। ਹੁਣ ਬੋਲਣ ਦੇ ਛੱਡ ਗਏ। ਏਦਾਂ ਹੀ ਕਰਦੇ ਹੁੰਦੇ ਨੇ। ਬਾਤ ਨਹੀਂ ਬੈਕੁੰਠ ਸਬਾਨਾ, ਗੱਲਾਂ ਬਾਤਾਂ ਹੀ ਹੁੰਦੀਆਂ ਨੇ ਇਹਨਾਂ ਦੀਆਂ। ਉਹ ਜੀ ਫਲਾਣੇ ਮਹਾਂਪੁਰਖ ਸੇ ਜੀ ਆਏ ਸੀ, ਫਲਾਣਾ, ਜਿਹੜੀਆਂ ਕਹਾਣੀਆਂ ਬਣਾਈ ਫਿਰਦੇ ਨੇ। ਸਭ ਆਹ ਕੁਛ ਹੁੰਦਾ ਇਹਨਾਂ ਕੋਲ। ਇਹੀ ਗੱਲ ਕਬੀਰ ਕਹਿ ਰਿਹਾ ਇੱਥੇ। ਇਹ ਡੁਪਲੀਕੇਟ ਸੰਤਾਂ ਤੋਂ ਦਾ ਭੈ ਚੱਕ ਰਿਹਾ ਸੰਸਾਰ ਦੇ ਵਿੱਚ ਲੋਕਾਂ ਨੂੰ। ਇਹ ਪੰਕਤੀ ਆਮ ਪਬਲਿਕ ਦਾ ਭੈ ਚੱਕ ਰਹੀ ਹੈ। ਜਿਹੜੇ ਸਾਰੇ ਬਣੇ ਫਿਰਦੇ ਨੇ ਨਾ, ਬੜੇ ਬੜੇ ਪੀਠਾਂ ਵਾਲੇ, ਕਿਸੇ ਦਾ ਭੈ ਨਹੀਂ ਰਹਿਣ ਦਿੰਦੀ ਬਾਣੀ। ਮੈਂ ਪੈਮਾਨਤ ਆਨ ਕੀ ਹੈ? ਪਰਮੇਸ਼ਰ ਦੇ ਬਿਨਾਂ ਕਿਸੇ ਦਾ ਭੈ ਨਹੀਂ ਮੰਨਦੇ। ਆਨ ਨੂੰ ਲਫ਼ਜ਼ ਜਿਹੜਾ ਵਰਤਿਆ ਨਾ, ਇੱਕ ਭੈ ਦੇ ਬਿਨਾਂ, ਹੁਕਮ ਦੀ ਭੈ ਦੇ ਬਿਨਾਂ ਕਿਸੇ ਦੀ ਭੈ ਨਹੀਂ ਹੈ। ਕਾਲ ਦੀ ਵੀ ਭੈ ਨਹੀਂ ਹੈ। ਅਕਾਲ ਦੀ ਭੈ ਤਾਂ ਹੈ, ਪਰ ਕਾਲ ਦੀ ਭੈ ਨਹੀਂ ਹੈ। ਕਿਉਂ? ਅਕਾਲ ਦਾ ਹੀ ਕੀਤਾ ਹੋਇਆ ਕਾਲ ਹੈ। ਕਾਲ ਦੀ ਕਾਹਦੀ ਭੈ ਹੈ? ਜੇ ਅਕਾਲ ਦੀ ਭੈ, ਕਾਲ ਦੀ ਭੈ ਦੀ ਲੋੜ ਹੀ ਨਹੀਂ। ਜਿਹਨੂੰ ਅਕਾਲ ਦੀ ਭੈ, ਉਹਨੂੰ ਕਾਲ ਦੀ ਭੈ ਦੀ ਲੋੜ ਨਹੀਂ ਹੈ। ਜਿਹਨੂੰ ਸਰਕਾਰ ਦੀ ਭੈ, ਉਹਨੂੰ ਹੁਕਮ ਦੀ ਭੈ ਹੈ। ਪਹਿਲਾਂ ਹੀ ਨਾਲ ਹੈ ਹੁਕਮ ਦੀ ਭੈ, ਉਹਦੇ ਵਿੱਚ ਹੀ ਹੈ। ਸਰਕਾਰ ਦੀ ਭੈ ਦੇ ਵਿੱਚ ਹੁਕਮ ਦੀ ਭੈ ਹੈ। ਨਾ ਜਾਣਾ ਬੈਕੁੰਠ ਕਹਾਂ ਹੀ। ਮੈਨੂੰ ਤਾਂ ਕਹਿੰਦੇ ਪਤਾ ਨਹੀਂ ਬੈਕੁੰਠ ਕਿੱਥੇ। ਇਹ ਬੈਕੁੰਠ ਦੇ ਦੱਸੀ ਫਿਰਦੇ ਨੇ ਨਕਸ਼ੇ ਬਣਾ ਕੇ, ਜਿਵੇਂ ਬ੍ਰਹਮ ਕੁਮਾਰੀਆਂ ਦੱਸੀ ਫਿਰਦੀਆਂ ਨੇ। ਉਹ ਗੁਰਬਾਣੀ ਨੂੰ ਵੀ ਮੰਨੀ ਜਾਂਦੀਆਂ ਨੇ, ਬੈਕੁੰਠ ਵੀ ਦੱਸੀ ਜਾਂਦੇ ਨੇ। ਗੁਰਬਾਣੀ ਦੇ ਬੈਕੁੰਠ ਨੂੰ ਰੱਦ ਕਰ ਦਈਏ, ਸੰਤ ਵੀ ਬੈਕੁੰਠ ਦੱਸੀ ਜਾਂਦੇ ਨੇ। ਚੱਲ ਹਿੰਦੂ ਮਤ ਦਾ ਰੌਲਾ ਹੀ ਨਹੀਂ। ਉਹਨਾਂ ਨੇ ਤਾਂ ਜਾਣ ਕੇ ਵਾਟ ਪਾੜੀ ਸੀ। ਉਹ ਤਾਂ ਜਾਣ ਕੇ ਸਭ ਕੁਝ ਬਣਾਇਆ ਸੀ ਉਹਨਾਂ ਨੇ। ਉਹਨਾਂ ਨੂੰ ਪਤਾ ਵੀ ਕਿਤੇ ਕੁਛ ਨਹੀਂ ਹੈਗਾ। ਉਹ ਤਾਂ ਜਾਣ ਬੁੱਝ ਕੇ ਢੋਂਗ ਰਜਾਇਆ ਸੀ ਉਹਨਾਂ ਨੇ। ਜੋ ਆਦਮੀ ਨੇ ਜਾਣ ਬੁੱਝ ਕੇ ਕੀਤਾ ਹੋਵੇ ਕੰਮ, ਉਹ ਤਾਂ ਗੱਲ ਹੋਰ ਹੈ। ਪਰ ਇਹ ਸਾਰੇ ਉਹਨਾਂ ਦੀ ਗੱਲ ਮੰਨੀ ਜਾਂਦੇ ਨੇ। ਨਾ ਜਾਣਾ ਬੈਕੁੰਠ ਕਹਾਂ ਹੀ ਜਾਣ। ਮੈਨੂੰ ਤਾਂ ਆਪ ਨਹੀਂ ਪਤਾ ਬੈਕੁੰਠ ਕਿੱਥੇ। ਹੁਣ ਕਬੀਰ ਨੂੰ ਤਾਂ ਬੈਕੁੰਠ ਦਾ ਪਤਾ। ਜੇ ਹੋਵੇ ਬੈਕੁੰਠ ਕਿੱਥੇ ਤਾਂ ਪਤਾ ਹੋਵੇ। ਜਿਹੜੀ ਚੀਜ਼ ਹੈ ਉਹ ਨਹੀਂ। ਬੈਕੁੰਠ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੁਰਗ ਨਰਕ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੰਸਾਰੀ ਸੁੱਖ ਨੂੰ ਸੁਰਗ ਕਹਿ ਦਿੰਦੇ ਨੇ, ਸੰਸਾਰੀ ਦੁੱਖ ਨੂੰ ਨਰਕ ਕਹਿ ਦਿੰਦੇ ਨੇ। ਦੁੱਖ ਔਰ ਸੁੱਖ ਨੇ ਜਿਹੜੇ, ਇਹੀ ਨਰਕ ਸੁਰਗ ਨੇ। ਪਾਪ ਕਹਿੰਦੇ ਨਰਕ ਨੂੰ ਲੈ ਜਾਂਦਾ, ਬੁਰਾਈ ਦੁੱਖ ਵੱਲ ਨੂੰ ਲੈ ਜਾਂਦੀ ਹੈ। ਜੇ ਕੋਈ ਚੋਰੀ ਚਾਰੀ ਕਰੂ, ਹੋਰ ਕੋਈ ਡਾਕਾ ਮਾਰੂ, ਕੋਈ ਉਲਟਾ ਕੰਮ ਕਰੂ, ਜੇਲ੍ਹ 'ਚ ਆਪੇ ਦੁੱਖ ਨੂੰ ਲੈ ਗਿਆ। ਜੇਲ੍ਹ ਨਰਕ ਹੈ, ਇੱਥੇ ਹੀ ਹੈ ਜੇਲ੍ਹ ਨਰਕ। ਫਿਰ 84 ਲੱਖ ਜੂਨ ਵੀ ਇੱਥੇ ਹੀ ਹੈ, ਇੱਥੇ ਹੀ ਆਉਣਾ ਮੁੜ ਕੇ। ਇਹੀ ਜੇਲ੍ਹ ਹੈ।